ਮਾਰਕ ਟਵੇਨ ਇੱਕ ਅਮਰੀਕੀ ਹਾਸ-ਰਸ ਲੇਖਕ, ਛਾਪਕ ਤੇ ਲੈਕਚਰਰ ਸੀ। ਉਸ ਦਾ ਜਨਮ 30 ਨਵੰਬਰ 1835 ਨੂੰ ਹੋਇਆ ਤੇ ਅਪ੍ਰੈਲ 21 1910 ਨੂੰ ਉਸ ਦਾ ਦੇਹਾਂਤ ਹੋ ਗਿਆ। ਉਸ ਨੂੰ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਮਹਾਨ ਹਾਸ-ਰਸ ਲੇਖਕ ਐਲਾਨਿਆ ਗਿਆ ਹੈ। ਉਸ ਦੁਆਰਾ ਲਿਖੇ ਗਏ ਨਾਵਲ ਦ ਐਡਵੈਂਚਰਸ ਆਫ ਟੌਮ ਸਾਇਰ, ਐਡਵੈਂਚਰਸ ਆਫ ਹਕਲਬੈਰੀ ਫਿਨ, ਕਿੰਗ ਆਰਥਰਸ ਕੋਰਟ, ਪਰਡ ਐਂਡ ਹੈਡ ਵਿਲਸਨ ਕਾਫੀ ਪ੍ਰਸਿੱਧ ਹੋਏ। ਉਸਨੇ ਚਾਰਲਸ ਡੁਡਲੇ ਨਾਲ ਮਿਲ ਕੇ 1873 ਵਿੱਚ ਅ ਟੇਲ ਆਫ ਟੂਡੇ ਨਾਵਲ ਵੀ ਲਿਖਿਆ। ਉਸ ਦੇ ਜਨਮ ਬਾਰੇ ਮਸ਼ਹੂਰ ਹੈ ਕਿ ਉਹ ਹੈਲੇ ਦੇ ਕੋਮੇਟ ਸਮੇਂ ਪੈਦਾ ਹੋਇਆ। ਉਸਨੇ ਆਪ ਭਵਿੱਖਬਾਣੀ ਕੀਤੀ ਕਿ ਉਹ ਇਸ ਦੇ ਨਾਲ ਹੀ ਜਾਏਗਾ ਅਤੇ ਸੱਚਮੁੱਚ ਉਸ ਦਾ ਅੰਤ ਉਦੋਂ ਹੋਇਆ ਜਦੋਂ ਇਹ ਕੋਮੇਟ ਧਰਤੀ ਦੇ ਬਿਲਕੁਲ ਨਜ਼ਦੀਕ ਸੀ। ਦ ਐਡਵੈਂਚਰਸ ਆਫ ਟੌਮ ਸਾਇਰ ਇੱਕ ਜਵਾਨ ਹੋ ਰਹੇ ਲੜਕੇ ਦੀ ਕਹਾਣੀ ਹੈ। ਇਸ ਦਾ ਪਲਾਟ 1840 ਦੇ ਲਗਭਗ ਮਿਸਿਸਿਪੀ ਦਰਿਆ ਸੇਂਟ ਪੀਟਰਸਬਰਗ ਦੇ ਕਸਬੇ ਦਾ ਹੈ। ਇਹ ਟਾਈਪਰਾਈਟਰ 'ਤੇ ਲਿਖਿਆ ਗਿਆ ਅਮਰੀਕਾ ਦਾ ਪਹਿਲਾ ਨਾਵਲ ਹੈ। ਇਸ ਵਿੱਚ ਹਾਸ-ਰਸ, ਤਨਜ਼ ਅਤੇ ਸਮਾਜਿਕ ਕਦਰਾਂ ਕੀਮਤਾਂ ਦਾ ਬੜੇ ਸੋਹਣੇ ਤਰੀਕੇ ਨਾਲ ਵਰਣਨ ਕੀਤਾ ਗਿਆ ਹੈ ਅਤੇ ਥੋੜ੍ਹੀ ਉਸ ਦੀ ਸਵੈ ਜੀਵਨੀ ਦਾ ਵੀ ਇਸ ਵਿੱਚ ਵਰਣਨ ਹੈ, ਕਿਉਂਕਿ ਉਦੋਂ ਮਾਰਕ ਟਵੇਨ ਜਵਾਨ ਹੋ ਰਿਹਾ ਸੀ। ਟਵੇਨ ਨੇ ਇਸ ਕਾਲਪਨਿਕ ਚਰਿੱਤਰ ਨੂੰ ਸਥਾਨਕ ਨਾਇਕ ਵਜੋਂ ਚਿਤਰਿਆ ਹੈ, ਜਿਸ ਨੇ ਸਮੁੰਦਰੀ ਜਹਾਜ਼ ਦੇ ਹਾਦਸੇ ਵਿੱਚ ਕਈ ਲੋਕਾਂ ਦੀ ਜਾਨ ਬਚਾਈ ਸੀ। ਆਓ ਅੱਜ ਅਸੀਂ ਨਾਵਲ ਦਾ ਪੰਜਾਬੀ ਅਨੁਵਾਦ ਪੜ੍ਹਦੇ ਅਤੇ ਸੁਣਦੇ ਹਾਂ। ਸ਼ੁਭ ਇਛਾਵਾਂ। ਧੰਨਵਾਦ। ਹਰਜੀਤ ਪੰਮਰਾ। ਟੌਮ ਸਾਇਰ। ਮੈਂ ਕਿੰਨੀਆਂ ਹੀ ਆਵਾਜ਼ਾਂ ਮਾਰੀਆਂ ਨੇ ਪਰ ਕੋਈ ਜਵਾਬ ਹੀ ਨਹੀਂ। ਪਤਾ ਹੀ ਨਹੀਂ ਇਸ ਮੁੰਡੇ ਨੂੰ ਕੀ ਹੋ ਗਿਆ ਹੈ। ਟੌਮ, ਚੰਗਾ ਆਵਾਜ਼ ਨਾ ਦੇ, ਪਰ ਜੇ ਤੂੰ ਮੇਰੇ ਕਾਬੂ ਆ ਗਿਆ ਤਾਂ। ਬੁੱਢੀ ਚਾਚੀ ਦੇ ਨੱਕ 'ਤੇ ਐਨਕਾਂ ਲਟਕ ਰਹੀਆਂ ਸਨ ਅਤੇ ਉਹ ਹੱਥ ਵਿੱਚ ਝਾੜੂ ਫੜੀ ਟੌਮ ਨੂੰ ਲੱਭਣ ਲਈ ਦੂਰੀ ਹੋ ਕੇ ਮੰਜੇ ਥੱਲੇ ਝਾਤੀ ਮਾਰ ਰਹੀ ਸੀ। ਇਸ ਨਾਲ ਉਹਨੂੰ ਸਾਹ ਚੜ੍ਹ ਗਿਆ ਸੀ ਅਤੇ ਇਹ ਵਾਕ ਉਹਦੇ ਮੂੰਹ ਵਿੱਚ ਅਧੂਰਾ ਰਹਿ ਗਿਆ ਸੀ। ਕੁਝ ਚਿਰ ਰੁਕ ਕੇ ਉਹ ਕਹਿਣ ਲੱਗੀ, ਇਹ ਮੁੰਡਾ ਹੈ ਕਿ ਅਫਲਾਤੂਨ। ਕਮਰੇ ਦਾ ਬੂਹਾ ਖੁੱਲ੍ਹਾ ਸੀ। ਉਸ ਰਾਹੀਂ ਉਹ ਦਬਾ ਦਬ ਰਸੋਈ ਵਿੱਚ ਗਈ। ਟੌਮ ਉੱਥੇ ਵੀ ਨਹੀਂ ਸੀ। ਤੰਗ ਆ ਕੇ ਉਹਨੇ 1-2 ਵਾਰੀ ਹੋਰ ਆਵਾਜ਼ ਦਿੱਤੀ, ਟੌਮ ਕਿੱਥੇ ਹੈ ਤੂੰ? ਬੋਲਦਾ ਕਿਉਂ ਨਹੀਂ? ਉਹਦੇ ਪਿਛਲੇ ਪਾਸੇ ਥੋੜ੍ਹੀ ਜਿਹੀ ਸਰਸਰ ਹੋਈ। ਜਦੋਂ ਉਹਨੇ ਪਿਛਾਂਹ ਵੱਲ ਹੱਥ ਉਲਾਰਿਆ ਤਾਂ ਇੱਕ ਛੋਟੇ ਜਿਹੇ ਮੁੰਡੇ ਦੇ ਜੈਕਟ ਦਾ ਇੱਕ ਕੋਨਾ ਉਹਦੇ ਹੱਥ ਵਿੱਚ ਆ ਗਿਆ। ਅੱਛਾ, ਤੂੰ ਅਲਮਾਰੀ ਵਿੱਚ ਲੁਕਿਆ ਹੋਇਆ ਸੈਂ? ਕੀ ਕਾਰਸਤਾਨੀ ਕਰ ਰਿਹਾ ਸੈਂ? ਜਲਦੀ ਦੱਸ। ਟੌਮ ਨੇ ਉੱਤਰ ਦਿੱਤਾ, ਕੁਝ ਨਹੀਂ ਚਾਚੀ। ਚਾਚੀ, ਦੇਖਿਆ ਹੀ ਆਪਣੇ ਮੂੰਹ ਵੱਲ ਕੀ ਲੱਗਾ ਹੋਇਆ ਹੈ? ਟੌਮ, ਮੈਨੂੰ ਕੀ ਪਤਾ? ਚਾਚੀ, ਮੈਨੂੰ ਤਾਂ ਪਤਾ ਹੈ ਨਾ, ਮੁਰੱਬੇ ਨਾਲ ਤੇਰਾ ਸਾਰਾ ਮੂੰਹ ਲਿਬੜਿਆ ਪਿਆ ਏ। ਮੈਂ ਤੈਨੂੰ 1000 ਵਾਰ ਕਿਹਾ ਏ ਕਿ ਜੇ ਤੂੰ ਮੁਰੱਬੇ ਨੂੰ ਮੁੜ ਹੱਥ ਲਾਇਆ ਤਾਂ ਤੇਰੀ ਚਮੜੀ ਉਧੇੜ ਦਿਆਂਗੀ। ਤੂੰ ਫਿਰ ਵੀ ਬਾਜ਼ ਕਿਉਂ ਨਹੀਂ ਆਉਂਦਾ? ਲਿਆ ਉਰੇ ਸੋਟਾ, ਕਰਾਂ ਠੀਕ ਤੈਨੂੰ। ਟੌਮ ਨੇ ਲਾਗੇ ਪਈ ਚਾਬਕ ਉੱਪਰ ਵੱਲ ਵਗਾਹ ਮਾਰੀ ਅਤੇ ਕਹਿਣ ਲੱਗਾ, ਚਾਚੀ ਉਹ ਵੇਖ ਪਿਛਾਂਹ ਕੀ ਹੋ? ਘਬਰਾਹਟ ਵਿੱਚ ਬੁੱਢੀ ਦੇ ਪਿਛਾਂਹ ਵੱਲ ਤੱਕਣ ਦੀ ਦੇਰ ਸੀ ਕਿ ਟੌਮ ਜੈਕਟ ਦਾ ਕੋਨਾ ਛੁਡਾ ਕੇ ਉੱਥੋਂ ਨੱਸ ਗਿਆ ਅਤੇ ਇੱਕ ਛਾਲ ਨਾਲ ਵਾੜ ਟੱਪ ਕੇ ਉਹ ਗਿਆ। ਬੁੱਢੀ ਚਾਚੀ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ, ਪਰ ਫਿਰ ਉਹਦਾ ਹਾਸਾ ਨਿਕਲ ਗਿਆ। ਟੌਮ ਬੜਾ ਹੀ ਸ਼ਰਾਰਤੀ ਏ। ਆਏ ਦਿਨ ਕੋਈ ਨਵਾਂ ਹੀ ਛੋਚਕੜਾ ਛੇੜ ਛੱਡਦਾ ਏ। ਡੰਡਾ ਹੀ ਇਸ ਨੂੰ ਸਿੱਧਾ ਕਰ ਸਕਦਾ ਏ। ਪਰ ਇਹ ਮੇਰੀ ਸਵਰਗਵਾਸੀ ਭੈਣ ਦਾ ਲੜਕਾ ਏ, ਇਸੇ ਲਈ ਸ਼ਾਇਦ ਇਸ 'ਤੇ ਹੱਥ ਚੁੱਕਣ ਨੂੰ ਮੇਰਾ ਜੀਅ ਹੀ ਨਹੀਂ ਕਰਦਾ। ਇਹਨੇ ਸਾਰੀ ਦੁਪਹਿਰ ਆਵਾਰਾ ਫਿਰਦੇ ਰਹਿਣਾ ਏ। ਸਨਿਚਰਵਾਰ ਵੀ ਜਦ ਬਾਕੀ ਮੁੰਡੇ ਛੁੱਟੀ ਮਨਾ ਰਹੇ ਹੋਣੇ ਨੇ, ਮੈਨੂੰ ਮਜਬੂਰਨ ਇਹਨੂੰ ਕੰਮ ਡਾਹਣਾ ਪੈਣਾ ਏ। ਭਾਵੇਂ ਇਹ ਕੰਮ ਤੋਂ ਭੱਜਦਾ ਏ, ਪਰ ਮੈਨੂੰ ਆਪਣਾ ਫਰਜ਼ ਪੂਰਾ ਕਰਨਾ ਹੀ ਪੈਣਾ ਏ। ਸੋ ਸਾਰੀ ਦੁਪਹਿਰ ਟੌਮ ਆਵਾਰਾਗਰਦੀ ਕਰਦਾ ਰਿਹਾ ਅਤੇ ਸ਼ਾਮ ਨੂੰ ਹਨੇਰਾ ਪੈਣ 'ਤੇ ਹੀ ਉਹ ਵਾਪਸ ਮੁੜਿਆ। ਨਿੱਕਾ ਜਿਹਾ ਹਬਸ਼ੀ ਮੁੰਡਾ ਜੋ ਘਰ ਵਿੱਚ ਹੀ ਰਹਿੰਦਾ ਸੀ, ਅੱਗ ਬਾਲਣ ਲਈ ਲੱਕੜੀਆਂ ਕੱਟ ਰਿਹਾ ਸੀ। ਟੌਮ ਵੀ ਉਹਦੇ ਨਾਲ ਹੱਥ ਵਟਾਉਣ ਲੱਗ ਪਿਆ। ਟੌਮ ਦਾ ਛੋਟਾ ਭਰਾ ਸਿਡ, ਜੋ ਬੜੇ ਚੁੱਪਕੀਤੇ ਸੁਭਾਅ ਦਾ ਸੀ, ਲਾਗੇ ਖਿਲਰੇ ਸਾਕੇ ਇਕੱਠੇ ਕਰ ਰਿਹਾ ਸੀ। ਗਰਮੀਆਂ ਦੀਆਂ ਸ਼ਾਮਾਂ ਲੰਮੀਆਂ ਹੁੰਦੀਆਂ ਹਨ, ਇਸ ਲਈ ਹਾਲੀ ਪੂਰੀ ਤਰ੍ਹਾਂ ਹਨੇਰਾ ਨਹੀਂ ਸੀ ਹੋਇਆ। ਸੋ ਟੌਮ ਬਾਹਰ ਗਲੀ ਵੱਲ ਨਿਕਲ ਗਿਆ। ਉੱਥੇ ਇੱਕ ਹੋਰ ਮੁੰਡਾ ਖੜਾ ਸੀ, ਜਿਹਨੇ ਕੀਮਤੀ ਪੁਸ਼ਾਕ ਪਹਿਨੀ ਹੋਈ ਸੀ, ਰੇਸ਼ਮੀ ਟੋਪੀ, ਨੀਲੇ ਰੰਗ ਦੀ ਜੈਕਟ, ਪਤਲੂਨ ਤੇ ਲਿਸ਼ਕਦੀ ਨਕਟਾਈ। ਉਹਦੇ ਮੁਕਾਬਲੇ ਵਿੱਚ ਆਪਣੇ ਢਿੱਲੜ ਅਤੇ ਸਧਾਰਨ ਜਿਹੇ ਕੱਪੜੇ ਵੇਖ ਕੇ ਟੌਮ ਨੂੰ ਬੜਾ ਸਾੜਾ ਲੱਗਾ ਅਤੇ ਉਹ ਉਸ ਲੜਕੇ ਵੱਲ ਵੇਖ ਕੇ ਨੱਕ ਚੜਾਉਣ ਲੱਗ ਪਿਆ। ਫਿਰ ਉਹ ਦੋਵੇਂ ਆਮੋ ਸਾਹਮਣੇ ਚੁੱਪੇ ਚਾਪ ਖੜ੍ਹੇ ਹੋ ਗਏ। ਜੇ ਦੋਹਾਂ ਵਿੱਚੋਂ ਇੱਕ ਇੱਧਰ ਉੱਧਰ ਸਰਕਦਾ ਤਾਂ ਦੂਜਾ ਵੀ ਇੰਜ ਹੀ ਕਰਦਾ। ਉਹ ਇੱਕ ਦੂਜੇ ਦੀ ਅੱਖ ਵਿੱਚ ਅੱਖ ਪਾ ਕੇ ਕਿੰਨਾ ਚਿਰ ਹੀ ਵੇਖਦੇ ਰਹੇ। ਅੰਤ ਵਿੱਚ ਟੌਮ ਨੇ ਕਿਹਾ, ਮੈਂ ਤੈਨੂੰ ਵਗਾਹ ਕੇ ਥੱਲੇ ਮਾਰਨਾ ਏ। ਮੁੰਡਾ, ਜ਼ਰਾ ਹੱਥ ਲਾ ਕੇ ਤਾਂ ਵੇਖ। ਟੌਮ, ਮੈਂ ਹੱਥ ਲਾ ਸਕਦਾ ਹਾਂ। ਮੁੰਡਾ, ਨਹੀਂ ਲਾ ਸਕਦਾ। ਟੌਮ, ਲਾ ਸਕਦਾ ਹਾਂ। ਮੁੰਡਾ, ਬਿਲਕੁਲ ਨਹੀਂ ਲਾ ਸਕਦਾ। ਟੌਮ ਨੇ ਆਪਣੇ ਪੈਰ ਨਾਲ ਇੱਕ ਦੂਜੇ ਦੇ ਵਿਚਕਾਰ ਇੱਕ ਲੰਮੀ ਸਾਰੀ ਲਕੀਰ ਲਾ ਦਿੱਤੀ ਅਤੇ ਕਹਿਣ ਲੱਗਾ, ਇਸ ਲਕੀਰ ਨੂੰ ਟੱਪ, ਫਿਰ ਵੇਖੀ ਮੈਂ ਤੈਨੂੰ ਕਿਵੇਂ ਸਿੱਝਦਾ ਹਾਂ। ਨਵਾਂ ਮੁੰਡਾ ਇੱਕਦਮ ਲਕੀਰ ਨੂੰ ਟੱਪ ਕੇ ਕਹਿਣ ਲੱਗਾ, ਵੇਖ ਸਿੱਝ ਕੇ ਹੁਣ। ਉਹਦੇ ਮੂੰਹ ਇਹ ਸ਼ਬਦ ਨਿਕਲੇ ਹੀ ਸਨ ਕਿ ਟੌਮ ਉਸ 'ਤੇ ਟੁੱਟ ਕੇ ਜਾ ਪਿਆ ਅਤੇ ਦੋਵੇਂ ਆਪਸ ਵਿੱਚ ਗੁੱਥਮ ਗੁੱਥਾ ਹੋ ਗਏ ਅਤੇ ਮਿੱਟੀ ਕੱਟੇ ਨਾਲ
ਲੱਥ-ਪੱਥ ਹੋ ਗਏ। ਕਦੇ ਇੱਕ ਉੱਪਰ ਹੁੰਦਾ, ਕਦੇ ਦੂਜਾ। ਅੰਤ ਟੌਮ ਦੂਜੇ ਮੁੰਡੇ ਦੀ ਛਾਤੀ 'ਤੇ ਚੜ੍ਹ ਬੈਠਾ ਤੇ ਕਸੁੰਨ ਮਾਰ-ਮਾਰ ਕੇ ਉਹਦੇ ਹੋਸ਼ ਭੁਲਾ ਦਿੱਤੇ। ਨਵਾਂ ਮੁੰਡਾ ਹੇਠੋਂ ਨਿਕਲਣ ਲਈ ਬਥੇਰਾ ਪੁੱਠਾ ਸਿੱਧਾ ਹੋਇਆ, ਪਰ ਉਸ ਤੋਂ ਕੁਝ ਨਾ ਬਣਿਆ। ਆਖਰ ਟੌਮ ਨੇ ਆਕੜ ਕੇ ਕਿਹਾ, ਬੱਚੂ ਲੈ ਲਿਆ ਹੀ ਮਜ਼ਾ, ਅਗਾਂਹ ਤੋਂ ਹੋਸ਼ ਨਾਲ ਗੱਲ ਕਰੀਂ। ਟੌਮ ਉਸ ਦਿਨ ਕਾਫੀ ਦੇਰ ਨਾਲ ਘਰ ਪਹੁੰਚਿਆ। ਉਹ ਬਾਰੀ ਵਿੱਚੋਂ ਛਾਲ ਮਾਰ ਕੇ ਅੰਦਰ ਜਾਣ ਹੀ ਲੱਗਾ ਸੀ ਕਿ ਚਾਚੀ ਦੀ ਉਸ 'ਤੇ ਨਜ਼ਰ ਪੈ ਗਈ। ਟੌਮ ਦੇ ਲੀਰੋ-ਲੀਰੀ ਹੋਏ ਕੱਪੜੇ ਵੇਖ ਕੇ ਉਹਨੂੰ ਬੜਾ ਕ੍ਰੋਧ ਆਇਆ ਤੇ ਉਹਨੇ ਫੈਸਲਾ ਕੀਤਾ ਕਿ ਸ਼ਨਿਚਰਵਾਰ ਵਾਲੇ ਦਿਨ ਉਹਨੂੰ ਛੁੱਟੀ ਦੇਣ ਦੀ ਥਾਂ ਸਾਰਾ ਦਿਨ ਕੰਮ 'ਤੇ ਡਾਹ ਦਿੱਤਾ ਜਾਏਗਾ। ਅਗਲੇ ਦਿਨ ਸ਼ਨਿਚਰਵਾਰ ਮੌਸਮ ਬੜਾ ਸੁਹਾਵਣਾ ਸੀ ਤੇ ਬੱਚੇ ਸੈਰ ਸਪਾਟੇ ਲਈ ਬਾਹਰ ਨਿਕਲੇ ਹੋਏ ਸਨ। ਟੌਮ ਸਫੇਦੇ ਦੀ ਭਰੀ ਬਾਲਟੀ ਚੁੱਕੀ ਬਾਹਰ ਨਿਕਲਿਆ। ਉਹਨੂੰ 30 ਗਜ਼ ਲੰਮੀ ਤੇ 3 ਗਜ਼ ਉੱਚੀ ਬਾਗ ਦੀ ਸਾਹਮਣੀ ਕੰਧ 'ਤੇ ਰੰਗ ਕਰਨ ਦੀ ਸਜ਼ਾ ਮਿਲੀ ਸੀ। ਇੰਨਾ ਕੰਮ ਵੇਖ ਕੇ ਉਹਦਾ ਦਿਲ ਬੈਠ ਗਿਆ। ਠੰਡਾ ਹੌਕਾ ਲੈ ਕੇ ਉਹਨੇ ਬੁਰਸ਼ ਨੂੰ ਬਾਲਟੀ ਵਿੱਚ ਡੁਬੋਇਆ ਤੇ ਸਭ ਤੋਂ ਉੱਪਰ ਵਾਲੀ ਫੱਟੀ 'ਤੇ ਰੰਗ ਫੇਰਨਾ ਸ਼ੁਰੂ ਕਰਤਾ। ਉਹਨੇ 1 ਵਾਰੀ, 2 ਵਾਰੀ, 3 ਵਾਰੀ ਬੁਰਸ਼ ਫੇਰਿਆ ਤੇ ਫਿਰ ਦੂਰ ਹੋ ਕੇ ਵੇਖਣ ਲੱਗਾ ਕਿ ਕਿੰਨਾ ਕੁ ਕੰਮ ਮੁੱਕਿਆ ਹੈ। ਇਹ ਸਾਰਾ ਕੰਮ ਪਹਾੜ ਦੇ ਮੁਕਾਬਲੇ ਵਿੱਚ ਕੀੜੀ ਤੁਲ ਸੀ। ਇਹ ਵੇਖ ਕੇ ਉਹਦਾ ਹੌਸਲਾ ਪਸਤ ਹੋ ਗਿਆ ਤੇ ਉਹ ਚੁੱਪਚਾਪ ਕਰਕੇ ਲਾਗੇ ਪਏ ਇੱਕ ਬੈਂਚ 'ਤੇ ਬੈਠ ਗਿਆ। ਇਤਨੇ ਚਿਰ ਵਿੱਚ ਉਹਨੂੰ ਕੁਝ ਦੂਰ ਆਪਣੀ ਵੱਲ ਆ ਰਹੇ ਪਿੰਡ ਦੇ ਕੁਝ ਮੁੰਡੇ ਦਿਸੇ। ਉਹਨੂੰ ਇਸ ਗੱਲ ਦਾ ਡਰ ਸੀ ਕਿ ਛੁੱਟੀ ਵਾਲੇ ਦਿਨ ਕੰਮ ਕਰਦਿਆਂ ਵੇਖ ਕੇ ਕਿਤੇ ਉਹ ਇਸ ਦਾ ਹੱਥ ਠੱਠਾ ਨਾ ਉਠਾਉਣ, ਸੋ ਉਹਨੇ ਆਪਣੀ ਜੇਬ ਵਿੱਚ ਇਕੱਠਾ ਕੀਤਾ ਸਾਰਾ ਮਾਲ ਮੱਤਾ ਕੱਢਿਆ, ਟੁੱਟੇ ਭੱਜੇ ਖਿਡੌਣੇ, ਗੀਟੇ ਤੇ ਹੋਰ ਨਿਕਸੁਕ। ਪਰ ਇਹਨਾਂ ਦੇ ਬਦਲੇ ਉਹ ਅੱਧੇ ਘੰਟੇ ਦੀ ਆਜ਼ਾਦੀ ਵੀ ਨਹੀਂ ਸੀ ਮੁੱਲ ਖਰੀਦ ਸਕਦਾ। ਉਹਨੂੰ ਅਚਾਨਕ ਇੱਕ ਤਦਬੀਰ ਸੁੱਝੀ। ਉਹਨੇ ਇੰਜ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਕੰਮ ਵਿੱਚ ਇਤਨੀ ਦਿਲਚਸਪੀ ਲੈ ਰਿਹਾ ਹੈ ਕਿ ਉਹਨੂੰ ਦੁਨੀਆ ਦੀ ਖਬਰ ਸੂਰਤ ਹੀ ਨਹੀਂ। ਪਹਿਲਾਂ ਇੱਕ ਲੜਕਾ ਬੈਨ ਰੋਜ਼ਰਸ ਉਹਦੇ ਲਾਗਿਓਂ ਲੰਘਿਆ। ਉਹ ਆਪਣੇ ਹੱਥ ਵਿੱਚ ਫੜੇ ਇੱਕ ਸੇਬ ਨੂੰ ਚੱਕ ਮਾਰ ਰਿਹਾ ਸੀ, ਪਰ ਟੌਮ ਨੇ ਉਹਦੀ ਵੱਲ ਨਜ਼ਰ ਫੇਰ ਕੇ ਵੀ ਨਾ ਤੱਕਿਆ। ਬੈਨ ਕੁਝ ਚਿਰ ਉਹਦੀ ਵੱਲ ਵੇਖਦਾ ਰਿਹਾ ਤੇ ਫਿਰ ਕਹਿਣ ਲੱਗਾ, ਬੜਾ ਮਸਤ ਹੋਇਆ ਹੈ ਕੰਮ ਵਿੱਚ। ਅੱਗੋਂ ਟੌਮ ਨੇ ਕੋਈ ਉੱਤਰ ਨਾ ਦਿੱਤਾ ਤੇ ਉਹਨੇ ਇੱਕ ਤਜਰਬੇਕਾਰ ਕਲਾਕਾਰ ਵਾਂਗ ਆਪਣੇ ਕੀਤੇ ਕੰਮ ਨੂੰ ਜ਼ਰਾ ਦੂਰੋਂ ਹੋ ਕੇ ਨਜ਼ਰ ਫੇਰੀ ਤੇ ਫਿਰ ਆਪਣੇ ਬੁਰਸ਼ ਨਾਲ ਇੱਕ ਹੋਰ ਲੀਕ ਲਾਈ, ਜਿਵੇਂ ਕੋਈ ਕਲਾਕਾਰ ਆਪਣੇ ਮਨ ਦੀ ਨਿਰਾਕਾਰ ਤਸਵੀਰ ਨੂੰ ਸਾਕਾਰ ਰੂਪ ਦੇਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਸੇਬ ਨੂੰ ਵੇਖ ਕੇ ਟੌਮ ਦੇ ਮੂੰਹ ਵਿੱਚ ਪਾਣੀ ਆ ਗਿਆ, ਪਰ ਫਿਰ ਵੀ ਉਹ ਆਪਣਾ ਕੰਮ ਕਰਦਾ ਹੀ ਰਿਹਾ। ਬੈਨ, ਯਾਰ ਤੂੰ ਕੰਮ ਵਿੱਚ ਇੰਜ ਮਸਤ ਹੈ ਕਿ ਦੀਨ ਦੁਨੀਆ ਦੀ ਖਬਰ ਹੀ ਨਹੀਂ। ਟੌਮ, ਬੈਨ ਮੈਂ ਤਾਂ ਤੈਨੂੰ ਵੇਖਿਆ ਹੀ ਨਹੀਂ। ਬੈਨ, ਮੈਂ ਤਾਂ ਨਦੀ 'ਤੇ ਨਹਾਉਣ ਚੱਲਿਆ, ਤੂੰ ਚੱਲਣਾ ਹੀ, ਪਰ ਤੂੰ ਤਾਂ ਕੰਮ ਕਰ ਰਿਹਾ ਹੈ। ਟੌਮ, ਤੂੰ ਕੰਮ ਕਿਸ ਨੂੰ ਸਮਝਦਾ ਹੈ? ਬੈਨ, ਜੋ ਤੂੰ ਕਰ ਰਿਹਾ ਹੈ। ਟੌਮ ਰੰਗ ਕਰਦਾ ਹੋਇਆ ਬੜੀ ਬੇਪਰਵਾਹੀ ਨਾਲ ਬੋਲਿਆ, ਕੰਮ ਹੈ ਵੀ ਤੇ ਹੈ ਵੀ ਨਹੀਂ। ਮੈਨੂੰ ਕੇਵਲ ਇੰਨਾ ਪਤਾ ਹੈ ਕਿ ਇਹ ਮੈਨੂੰ ਪਸੰਦ ਹੈ ਤੇ ਇਹੋ ਜਿਹਾ ਕੰਮ ਕਰਨ ਦੇ ਹਰ ਰੋਜ਼ ਮੌਕੇ ਥੋੜ੍ਹੀ ਮਿਲਦੇ ਨੇ। ਇਹ ਸੁਣ ਕੇ ਬੈਨ ਕੁਝ ਸੋਚੀ ਪੈ ਗਿਆ ਤੇ ਉਹਨੇ ਸੇਬ ਨੂੰ ਖਾਣਾ ਬੰਦ ਕਰ ਦਿੱਤਾ। ਟੌਮ ਬੜੀ ਮੌਜ ਨਾਲ ਹੌਲੀ-ਹੌਲੀ ਬੁਰਸ਼ ਫੇਰਦਾ ਗਿਆ ਤੇ ਥੋੜ੍ਹੇ-ਥੋੜ੍ਹੇ ਵਕਫੇ ਪਿੱਛੋਂ ਕੁਝ ਦੂਰ ਹੋ ਕੇ ਉਸ 'ਤੇ ਨਜ਼ਰ ਫੇਰ ਲੈਂਦਾ। ਬੈਨ ਉਹਦੀਆਂ ਹਰਕਤਾਂ ਨੂੰ ਬੜੀ ਦਿਲਚਸਪੀ ਨਾਲ ਵੇਖਦਾ ਰਿਹਾ ਤੇ ਕਹਿਣ ਲੱਗਾ, ਟੌਮ ਮੈਨੂੰ ਵੀ ਥੋੜ੍ਹਾ ਜਿਹਾ ਰੰਗ ਕਰ ਲੈਂਦੇ। ਟੌਮ ਨੇ ਉਸ ਦੀ ਬੇਨਤੀ 'ਤੇ ਥੋੜ੍ਹਾ ਚਿਰ ਸੋਚਿਆ। ਉਹ ਮੰਨਣ ਹੀ ਲੱਗਾ ਸੀ ਕਿ ਉਹਨੇ ਮਨ ਬਦਲ ਲਿਆ ਤੇ ਕਹਿਣ ਲੱਗਾ, ਨਹੀਂ, ਚਾਚੀ ਨੇ ਕਿਹਾ ਸੀ ਕਿ ਕੰਮ ਬੜੇ ਧਿਆਨ ਨਾਲ ਕਰਨ ਵਾਲਾ ਹੈ। ਮੇਰਾ ਨਹੀਂ ਖਿਆਲ ਕਿ ਮੈਥੋਂ ਸਿਵਾ ਕੋਈ ਵੀ ਇਹਨੂੰ ਚੰਗੀ ਤਰ੍ਹਾਂ ਕਰ ਸਕੇ। ਬੈਨ, 1 ਮਿੰਟ ਮੈਨੂੰ ਕਰਕੇ ਵੇਖ ਲੈਂਦੇ। ਜੇ ਮੈਂ ਤੇਰੀ ਥਾਂ ਹੁੰਦਾ ਤਾਂ ਜ਼ਰੂਰ ਕਰ ਲੈਣ ਦਿੰਦਾ। ਟੌਮ, ਬੈਨ ਮੈਂ ਤੇਰੀ ਗੱਲ ਜ਼ਰੂਰ ਮੰਨ ਲੈਂਦਾ, ਪਰ ਇਹ ਕੰਮ ਚਾਚੀ ਨੇ ਜਿਮ ਨੂੰ ਵੀ ਨਹੀਂ ਦਿੱਤਾ ਕਰਨ ਨੂੰ, ਭਾਵੇਂ ਉਹਦੇ ਕਿੰਨੇ ਹੀ ਤਰਲੇ ਕੀਤੇ ਸਨ। ਬੁਰਸ਼ ਮੈਂ ਤੈਨੂੰ ਦੇ ਤਾਂ ਦੇਵਾਂ, ਪਰ ਪਤਾ ਨਹੀਂ ਚਾਚੀ ਨੂੰ ਕੰਮ ਪਸੰਦ ਆਏ ਕਿ ਨਾ। ਜਿਮ ਵੇਖੀ ਤਾਂ ਸਹੀ, ਇਸ ਤੋਂ ਵੀ ਵਧੀਆ ਹੋਏਗਾ। ਮੈਂ ਤੈਨੂੰ ਆਪਣਾ ਅੱਧਾ ਸੇਬ ਦਿੰਦਾ ਹਾਂ, ਕੁਝ ਚਿਰ ਮੈਨੂੰ ਰੰਗ ਕਰ ਲੈਂਦੇ। ਟੌਮ, ਅੱਛਾ ਲੈ, ਪਰ ਨਹੀਂ ਬੈਨ ਮੈਨੂੰ ਡਰ ਲੱਗਦਾ ਹੈ। ਜਿਮ ਚੱਲ ਸਾਰਾ ਸੇਬ ਲੈ ਲਈ। ਟੌਮ ਨੇ ਬੁਰਸ਼ ਬੈਨ ਦੇ ਹੱਥ ਵਿੱਚ ਫੜਾ ਦਿੱਤਾ ਤੇ ਉਹ ਪਸੀਨੋ ਪਸੀਨੀ ਹੋਇਆ ਰੰਗ ਕਰਦਾ ਰਿਹਾ ਤੇ ਟੌਮ ਲਾਗੇ ਹੀ ਇੱਕ ਡਰਮ 'ਤੇ ਬੈਠਾ ਮਜ਼ੇ ਸੇਬ ਚੱਖਦਾ ਰਿਹਾ ਤੇ ਉੱਥੋਂ ਲੰਘਣ ਵਾਲੇ ਹੋਰ ਮੁੰਡਿਆਂ ਨੂੰ ਅੜੰਬਨ ਦੀਆਂ ਵਿਉਂਤਾਂ ਬਣਾਉਂਦਾ ਰਿਹਾ। ਹੌਲੀ-ਹੌਲੀ ਬਹੁਤ ਸਾਰੇ ਮੁੰਡੇ ਉੱਥੋਂ ਲੰਘਦੇ ਰਹੇ। ਪਹਿਲਾਂ ਤਾਂ ਉਹ ਵੀ ਜਿਮ ਵਾਂਗ ਮਖੌਲ ਉਡਾਉਂਦੇ ਰਹੇ, ਪਰ ਪਿੱਛੋਂ ਉਹਦੀ ਚਾਲ ਵਿੱਚ ਫਸਦੇ ਰਹੇ। ਜਦ ਬੈਨ ਥੱਕ ਗਿਆ ਤਾਂ ਟੌਮ ਨੇ ਬਿਲ ਫਿਸ਼ਰ ਕੋਲੋਂ ਇੱਕ ਖਿਡੌਣਾ ਲੈ ਕੇ ਕੰਮ ਉਹਨੂੰ ਸੌਂਪ ਦਿੱਤਾ। ਇਸ ਪਿੱਛੋਂ ਉਹਨੇ ਜੌਨੀ ਮਿਲਰ ਕੋਲੋਂ ਇੱਕ ਮਰਿਆ ਹੋਇਆ ਰੱਸੀ ਨਾਲ ਬੰਨਿਆ ਚੂਹਾ ਲੈ ਕੇ ਕੰਮ ਉਹਨੂੰ ਸੌਂਪ ਦਿੱਤਾ। ਇਸ ਤਰ੍ਹਾਂ ਕੰਧ ਨੂੰ ਰੰਗ ਕਰਨ ਦਾ ਕੰਮ ਰਵਾਂ ਰਵੀ ਹੁੰਦਾ ਰਿਹਾ। ਦੁਪਹਿਰ ਤੱਕ ਟੌਮ ਪਾਸ ਖੇਡਣ ਵਾਲੀਆਂ ਚੀਜ਼ਾਂ ਦਾ ਇੱਕ ਢੇਰ ਲੱਗ ਗਿਆ। ਉੱਪਰ ਲਿਖੀਆਂ ਚੀਜ਼ਾਂ ਤੋਂ ਇਲਾਵਾ ਉਸ ਪਾਸ 12 ਗੀਟੇ, ਸੁਰਮੰਡਲ ਦਾ ਇੱਕ ਹਿੱਸਾ, ਨੀਲੇ ਸ਼ੀਸ਼ੇ ਦਾ ਟੁਕੜਾ, ਇੱਕ ਜੰਗਾਲੀ ਹੋਈ ਚਾਬੀ, ਚੌਕ ਦਾ ਇੱਕ ਟੁਕੜਾ, ਬੋਤਲ ਦਾ ਢੱਕਣ, ਡੱਡੂ ਦੇ 2 ਬੱਚੇ, ਇੱਕ ਕਾਣਾ ਬਲੂੰਗੜਾ, ਬੂਹੇ ਦੀ ਹੱਥੀ, ਕੁੱਤੇ ਦਾ ਪਟਾ, ਚਾਕੂ ਦੀ ਮੁੱਠ, ਸੰਤਰੇ ਦੇ 4 ਛਿੱਲੜ ਇਕੱਠੇ ਹੋ ਗਏ। ਟੌਮ ਦੇ ਵਿਹਲੇ ਬੈਠਿਆਂ ਹੀ ਕੰਧ ਨੂੰ ਰੰਗ ਦੇ 3 ਕੋਟ ਹੋ ਗਏ। ਜੇ ਕਿਤੇ ਰੰਗ ਖਤਮ ਨਾ ਹੋ ਜਾਂਦਾ ਤਾਂ ਟੌਮ ਨੇ ਪਿੰਡ ਦੇ ਸਾਰੇ ਮੁੰਡਿਆਂ ਦੀਆਂ ਚੀਜ਼ਾਂ ਅੜੁੰਬ ਲਈਆਂ ਹੁੰਦੀਆਂ।
ਕੰਮ ਮੁੱਕਣ ਪਿੱਛੋਂ ਆਪਣੀ ਚਾਚੀ ਪਾਸ ਦੌੜਦਾ ਹੋਇਆ ਗਿਆ ਤੇ ਕਹਿਣ ਲੱਗਾ, ਚਾਚੀ ਕੀ ਹੁਣ ਮੈਂ ਖੇਡ ਆਵਾਂ? ਚਾਚੀ ਕਿੰਨਾ ਕੁ ਕੰਮ ਮੁੱਕਿਆ ਹੈ? ਟੌਮ ਸਾਰਾ। ਚਾਚੀ ਟੌਮ, ਮੈਂ ਤੈਨੂੰ ਕਈ ਵਾਰ ਸਮਝਾਇਆ ਹੈ ਕਿ ਝੂਠ ਬੋਲਣ ਦੀ ਆਦਤ ਛੱਡ ਦੇ। ਟੌਮ, ਮੈਂ ਝੂਠ ਨਹੀਂ ਬੋਲਦਾ, ਸੱਚਮੁੱਚ ਸਾਰੀ ਕੰਧ 'ਤੇ ਰੰਗ ਹੋ ਗਿਆ ਹੈ। ਚਾਚੀ ਉੱਠ ਕੇ ਟੌਮ ਦਾ ਸੱਚ ਝੂਠ ਵੇਖਣ ਲਈ ਆਪ ਬਾਹਰ ਆਈ। ਉਹਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਹਨੇ ਵੇਖਿਆ ਕਿ ਸਾਰੀ ਦੀ ਸਾਰੀ ਕੰਧ ਲਿਸ਼ਕ ਰਹੀ ਹੈ। ਚਾਚੀ, ਮੈਨੂੰ ਨਹੀਂ ਸੀ ਯਕੀਨ ਆਉਂਦਾ। ਮੈਂ ਵੇਖਿਆ ਕਿ ਕੰਮ ਕਰਨ ਨੂੰ ਤੇਰਾ ਜੀਅ ਨਾ ਹੋਵੇ, ਤੂੰ ਸਹੀ ਕਰ ਲੈਂਦਾ ਹੈ। ਚਾਚੀ ਨੇ ਖੁਸ਼ ਹੋ ਕੇ ਟੌਮ ਨੂੰ ਅਲਮਾਰੀ ਵਿੱਚੋਂ ਖਾਣ ਲਈ ਇੱਕ ਵੱਡਾ ਸਾਰਾ ਸੇਬ ਦਿੱਤਾ। ਟੌਮ ਸੇਬ ਲੈਂਦਿਆਂ ਹੀ ਘਰੋਂ ਫੁੱਟ ਗਿਆ। ਸੋਮਵਾਰ ਸਵੇਰੇ ਟੌਮ ਬੜਾ ਦੁਖੀ ਸੀ। ਹਰ ਸੋਮਵਾਰ ਵਾਲੇ ਦਿਨ ਉਹਦਾ ਇਹੋ ਹੀ ਹਾਲ ਹੁੰਦਾ ਸੀ, ਕਿਉਂਕਿ ਸੋਮਵਾਰ ਤੋਂ ਲੈ ਕੇ ਸਾਰਾ ਹਫ਼ਤਾ ਉਹਨੂੰ ਸਕੂਲ ਜਾਣਾ ਪੈਂਦਾ ਸੀ। ਟੌਮ ਸੋਚ ਰਿਹਾ ਸੀ ਕਿ ਕਾਸ਼ ਉਹ ਬਿਮਾਰ ਹੁੰਦਾ ਤੇ ਸਕੂਲ ਜਾਣੋਂ ਬਚ ਜਾਂਦਾ। ਅਚਾਨਕ ਉਹਨੂੰ ਇੱਕ ਖਿਆਲ ਆਇਆ ਤੇ ਉਹਨੇ ਕੁਰਲਾਉਣਾ ਸ਼ੁਰੂ ਕਰ ਦਿੱਤਾ, ਪਰ ਉਹਨੇ ਸੋਚਿਆ ਕਿ ਚਾਚੀ ਨੂੰ ਉਹਦੀ ਬਹਾਨਾਬਾਜ਼ੀ ਦਾ ਪਤਾ ਲੱਗ ਜਾਣਾ ਹੈ, ਇਸ ਲਈ ਉਹ ਚੁੱਪ ਕਰ ਗਿਆ। ਫਿਰ ਉਹਨੂੰ ਇੱਕ ਹੋਰ ਗੱਲ ਯਾਦ ਆਈ। ਉਹਨੇ ਡਾਕਟਰ ਨੂੰ ਇੱਕ ਵਾਰ ਇੱਕ ਦਵਾਈ ਬਾਰੇ ਦੱਸਦਿਆਂ ਸੁਣਿਆ ਸੀ ਕਿ ਜੇ ਉਹ ਦਵਾਈ ਖਾ ਲਈ ਜਾਏ ਤਾਂ ਮਨੁੱਖ 3 ਹਫ਼ਤੇ ਲਈ ਤਾਂ ਜ਼ਰੂਰ ਮੰਜੇ 'ਤੇ ਪੈ ਜਾਂਦਾ ਹੈ। ਇਸ ਬਿਮਾਰੀ ਨਾਲ ਪੈਰ ਦੀ ਉਂਗਲੀ ਨਕਾਰੀ ਹੋ ਜਾਂਦੀ ਹੈ। ਸੋ ਉਹਨੇ ਪੈਰ ਦਾ ਅੰਗੂਠਾ ਬੂਟ ਵਿੱਚੋਂ ਕੱਢ ਕੇ ਵੇਖਿਆ। ਇਹ ਬਹਾਨਾ ਸੋਚਦਿਆਂ ਹੀ ਉਹ ਫਿਰ ਉੱਚੀ ਉੱਚੀ ਚਾਂਗਰਾ ਮਾਰਨ ਲੱਗ ਪਿਆ ਤੇ ਸਾਰਾ ਘਰ ਸਿਰ 'ਤੇ ਚੁੱਕ ਲਿਆ। ਉਹਦੀਆਂ ਚਾਂਗਰਾਂ ਸੁਣ ਕੇ ਲਾਗੇ ਹੀ ਸੁੱਤੇ ਹੋਏ ਸਿਡ ਦੀ ਅੱਖ ਖੁੱਲ੍ਹ ਗਈ। ਉਹਨੇ ਉਬਾਸੀ ਲਈ ਤੇ ਫਿਰ ਇੱਕ ਫਰਾਟਾ ਮਾਰ ਕੇ ਅਰਕਾਂ ਪਾਰ ਉੱਠ ਕੇ ਬੈਠ ਗਿਆ ਤੇ ਟੌਮ ਵੱਲ ਟਿਕਟਿਕੀ ਲਾ ਕੇ ਵੇਖਣ ਲੱਗ ਪਿਆ। ਪਰ ਟੌਮ ਉੱਚੀ ਉੱਚੀ ਚਾਂਗਰਾ ਮਾਰਦਾ ਹੀ ਰਿਹਾ। ਸਿਡ ਨੇ ਉਹਨੂੰ ਹਲੂਣਾ ਦਿੰਦਿਆਂ ਕਿਹਾ, ਕੀ ਗੱਲ ਏ ਟੌਮ? ਅੱਗੋਂ ਟੌਮ ਨੇ ਬੜੀ ਦਰਦਨਾਕ ਚੀਕ ਮਾਰਦਿਆਂ ਕਿਹਾ, ਨਾ ਕਰ, ਮੇਰੀ ਪੀੜ ਨਾਲ ਜਾਨ ਨਿਕਲ ਰਹੀ ਹੈ। ਸਿਡ ਦੱਸ ਤਾਂ ਸਹੀ, ਗੱਲ ਕੀ ਹੈ? ਮੈਂ ਹੁਣੇ ਚਾਚੀ ਨੂੰ ਬੁਲਾਉਂਦਾ। ਟੌਮ, ਨਹੀਂ, ਆਪੇ ਆਰਾਮ ਆ ਜਾਏਗਾ, ਕਿਸੇ ਨੂੰ ਨਾ ਸੱਦੀ। ਸਿਡ, ਟੌਮ ਇਸ ਤਰ੍ਹਾਂ ਨਾ ਕੁਰਲਾ, ਮੈਂ ਹੁਣੇ ਹੀ ਸੱਦਾਂ। ਤੇਰੀ ਤਕਲੀਫ ਮੈਥੋਂ ਸਹਾਰੀ ਨਹੀਂ ਜਾਂਦੀ। ਇਹ ਪੀੜ ਕਦੋਂ ਸ਼ੁਰੂ ਹੋਈ ਸੀ? ਟੌਮ, ਕਈ ਘੰਟੇ ਹੋ ਗਏ ਨੇ। ਸਿਡ, ਮੈਨੂੰ ਨਾ ਹਿਲਾ। ਸਿਡ, ਤੂੰ ਤਾਂ ਹਿਲਾ ਕੇ ਮੇਰੀ ਜਾਨ ਹੀ ਕੱਢ ਰਿਹਾ ਹੈ। ਸਿਡ, ਤੂੰ ਮੈਨੂੰ ਪਹਿਲਾਂ ਜਗਾਇਆ ਕਿਉਂ ਨਹੀਂ? ਟੌਮ, ਤੇਰੀ ਕੁਰਲਾਹਟ ਸੁਣ ਕੇ ਮੇਰਾ ਸਾਰਾ ਸਰੀਰ ਕੰਬ ਜਾਂਦਾ ਹੈ। ਟੌਮ, ਮੈਨੂੰ ਮੁਆਫ਼ ਕਰ ਦੇ। ਸਿਡ ਕੁਰਲਾਉਂਦਾ ਹੈ, ਜਦ ਮੈਂ ਇਸ ਸੰਸਾਰ ਵਿੱਚੋਂ। ਸਿਡ, ਟੌਮ, ਤੂੰ ਤੁਰ ਚੱਲਿਆ ਹੈ। ਪਿਆਰੇ ਟੌਮ, ਤੂੰ ਸਾਨੂੰ ਸਦਾ ਲਈ ਵਿਛੋੜਾ ਦੇ ਚੱਲਿਆ ਹੈ। ਨਾ ਇਸ ਤਰ੍ਹਾਂ ਨਾ ਕੁਰਲਾ ਹੋ ਸਕਦਾ ਹੈ। ਟੌਮ, ਤੇ ਮਰੇ ਪਿੱਛੋਂ ਮੇਰੀ ਕਾਣੀ ਬਿੱਲੀ ਉਸ ਲੜਕੀ ਨੂੰ ਦੇ ਦੇਵੀਂ ਤੇ ਉਹਨੂੰ ਕਹੀਂ। ਇਤਨੇ ਨੂੰ ਸਿਡ ਕੱਪੜੇ ਪਾ ਕੇ ਥੱਲੇ ਚਲਾ ਗਿਆ। ਉਹਨੇ ਚਾਚੀ ਨੂੰ ਕਿਹਾ, ਚਾਚੀ ਜਲਦੀ ਆ, ਟੌਮ ਆਖਰੀ ਦਮਾਂ 'ਤੇ। ਚਾਚੀ, ਕੀ ਕਿਹਾ ਆਖਰੀ ਦਮਾਂ 'ਤੇ? ਸਿਡ, ਹਾਂ, ਗੱਲ ਕਰਨ ਦਾ ਸਮਾਂ ਨਹੀਂ, ਜਲਦੀ ਆ। ਚਾਚੀ, ਇਹ ਬਿਲਕੁਲ ਝੂਠ ਹੈ, ਮੈਂ ਨਹੀਂ ਮੰਨਦੀ। ਪਰ ਫਿਰ ਵੀ ਉਹ ਬੜੀ ਕਾਲੀ ਕਾਲੀ ਕੋਠੇ 'ਤੇ ਆਈ। ਟੌਮ ਨੂੰ ਇਸ ਹਾਲਤ ਵਿੱਚ ਵੇਖ ਕੇ ਉਸ ਦਾ ਰੰਗ ਵੀ ਪੀਲਾ ਪੂਖ ਹੋ ਗਿਆ ਤੇ ਉਹਦੇ ਬੁੱਲ੍ਹ ਕੰਬਣ ਲੱਗ ਪਏ। ਚਾਚੀ, ਕੀ ਗੱਲ ਹੈ ਟੌਮ? ਟੌਮ, ਚਾਚੀ ਮੈਂ ਚੱਲਿਆ ਹੀ। ਚਾਚੀ, ਬੇਟਾ ਦੱਸ ਤਾਂ ਸਹੀ, ਕੀ ਗੱਲ ਹੈ? ਕੁਝ ਬੋਲ ਤਾਂ ਸਹੀ। ਟੌਮ, ਚਾਚੀ ਕੀ ਦੱਸਾਂ, ਮੇਰਾ ਅੰਗੂਠਾ ਚੀਸਾਂ ਮਾਰਿਆ ਹੈ। ਚਾਚੀ ਲਾਗੇ ਦੀ ਕੁਰਸੀ 'ਤੇ ਬੈਠ ਗਈ, ਥੋੜ੍ਹਾ ਜਿਹਾ ਹੱਸੀ ਤੇ ਫਿਰ ਰੋਈ। ਆਖਰ ਕਹਿਣ ਲੱਗੀ, ਟੌਮ, ਤੂੰ ਤਾਂ ਮੇਰੀ ਜਾਨ ਹੀ ਕੱਢ ਲਈ ਸੀ। ਮੈਂ ਤੇਰੀਆਂ ਸਭ ਚਲਾਕੀਆਂ ਜਾਣਦੀ ਹਾਂ। ਭਲਾ ਮਾਨਸ ਬਣ ਕੇ ਨਿਕਲਾ ਬਾਹਰ ਬਿਸਤਰੇ 'ਚੋਂ। ਇਹਨਾਂ ਸ਼ਬਦਾਂ ਨਾਲ ਹੀ ਟੌਮ ਦੀ ਕੁਰਲਾਹਟ ਵੀ ਇੱਕਦਮ ਬੰਦ ਹੋ ਗਈ ਤੇ ਪੀੜ ਵੀ ਗਾਇਬ ਹੋ ਗਈ। ਟੌਮ ਸ਼ਰਮਿੰਦਾ ਜਿਹਾ ਹੋ ਕੇ ਕਹਿਣ ਲੱਗਾ, ਸੱਚਮੁੱਚ ਮੈਨੂੰ ਇੰਨੀ ਪੀੜ ਹੋਈ ਸੀ ਕਿ ਮੈਨੂੰ ਆਪਣੇ ਦੰਦਾਂ ਦਾ ਧਿਆਨ ਹੀ ਨਹੀਂ ਰਿਹਾ। ਚਾਚੀ, ਕੀ ਹੋਇਆ ਤੇਰੇ ਦੰਦਾਂ ਨੂੰ? ਟੌਮ ਹਿਲਦਾ ਪਿਆ ਹੈ ਤੇ ਇੰਨੀ ਸਖਤ ਪੀੜ ਹੋ ਰਹੀ ਹੈ ਕਿ ਮੈਥੋਂ ਬੋਲਿਆ ਤੱਕ ਨਹੀਂ ਜਾਂਦਾ। ਚਾਚੀ, ਚਾਂਗਰਾਂ ਮਾਰਨੀਆਂ ਬੰਦ ਕਰ ਤੇ ਮੂੰਹ ਖੋਲ। ਹਾਂ, ਤੇਰਾ ਦੰਦ ਜ਼ਰੂਰ ਹਿਲਦਾ ਹੈ, ਪਰ ਇਸ ਨਾਲ ਤੂੰ ਮਰਦਾ ਨਹੀਂ, ਫਿਕਰ ਨਾ ਕਰ। ਟੌਮ, ਚਾਚੀ ਇਹਨੂੰ ਨਾ ਛੇੜੀ, ਮੈਨੂੰ ਪੀੜ ਨਹੀਂ ਹੁੰਦੀ, ਮੈਂ ਸਕੂਲ ਜਾਵਾਂਗਾ, ਪਰ ਇਹਨੂੰ ਕੱਢੀ ਨਾ। ਬੁੱਢੀ ਚਾਚੀ ਨੇ ਰੇਸ਼ਮ ਦਾ ਧਾਗਾ ਲਿਆ ਤੇ ਉਸਦਾ ਇੱਕ ਪਾਸਾ ਹਿੱਲੇ ਦੰਦ ਨਾਲ ਤੇ ਦੂਜਾ ਪਾਸਾ ਮੰਜੇ ਦੇ ਪਾਵੇ ਨਾਲ ਕੱਸ ਕੇ ਬੰਨ੍ਹ ਦਿੱਤਾ। ਇਸ ਪਿੱਛੋਂ ਉਹਨੇ ਚੋਹ ਲੈ ਕੇ ਟੌਮ ਦੇ ਮੂੰਹ ਦੇ ਇੰਨਾ ਨੇੜੇ ਲੈ ਆਂਦਾ ਕਿ ਉਹਨੇ ਘਬਰਾਹਟ ਨਾਲ ਭੁੜਕ ਕੇ ਮੰਜੇ ਤੋਂ ਛਾਲ ਕੱਢ ਮਾਰੀ ਤੇ ਉਹਦਾ ਦੰਦ ਨਿਕਲ ਕੇ ਮੰਜੇ ਨਾਲ ਲਟਕਣ ਲੱਗ ਪਿਆ। ਸਵੇਰ ਦਾ ਨਾਸ਼ਤਾ ਕਰਨ ਪਿੱਛੋਂ ਜਦ ਟੌਮ ਹੌਲੀ ਹੌਲੀ ਸਕੂਲ ਜਾ ਰਿਹਾ ਸੀ ਤਾਂ ਉਹਨੂੰ ਰਾਹ ਵਿੱਚ ਪਿੰਡ ਦੇ ਸ਼ਰਾਬੀ ਦਾ ਮੁੰਡਾ ਹੱਕਲਬੇਰੀ ਫਿੰਨ ਮਿਲਿਆ, ਜੋ ਸਾਰਾ ਦਿਨ ਵਿਹਲਾ ਫਿਰਦਾ ਰਹਿੰਦਾ ਸੀ ਤੇ ਸ਼ਰਾਰਤ ਤੋਂ ਸਿਵਾ ਉਹਨੂੰ ਹੋਰ ਕੁਝ ਵੀ ਨਹੀਂ ਸੁੱਝਦਾ ਸੀ। ਬਾਹਰਲੀ ਬਾਰੀ ਖੋਲ੍ਹੀ ਹੈ, ਇਸ ਪਿੱਛੋਂ ਚਾਚੀ ਦੇ ਕਮਰੇ ਦੇ ਪਿਛਵਾੜਿਓਂ ਬੋਤਲ ਦੇ ਡਿੱਗ ਕੇ ਟੁੱਟਣ ਦੀ ਆਵਾਜ਼ ਆਈ। ਇਹ ਆਵਾਜ਼ਾਂ ਸੁਣ ਕੇ ਉਹ ਬਿਜਲੀ ਦੀ ਤੇਜ਼ੀ ਨਾਲ ਉੱਠਿਆ ਤੇ ਮਿੰਟਾਂ ਸਕਿੰਟਾਂ ਵਿੱਚ ਤਿਆਰ ਹੋ ਕੇ ਬਾਰੀ ਵਿੱਚੋਂ ਬਾਹਰ ਨਿਕਲ ਗਿਆ। ਕੁਝ ਦੂਰ ਹੱਕਲਬੇਰੀ ਆਕੜੀ ਹੋਈ ਬਿੱਲੀ ਹੱਥ ਵਿੱਚ ਫੜੀ ਟੌਮ ਨੂੰ ਉਡੀਕ ਰਿਹਾ ਸੀ। ਜਲਦੀ ਹੀ ਦੋਵੇਂ ਜਣੇ ਰਾਤ ਦੇ ਹਨੇਰੇ ਵਿੱਚ ਅਲੋਪ ਹੋ ਗਏ ਤੇ ਅੱਧੇ ਘੰਟੇ ਵਿੱਚ ਹੀ ਕਬਰਿਸਤਾਨ ਵਿੱਚ ਪਹੁੰਚ ਗਏ। ਇਹ ਪਿੰਡ ਤੋਂ 1.5 ਮੀਲ ਦੀ ਵਿੱਥ ਤੇ ਇੱਕ ਛੋਟੀ ਜਿਹੀ ਪਹਾੜੀ ਤੇ ਸਥਿਤ ਸੀ। ਸਭ ਥਾਂ ਗੋਡੇ ਗੋਡੇ ਘਾਹ ਉੱਗਿਆ ਹੋਇਆ ਸੀ ਤੇ ਕਬਰਾਂ ਘਾਹ ਵਿੱਚ ਲੁਕੀਆਂ ਹੋਈਆਂ ਸਨ। ਹਵਾ ਦੇ ਰੁੱਖਾਂ ਵਿੱਚੋਂ ਲੰਘਣ ਨਾਲ ਛਾਂ-ਛਾਂ ਦੀ ਆਵਾਜ਼ ਆ ਰਹੀ ਸੀ। ਟੌਮ ਨੇ ਸਮਝਿਆ ਕਿ ਇਹ ਰੂਹਾਂ ਦੀ ਆਵਾਜ਼ ਹੈ ਜੋ ਉਹਨਾਂ ਦੇ ਇਸ ਸਮੇਂ ਉੱਥੇ ਆਉਣ 'ਤੇ ਨਾਰਾਜ਼ਗੀ ਪ੍ਰਗਟ ਕਰ ਰਹੀਆਂ ਹਨ।
ਉਹ ਚੁੱਪਚਾਪ ਉਸ ਕਬਰ ਪਾਸ ਪਹੁੰਚੇ ਜਿੱਥੇ ਹੋਸ ਵਿਲੀਅਮ ਉਸ ਦਿਨ ਸਵੇਰੇ ਹੀ ਦਬਾਇਆ ਗਿਆ ਸੀ। ਉਹ ਲਾਗੇ ਹੀ ਇੱਕ ਵੱਡੇ ਸਾਰੇ ਰੁੱਖ ਦੇ ਪਿਛਲੇ ਪਾਸੇ ਲੁਕ ਗਏ। ਕੁਝ ਚਿਰ ਪਿੱਛੋਂ ਟੌਮ ਬੋਲਿਆ, ਹੱਕ ਕੀ ਹੋਸ ਵਿਲੀਅਮ ਸਾਡੀਆਂ ਗੱਲਾਂ ਤਾਂ ਨਹੀਂ ਸੁਣ ਰਿਹਾ? ਹੱਕ ਜ਼ਰੂਰ ਸੁਣ ਰਿਹਾ ਹੋਣਾ ਹੈ। ਕੁਝ ਚਿਰ ਸੋਚ ਕੇ ਟੌਮ ਨੇ ਫਿਰ ਕਿਹਾ, ਮੈਨੂੰ ਮਿਸਟਰ ਹੋਸ ਵਿਲੀਅਮ ਕਹਿਣਾ ਚਾਹੀਦਾ ਸੀ। ਉਹਨੇ ਜ਼ਰੂਰ ਬੁਰਾ ਮਨਾਇਆ ਹੋਣਾ ਹੈ, ਪਰ ਸਾਰੇ ਉਸਨੂੰ ਹੋਸ ਵਿਲੀਅਮ ਹੀ ਕਹਿੰਦੇ ਨੇ ਤੇ ਮੈਂ ਵੀ ਇੰਜ ਹੀ ਕਹਿ ਦਿੱਤਾ। ਹੱਕ, ਮੁਰਦੇ ਇਹੋ ਜਿਹੀਆਂ ਮਾਮੂਲੀ ਗੱਲਾਂ ਦੀ ਪਰਵਾਹ ਨਹੀਂ ਕਰਦੇ। ਕੁਝ ਚਿਰ ਚੁੱਪ ਰਹਿਣ ਪਿੱਛੋਂ ਟੌਮ ਨੇ ਫਿਰ ਕਿਹਾ, ਧਿਆਨ ਨਾਲ ਸੁਣ, ਕਿਸੇ ਦੇ ਗੱਲਾਂ ਕਰਨ ਦੀ ਆਵਾਜ਼ ਨਹੀਂ ਆ ਰਹੀ। ਹੱਕ ਅਤੇ ਟੌਮ ਦੋਵੇਂ ਡਰ ਨਾਲ ਇੱਕ ਦੂਜੇ ਨਾਲ ਚਿਮੜ ਗਏ। ਹੱਕ, ਉਹ ਆ ਗਏ ਨੇ, ਦੱਸ ਕੀ ਕਰੀਏ? ਮੈਂ ਕੀ ਦੱਸਾਂ? ਹੱਕ, ਉਹਨਾਂ ਨੂੰ ਬਿੱਲੀਆਂ ਵਾਂਗ ਹਨੇਰੇ ਵਿੱਚ ਸਭ ਕੁਝ ਦਿਸਦਾ ਹੈ। ਅਸੀਂ ਜ਼ਰੂਰ ਫਸ ਜਾਣਾ ਹੈ। ਦੱਸ ਹੁਣ ਕੀ ਕਰੀਏ? ਟੌਮ, ਉਹਨਾਂ ਸਾਨੂੰ ਕੀ ਕਹਿਣਾ ਹੈ? ਅਸੀਂ ਉਹਨਾਂ ਦਾ ਕੁਝ ਲਿਆ ਹੈ? ਜੇ ਅਸੀਂ ਬਿਲਕੁਲ ਹਿੱਲੀਏ ਜੁਲੀਏ ਨਾ ਤਾਂ ਹੋ ਸਕਦਾ ਹੈ ਉਹਨਾਂ ਦੀ ਸਾਡੇ 'ਤੇ ਨਜ਼ਰ ਹੀ ਨਾ ਪਵੇ। ਹੱਕ, ਮੈਨੂੰ ਤਾਂ ਕੰਬਣੀ ਛਿੜ ਪਈ ਹੈ, ਦੱਸ ਕੀ ਕਰਾਂ? ਟੌਮ, ਜ਼ਰਾ ਕੰਨ ਲਾ ਕੇ ਤਾਂ ਸੁਣ ਸਹੀ ਕਿ ਉਹ ਕੀ ਕਹਿ ਰਹੇ ਨੇ। ਉਹ ਦੋਵੇਂ ਕੰਨ ਲਾ ਕੇ ਸੁਣਨ ਲੱਗ ਪਏ। ਕਬਰਿਸਤਾਨ ਦੇ ਪਰਲੇ ਪਾਸਿਓਂ ਕੁਝ ਕੁਸਰ ਮੁਸਰ ਦੀ ਆਵਾਜ਼ ਆ ਰਹੀ ਸੀ। ਜਲਦੀ ਹੀ ਕੁਝ ਜਣੇ ਲਾਲਟੈਨਾਂ ਪਕੜੀ ਉੱਧਰ ਆ ਰਹੇ ਨਜ਼ਰੀ ਪਏ। ਹੱਕਲਬੈਰੀ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ, ਇਹ ਜ਼ਰੂਰ ਕੋਈ ਭੂਤ ਪ੍ਰੇਤ ਨੇ। ਬਸ ਹੁਣ ਸਾਡਾ ਰੱਬ ਹੀ ਰਾਖਾ ਹੈ। ਟੌਮ, ਤੂੰ ਡਰਦਾ ਕਿਉਂ ਹੈ? ਸਾਨੂੰ ਕੁਝ ਨਹੀਂ ਕਹਿੰਦੇ। ਹੱਕ ਮੂੰਹ 'ਤੇ ਉਂਗਲੀ ਰੱਖ ਕੇ, ਇਹ ਤਾਂ ਭੂਤ ਨਹੀਂ, ਆਦਮੀ ਨੇ। ਇਹ ਤਾਂ ਬੁੱਢੇ ਮਫ ਪਾਟਰ ਦੀ ਆਵਾਜ਼ ਲੱਗਦੀ ਹੈ। ਟੌਮ, ਸੱਚੀ? ਹੱਕ, ਹੁਣ ਹਿੱਲੀ ਨਾ। ਉਹ ਹਮੇਸ਼ਾ ਵਾਂਗ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਲੱਗਦਾ ਹੈ। ਮੇਰਾ ਨਹੀਂ ਖਿਆਲ ਕਿ ਉਹ ਸਾਨੂੰ ਵੇਖ ਸਕੇ। ਟੌਮ, ਹੱਕ, ਜੇ ਮੈਂ ਗਲਤ ਨਹੀਂ ਤਾਂ ਉਹਦੇ ਨਾਲ ਇੰਜਨ ਜੋ ਵੀ ਹੈ, ਜੋ ਮੈਂ ਉਸ ਦੀ ਆਵਾਜ਼ ਪਛਾਣਦਾ ਹਾਂ। ਹੱਕ, ਇਹ ਤਾਂ ਬੜਾ ਖੂਨਖਾਰ ਵਹਿਸ਼ੀ ਹੈ। ਇਸ ਤੋਂ ਰੱਬ ਹੀ ਬਚਾਏ। ਇਸ ਤੋਂ ਤਾਂ ਭੂਤ ਵੀ ਡਰਦੇ ਨੇ, ਪਰ ਤੀਜਾ ਜਣਾ ਪਤਾ ਨਹੀਂ ਕੌਣ ਹੈ। ਟੌਮ, ਹੁਣੇ ਹੀ ਪਤਾ ਲੱਗ ਜਾਏਗਾ। ਇਤਨੇ ਨੂੰ ਤਿੰਨੇ ਜਾਣੇ ਕਬਰ ਕੋਲ ਪਹੁੰਚ ਗਏ, ਜੋ ਹੱਕ ਅਤੇ ਟੌਮ ਦੀ ਲੁਕਵੀਂ ਥਾਂ ਤੋਂ 4-5 ਕਦਮ 'ਤੇ ਹੀ ਸੀ। ਤੀਜੇ ਨੇ ਲਾਲਟੈਨ ਉੱਪਰ ਵੱਲ ਕਰਦਿਆਂ ਕਿਹਾ, ਇਹੋ ਥਾਂ ਹੈ। ਲਾਲਟੈਨ ਦੀ ਰੋਸ਼ਨੀ ਪੈਣ 'ਤੇ ਸਾਫ਼ ਪਤਾ ਲੱਗ ਗਿਆ ਕਿ ਉਹ ਡਾਕਟਰ ਰੋਬਿਨਸਨ ਹੈ। ਪਾਟਰ ਤੇ ਇੰਜਨ ਪਾਸ ਇੱਕ ਨਿੱਕੀ ਜਿਹੀ ਰੇਹੜੀ ਸੀ, ਜਿਸ ਵਿੱਚ ਕੁਝ ਰੱਸੀਆਂ ਅਤੇ ਬੇਲਚੇ ਪਏ ਹੋਏ ਸਨ। ਦੋਹਾਂ ਨੇ ਦਬਾ ਦਬ ਕਬਰ ਪੁੱਟਣੀ ਸ਼ੁਰੂ ਕੀਤੀ ਤੇ ਡਾਕਟਰ ਬੱਤੀ ਨੂੰ ਕਬਰ ਦੇ ਸਿਰੇ 'ਤੇ ਰੱਖ ਕੇ ਲਾਗੇ ਹੀ ਉਸ ਰੁੱਖ ਨਾਲ ਢੋਹ ਲਾ ਕੇ ਬੈਠ ਗਿਆ, ਜਿਸ ਪਿੱਛੇ ਟੌਮ ਤੇ ਹੱਕ ਲੁਕੇ ਹੋਏ ਸਨ। ਉਹਨੇ ਹੌਲੀ ਜਿਹੀ ਕਿਹਾ, ਚੰਦਰਮਾ ਚੜ੍ਹਨ ਵਾਲਾ ਹੈ, ਜਲਦੀ ਕੰਮ ਖਤਮ ਕਰੋ। ਬਿਨਾਂ ਉੱਤਰ ਦਿੱਤਿਆਂ ਹੀ ਦੋਵੇਂ ਕਬਰ ਪੁੱਟਦੇ ਰਹੇ ਤੇ ਜਲਦੀ ਹੀ ਮੁਰਦੇ ਨੂੰ ਕੱਢ ਕੇ ਰੇਹੜੀ ਵਿੱਚ ਲੱਦ ਦਿੱਤਾ ਤੇ ਉਸ ਉੱਪਰ ਕੰਬਲ ਪਾ ਕੇ ਰੱਸੀਆਂ ਨਾਲ ਕੱਸ ਦਿੱਤਾ। ਤੇ ਫਿਰ ਦੋਵਾਂ ਵਿੱਚੋਂ ਇੱਕ ਨੇ ਕਿਹਾ, ਮੈਂ ਤਦ ਹੀ ਤੁਰਾਂਗਾ ਜੇ $5 ਹੋਰ ਮਿਲਣਗੇ, ਨਹੀਂ ਤਾਂ ਮੈਂ ਚੱਲਿਆ ਜੇ। ਡਾਕਟਰ ਨੇ ਉੱਤਰ ਦਿੱਤਾ, ਜਿੰਨੇ ਪੈਸੇ ਤੇਰੇ ਨਾਲ ਚੁਕਾਏ ਸਨ ਉਹ ਤੈਨੂੰ ਪਹਿਲਾਂ ਹੀ ਦੇ ਦਿੱਤੇ ਨੇ, ਹੁਣ ਹੋਰ ਕੀ ਚਾਹੁੰਦਾ ਹੈ? ਇੰਜਨ, ਜੋ ਕਿ ਡਾਕਟਰ ਸਾਹਿਬ, ਤੁਸੀਂ ਮੇਰੇ ਨਾਲ ਘੱਟ ਨਹੀਂ ਗੁਜ਼ਾਰੀ। 5 ਸਾਲ ਹੋਏ ਜਦ ਮੈਂ ਖਾਣ ਨੂੰ ਕੁਝ ਮੰਗਿਆ ਸੀ ਤਾਂ ਤੁਸੀਂ ਮੈਨੂੰ ਆਪਣੇ ਪਿਤਾ ਦੇ ਘਰੋਂ ਕਢਾ ਦਿੱਤਾ ਸੀ, ਤੇ ਜਦ ਮੈਂ ਕਸਮ ਖਾਧੀ ਸੀ ਕਿ ਇਸ ਗੱਲ ਦਾ ਬਦਲਾ ਲੈ ਕੇ ਛੱਡਾਂਗਾ ਤਾਂ ਤੁਹਾਡੇ ਪਿਤਾ ਨੇ ਮੈਨੂੰ ਅੰਦਰ ਕਰਾ ਦਿੱਤਾ ਸੀ। ਤੁਸੀਂ ਸਮਝਦੇ ਹੋ ਕਿ ਮੈਂ ਸਭ ਕੁਝ ਭੁੱਲ ਗਿਆ ਹਾਂ? ਮੇਰੀਆਂ ਰਗਾਂ ਵਿੱਚ ਇੰਜਨ ਖਾਨਦਾਨ ਦਾ ਲਹੂ ਠਾਠਾ ਮਾਰਿਆ ਹੈ। ਤੁਸੀਂ ਅਜੇ ਮੇਰੇ ਅੜਿੱਕੇ ਚੜ੍ਹੇ ਹੋ ਤੇ ਤੁਹਾਨੂੰ ਫੈਸਲਾ ਕਰਨਾ ਹੀ ਪੈਣਾ ਹੈ। ਇੰਜਨ ਝਵੀਆਂ ਲੈ ਕੇ ਡਾਕਟਰ ਨੂੰ ਧਮਕਾ ਰਿਹਾ ਸੀ। ਡਾਕਟਰ ਨੇ ਅਚਾਨਕ ਇੰਜਨ ਨੂੰ ਇੱਕ ਐਸੀ ਜੜੀ ਕਿ ਉਹ ਤੜੈਂ ਕਰਦਾ ਪੁੰਜੇ ਜਾ ਪਿਆ, ਜਿਸ ਨਾਲ ਉਹਦਾ ਚਾਕੂ ਡਿੱਗ ਪਿਆ ਤੇ ਉਹ ਕਹਿਣ ਲੱਗਾ, ਖਬਰਦਾਰ ਜੇ ਮੇਰੇ ਸਾਥੀ ਤੇ ਹੱਥ ਚੁੱਕਿਆ। ਇਹ ਕਹਿੰਦਿਆਂ ਹੀ ਉਹ ਡਾਕਟਰ ਨਾਲ ਗੁੱਥਮ ਗੁੱਥਾ ਹੋ ਗਿਆ। ਇੰਨੇ ਵਿੱਚ ਇੰਜਨ ਉੱਠ ਖੜੋਤਾ। ਗੁੱਸੇ ਨਾਲ ਉਹਦੀਆਂ ਅੱਖਾਂ ਲਾਲ ਸਨ ਤੇ ਪਾਟਰ ਦਾ ਚਾਕੂ ਚੁੱਕ ਕੇ ਉਹ ਡਾਕਟਰ ਤੇ ਹਮਲਾ ਕਰਨ ਦਾ ਮੌਕਾ ਤਾੜਨ ਲੱਗ ਪਿਆ। ਉਦੋਂ ਡਾਕਟਰ ਨੇ ਬੜੀ ਫੁਰਤੀ ਨਾਲ ਆਪਣੇ ਆਪ ਨੂੰ ਪਾਟਰ ਦੇ ਜੱਫੇ ਵਿੱਚੋਂ ਛੁਡਾਇਆ ਤੇ ਧੱਕਾ ਦੇ ਕੇ ਉਹਨੂੰ ਲੰਮਿਆਂ ਪਾ ਦਿੱਤਾ। ਐਨੇ ਵੇਲੇ ਇੰਜਨ ਨੇ ਮੌਕਾ ਤਾੜ ਕੇ ਡਾਕਟਰ ਦੀ ਛਾਤੀ ਵਿੱਚ ਇੱਕ ਛੁਰਾ ਖੋਪ ਦਿੱਤਾ। ਡਾਕਟਰ ਲੜਖੜਾਂਦਾ ਹੋਇਆ ਪਾਟਰ ਤੇ ਜਾ ਪਿਆ ਤੇ ਉਹਨੂੰ ਲਹੂ ਵਿੱਚ ਗੁੜੁਚ ਕਰ ਦਿੱਤਾ। ਇਤਨੇ ਨੂੰ ਬੱਦਲਾਂ ਨੇ ਚੰਦਰਮਾ ਨੂੰ ਢੱਕ ਲਿਆ ਤੇ ਡਰੇ ਹੋਏ ਟੌਮ ਤੇ ਹੱਕ ਹਨੇਰੇ ਦੀ ਆੜ ਵਿੱਚ ਉੱਥੋਂ ਖਿਸਕ ਗਏ। ਜਦ ਚੰਦਰਮਾ ਬੱਦਲਾਂ ਉਹਲਿਓ ਨਿਕਲਿਆ ਤਾਂ ਇੰਜਨ, ਜੋ ਖੜੋਤਾ ਹੋਇਆ ਆਪਣੇ ਸਾਥੀ ਵੱਲ ਟਿਕਟਕੀ ਲਾ ਕੇ ਵੇਖੀ ਜਾ ਰਿਹਾ ਸੀ ਤੇ ਨਾਲੇ ਬੁੜਬੜਾ ਰਿਹਾ ਸੀ, ਹੁਣ ਹਿਸਾਬ ਬਰਾਬਰ ਹੋ ਗਿਆ ਹੈ। ਇਸ ਪਿੱਛੋਂ ਉਹਨੇ ਡਾਕਟਰ ਦੀਆਂ ਜੇਬਾਂ ਵਿੱਚੋਂ ਸਭ ਕੁਝ ਕੱਢ ਲਿਆ ਤੇ ਚਾਕੂ ਪਾਟਰ ਦੇ ਹੱਥ ਵਿੱਚ ਫੜਾ ਕੇ ਆਪ ਲਾਗੇ ਪਏ ਬਕਸ 'ਤੇ ਬੈਠ ਗਿਆ। 4-5 ਮਿੰਟਾਂ ਪਿੱਛੋਂ ਪਾਟਰ ਹਿੱਲਣ ਜੁਲਣ ਲੱਗ ਪਿਆ ਤੇ ਆਪਣੇ ਹੱਥ ਵਿੱਚ ਚਾਕੂ ਵੇਖ ਕੇ ਉਹਦਾ ਹੱਥ ਕੰਬਣ ਲੱਗ ਪਿਆ ਤੇ ਨਾਲ ਹੀ ਚਾਕੂ ਪੁੰਜੇ ਜਾ ਪਿਆ। ਫਿਰ ਉਹਨੇ ਡਾਕਟਰ ਦੀ ਲੋਥ ਨੂੰ ਖਿੱਚ ਕੇ ਇੱਕ ਪਾਸੇ ਕਰ ਦਿੱਤਾ ਤੇ ਆਪ ਉੱਠ ਕੇ ਬੈਠ ਗਿਆ। ਇਤਨੇ ਨੂੰ ਉਹਦੀ ਨਜ਼ਰ ਇੰਜਨ ਜੋ 'ਤੇ ਪਈ ਤੇ ਜੋ ਉਹਨੂੰ ਕਹਿਣ ਲੱਗਾ, ਜੋ ਇਹ ਕੀ ਗੱਲ ਹੋਈ ਹੈ? ਇੰਜਨ ਜੋ, ਹੋਣਾ ਕੀ ਹੈ? ਤੂੰ ਖੂਨ ਕਰ ਦਿੱਤਾ ਹੈ।
ਪਾਟਰ, ਖੂਨ? ਇਹ ਕਿਵੇਂ ਹੋ ਸਕਦਾ ਹੈ? ਇੰਜਨ ਹੁਣ ਗੱਲਾਂ ਨਾਲ ਥੋੜ੍ਹਾ ਪੜਦਾ ਪੈ ਸਕਦਾ ਹੈ। ਇਹ ਸੁਣਦਿਆਂ ਹੀ ਪਾਟਰ ਦਾ ਚਿਹਰਾ ਉੱਡ ਗਿਆ। ਉਹ ਕਹਿਣ ਲੱਗਾ, ਅੱਜ ਮੈਨੂੰ ਸ਼ਰਾਬ ਨਹੀਂ ਸੀ ਪੀਣੀ ਚਾਹੀਦੀ। ਹਾਲੇ ਵੀ ਮੇਰੇ 'ਤੇ ਸ਼ਰਾਬ ਦਾ ਅਸਰ ਏ। ਮੈਨੂੰ ਕੁਝ ਸਮਝ ਨਹੀਂ ਆ ਰਹੀ ਕਿ ਇਹ ਹੋਇਆ ਕੀ ਏ ਯਾਰ। ਜੋ ਕਿ ਇਹ ਖੂਨ ਸੱਚਮੁੱਚ ਮੇਰੇ ਹੱਥੋਂ ਹੋਇਆ ਹੈ, ਇਹ ਤਾਂ ਬਹੁਤ ਬੁਰੀ ਗੱਲ ਹੋਈ ਹੈ। ਵਿਚਾਰਾ ਜੋ ਕਿੰਨਾ ਜਵਾਨ ਤੇ ਹੋਣਹਾਰ ਸੀ। ਇੰਜਨ ਜੋ ਨੇ ਉੱਤਰ ਦਿੱਤਾ, ਤੁਸੀਂ ਦੋਵੇਂ ਗੁੱਥਮ ਗੁੱਥਾ ਹੋ ਗਏ ਸੀ। ਡਾਕਟਰ ਨੇ ਤੈਨੂੰ ਇੱਕ ਕਸੁੰਨ ਜੜਿਆ ਤੇ ਤੂੰ ਥੱਲੇ ਜਾ ਪਿਆ। ਫਿਰ ਤੂੰ ਰੀਂਗਦਿਆਂ ਹੋਇਆ ਚਾਕੂ ਫੜਿਆ। ਉਹ ਤੈਨੂੰ ਦੂਜਾ ਕਸੁੰਨ ਜੜਨ ਹੀ ਲੱਗਾ ਸੀ ਕਿ ਤੂੰ ਉਹਦੀ ਛਾਤੀ ਵਿੱਚ ਛੁਰਾ ਖੋਭ ਦਿੱਤਾ। ਪਾਟਰ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ, ਮੈਨੂੰ ਤਾਂ ਕੁਝ ਪਤਾ ਨਹੀਂ ਮੈਂ ਕੀ ਕਰ ਬੈਠਾ ਹਾਂ। ਰੱਬ ਕਰੇ ਜ਼ਮੀਨ ਹੁਣੇ ਫਟ ਜਾਏ ਤੇ ਮੈਂ ਇਸ ਵਿੱਚ ਭਸਮ ਹੋ ਜਾਵਾਂ। ਇਹ ਸਭ ਕੁਝ ਮੈਥੋਂ ਸ਼ਰਾਬ ਤੇ ਬੇਹੋਸ਼ੀ ਦੀ ਹਾਲਤ ਵਿੱਚ ਹੋਇਆ ਲੱਗਦਾ ਹੈ। ਜੋ ਮੇਰੀ ਇੰਨੀ ਉਮਰ ਹੋ ਗਈ ਹੈ, ਮੈਂ ਕਦੀ ਹਥਿਆਰ ਨੂੰ ਹੱਥ ਤੱਕ ਨਹੀਂ ਲਾਇਆ। ਹਾਂ, ਹੱਥੋਂ ਪਾਈ ਜ਼ਰੂਰ ਕਰਦਾ ਰਿਹਾ ਹਾਂ, ਪਰ ਹਥਿਆਰਾਂ ਨਾਲ ਕਦੀ ਕਿਸੇ 'ਤੇ ਹਮਲਾ ਨਹੀਂ ਕੀਤਾ। ਜੋ ਤੂੰ ਬੜਾ ਚੰਗਾ ਹੈ, ਕਿਸੇ ਨੂੰ ਦੱਸੀ ਨਾ। ਮੈਂ ਹਰ ਔਕੜ ਵਿੱਚ ਤੇਰਾ ਸਾਥ ਦਿੰਦਾ ਰਿਹਾ ਹਾਂ। ਇਸ ਬਾਰੇ ਕਿਸੇ ਨੂੰ ਉਗ ਸੁਗ ਨਾ ਦੇਈਂ। ਇਹ ਕਹਿੰਦਿਆਂ ਪਾਟਰ ਇੰਜਨ ਦੇ ਪੈਰੀ ਪੈ ਗਿਆ ਤੇ ਉਹਨੇ ਉਹਦੇ ਹੱਥ ਘੁੱਟ ਕੇ ਪਕੜ ਲਏ। ਜੋ ਨੇ ਕਿਹਾ, ਹਾਂ ਪਾਟਰ, ਤੂੰ ਸਦਾ ਮੇਰੀ ਯਾਰੀ ਨਿਭਾਈ ਏ। ਮੈਂ ਤੈਨੂੰ ਕਿਵੇਂ ਫਸਾ ਸਕਦਾ ਹਾਂ? ਇਸ ਤੋਂ ਸਿਵਾ ਦੱਸ ਮੈਂ ਤੇਰੀ ਹੋਰ ਕੀ ਮਦਦ ਕਰ ਸਕਦਾ ਹਾਂ? ਪਾਟਰ ਨੇ ਅਥਰੂ ਕੇਰਦਿਆਂ ਕਿਹਾ, ਜੋ ਤੂੰ ਸੱਚਮੁੱਚ ਦੇਵਤਾ ਹੈ, ਮੈਂ ਤੇਰਾ ਕੀਤਾ ਸਾਰੀ ਉਮਰ ਨਹੀਂ ਭੁੱਲਾਂਗਾ। ਇੰਜਨ, ਚੱਲ ਜੋ ਹੋਇਆ ਸੋ ਹੋਇਆ। ਹੁਣ ਰੋਣ ਧੋਣ ਦਾ ਵੇਲਾ ਨਹੀਂ। ਸਾਨੂੰ ਇੱਥੋਂ ਖਿਸਕਣਾ ਚਾਹੀਦਾ ਹੈ। ਮੈਂ ਇਸ ਰਸਤਿਓਂ ਜਾਂਦਾ ਹਾਂ ਤੇ ਤੂੰ ਦੂਜੇ ਰਸਤਿਓਂ, ਤਾਂ ਜੋ ਕਿਸੇ ਨੂੰ ਸਾਡੇ 'ਤੇ ਸ਼ੱਕ ਨਾ ਪਏ। ਪਰ ਵੇਖ ਰਹੀ ਪਿੱਛੇ ਕੋਈ ਨਿਸ਼ਾਨੀ ਨਾ ਰਹਿ ਜਾਏ। ਇਹ ਸੁਣਦਿਆਂ ਹੀ ਪਾਟਰ ਨੇ ਉੱਥੋਂ ਖਿਸਕਣ ਦੀ ਕੀਤੀ। ਖੂਨੀ ਕੁਝ ਚਿਰ ਉੱਥੇ ਖੜਾ ਬੁੜਬੁੜਾਉਂਦਾ ਰਿਹਾ। ਜੇ ਸ਼ਰਾਬ ਤੇ ਡਰ ਨੇ ਉਹਦੇ ਇੰਨੇ ਹੋਸ਼ ਨਾ ਭੁਲਾ ਦਿੱਤੇ ਹੁੰਦੇ ਤਾਂ ਉਹ ਚਾਕੂ ਨੂੰ ਲੈਣ ਲਈ ਮੁੜ ਇੱਥੇ ਨਾ ਆਉਂਦਾ। ਇਹ ਕਹਿੰਦਿਆਂ ਹੀ ਉਹ ਵੀ ਰਾਤ ਦੇ ਹਨੇਰੇ ਵਿੱਚ ਅਲੋਪ ਹੋ ਗਿਆ ਤੇ ਹਰ ਥਾਂ ਚੁੱਪਚਾਪ ਛਾ ਗਈ। ਉਧਰ ਦੋਵੇਂ ਮੁੰਡੇ ਵਾਹੋਦਾਈ ਨੱਸਦੇ ਹੋਏ ਪਿੰਡ ਪਹੁੰਚ ਗਏ। ਟੌਮ ਨੇ ਕਿਹਾ, ਹੱਕ ਹੁਣ ਇਸ ਦਾ ਕੀ ਬਣੇਗਾ? ਹੱਕ ਜੇ ਡਾਕਟਰ ਮਰ ਗਿਆ ਤਾਂ ਕੋਈ ਨਾ ਕੋਈ ਜ਼ਰੂਰ ਫਾਈ ਲੱਗੇਗਾ। ਟੌਮ ਕੁਝ ਸੋਚ ਕੇ, ਗਵਾਹੀ ਕੌਣ ਦੇਵੇਗਾ? ਅਸੀਂ? ਹੱਕ, ਤੂੰ ਵੀ ਅਜੀਬ ਗੱਲ ਕੀਤੀ ਹੈ। ਜੇ ਅਸੀਂ ਗਵਾਹੀ ਦਿੱਤੀ ਤਾਂ ਜੋ ਇੰਜਨ ਸਾਨੂੰ ਛੱਡਣ ਲੱਗਾ ਹੈ। ਪਾਟਰ ਵੀ ਗਵਾਹੀ ਦੇ ਸਕਦਾ ਹੈ ਜੇ ਦੇਣੀ ਚਾਹੇ ਤਾਂ। ਟੌਮ, ਉਹ ਤਾਂ ਬੇਹੋਸ਼ ਪਿਆ ਸੀ, ਉਹ ਗਵਾਹੀ ਕਿਵੇਂ ਦੇਵੇਗਾ? ਹੱਕ, ਪਰ ਜੇ ਅਸੀਂ ਚੁੱਪ ਨਾ ਰਹੇ ਤਾਂ ਰਗੜੇ ਜਾਵਾਂਗੇ। ਚੁੱਪ ਰਹਿਣ ਵਿੱਚ ਹੀ ਸਾਡਾ ਭਲਾ ਹੈ। ਇਸ ਤਰ੍ਹਾਂ ਗੱਲਾਂ ਕਰਦਿਆਂ ਦੋਵੇਂ ਆਪੋ ਆਪਣੇ ਟਿਕਾਣਿਆਂ 'ਤੇ ਪਹੁੰਚ ਕੇ ਸੌਂ ਗਏ। ਅਗਲੇ ਦਿਨ ਦੁਪਹਿਰ ਵੇਲੇ ਸਾਰੇ ਪਿੰਡ ਵਿੱਚ ਕਤਲ ਦੀ ਖਬਰ ਕਾਰਨ ਸੁਨਸਨੀ ਛਾ ਗਈ। ਮਾਸਟਰ ਨੇ ਸਕੂਲ ਵਿੱਚ ਛੁੱਟੀ ਕਰ ਦਿੱਤੀ। ਇਹ ਆਮ ਚਰਚਾ ਸੀ ਕਿ ਕਤਲ ਕੀਤੇ ਗਏ ਆਦਮੀ ਲਾਗੇ ਲਹੂ ਨਾਲ ਲਿਬੜਿਆ ਕੋਈ ਚਾਕੂ ਪਿਆ ਸੀ, ਜੋ ਕਈਆਂ ਨੇ ਦੱਸਿਆ ਕਿ ਪਾਟਰ ਦਾ ਸੀ। ਘੋੜਸਵਾਰ ਕਾਤਲ ਦਾ ਪਿੱਛਾ ਕਰਨ ਲਈ ਚਾਰੋਂ ਪਾਸੇ ਦੌੜਾ ਦਿੱਤੇ ਗਏ ਸਨ ਤੇ ਸਾਰੇ ਪਿੰਡ ਨੇ ਮਾਨੋ ਕਬਰਿਸਤਾਨ ਵੱਲ ਧਾਵਾ ਬੋਲ ਦਿੱਤਾ ਸੀ। ਸਭ ਨੇ ਕਤਲ ਦਾ ਦਿਲ ਹਿਲਾਉਣ ਵਾਲਾ ਨਜ਼ਾਰਾ ਵੇਖਿਆ। ਜਿੰਨੇ ਮੂੰਹ ਓਨੀਆਂ ਹੀ ਗੱਲਾਂ ਸਨ। ਕੋਈ ਕਹਿ ਰਿਹਾ ਸੀ, ਦੇਖੋ ਵਿਚਾਰੇ ਦਾ ਕੀ ਅੰਤ ਹੋਇਆ ਹੈ। ਕੋਈ ਕਹਿ ਰਿਹਾ ਸੀ, ਜੇ ਮਫ ਪਕੜਿਆ ਗਿਆ ਤਾਂ ਜ਼ਰੂਰ ਫਾਈ ਲੱਗੇਗਾ। ਕੋਈ ਕਹਿ ਰਿਹਾ ਸੀ, ਰੱਬ ਦਾ ਪਾਣਾ ਇੰਜ ਹੀ ਸੀ। ਟਾਮ ਵੀ ਹਜੂਮ ਦੇ ਨਾਲ ਹੀ ਸੀ। ਉਹ ਭੀੜ ਵਿੱਚੋਂ ਕਿਸਰਦਾ ਹੋਇਆ ਸਭ ਤੋਂ ਅਗਲੀ ਪਾਲ ਵਿੱਚ ਪਹੁੰਚ ਗਿਆ। ਟੌਮ ਦੀ ਨਜ਼ਰ ਕੁਝ ਵਿੱਥ 'ਤੇ ਖੜੇ ਇੰਜਨ ਜੋ 'ਤੇ ਪਈ ਤੇ ਉਹਦਾ ਸਾਰਾ ਸਰੀਰ ਕੰਬ ਉੱਠਿਆ। ਅਚਾਨਕ ਵਿੱਚੋਂ ਹੀ ਕਿਸੇ ਦੀ ਆਵਾਜ਼ ਆਈ, ਆ ਗਿਆ ਜੇ, ਆ ਗਿਆ ਜੇ। ਕਈ ਲੋਕਾਂ ਨੇ ਇੱਕ ਆਵਾਜ਼ ਵਿੱਚ ਪੁੱਛਿਆ, ਕੌਣ? ਉੱਤਰ ਮਿਲਿਆ, ਮਫ ਪਾਟਰ। ਫਿਰ ਆਵਾਜ਼ ਆਈ, ਭੱਜਣ ਲੱਗਾ ਜੇ, ਪਕੜ ਲਓ, ਜਾਨ ਨਾ ਦੇਣਾ। ਇਤਨੇ ਨੂੰ ਹਜੂਮ ਦੋ ਭਾਗਾਂ ਵਿੱਚ ਵੰਡਿਆ ਗਿਆ ਤੇ ਸ਼ੈਰਿਫ ਪਾਟਰ ਨੂੰ ਬਾਹੋਂ ਪਕੜੀ ਭੀੜ ਨੂੰ ਚੀਰਦਾ ਹੋਇਆ ਉੱਥੇ ਪਹੁੰਚ ਗਿਆ। ਜਦ ਪਾਟਰ ਨੂੰ ਲੋਥ ਸਾਹਮਣੇ ਖੜਾ ਕੀਤਾ ਗਿਆ ਤਾਂ ਮੂੰਹ ਨੂੰ ਹੱਥਾਂ ਨਾਲ ਕੱਜ ਕੇ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਿਆ। ਫਿਰ ਕੁਝ ਚਿਰ ਪਿੱਛੋਂ ਕਹਿਣ ਲੱਗਾ, ਪਰਮਾਤਮਾ ਦੀ ਸਹੁੰ, ਇਹਨੂੰ ਮੈਂ ਨਹੀਂ ਮਾਰਿਆ। ਸ਼ੈਰਿਫ ਨੇ ਪੁੱਛਿਆ, ਕਿ ਇਹ ਤੇਰਾ ਚਾਕੂ ਏ? ਅੱਗੋਂ ਉਹਨੇ ਕੰਬਦਿਆਂ ਹੋਇਆ ਮੂੰਹ ਵਿੱਚੋਂ ਕੁਝ ਬੁੜਬੁੜਾਇਆ। ਜੋ ਉਹਨੂੰ ਕਿਹਾ, ਦੱਸ ਦੇ, ਹੁਣ ਲੁਕਾਉਣ ਦਾ ਕੀ ਲਾਭ? ਹੱਕਲਬੈਰੀ ਤੇ ਟੌਮ ਦੋਵੇਂ ਜੋ ਨੂੰ ਸਫੇਦ ਝੂਠ ਬੋਲਦਿਆਂ ਵੇਖ ਕੇ ਹੱਕੇ ਬੱਕੇ ਰਹਿ ਗਏ। ਇਸ ਘਟਨਾ ਤੋਂ ਪੂਰਾ ਇੱਕ ਹਫ਼ਤਾ ਬਾਅਦ ਤੱਕ ਟੌਮ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਈ, ਕਿਉਂਕਿ ਇਸ ਕਾਰਨ ਉਹਦੇ ਮਨ 'ਤੇ ਬੜਾ ਬੋਝ ਸੀ। ਉਹ ਕਈ ਵਾਰੀ ਘਬਰਾ ਕੇ ਅੱਧੀ ਰਾਤ ਵੇਲੇ ਅੱਬੜਵਾਏ ਉੱਠ ਪੈਂਦਾ ਸੀ। ਇੱਕ ਦੋ ਵਾਰੀ ਤਾਂ ਟੌਮ ਜੇਲ੍ਹ ਦੀਆਂ ਸੀਖਾਂ ਵਾਲੀ ਬਾਰੀ ਰਾਹੀਂ ਕੁਝ ਖਾਣ ਪੀਣ ਦੀਆਂ ਚੀਜ਼ਾਂ ਵੀ ਕੈਦੀ ਨੂੰ ਪਹੁੰਚਾਉਂਦਾ ਰਿਹਾ। ਇਹ ਜੇਲ੍ਹ ਅਸਲ ਵਿੱਚ ਪਿੰਡ ਦੀ ਇੱਕ ਟੁੱਟੀ ਫੁੱਟੀ ਹਵੇਲੀ ਸੀ, ਜਿੱਥੇ ਕੋਈ ਪਹਿਰੇਦਾਰ ਨਹੀਂ ਸੀ, ਕਿਉਂਕਿ ਪਿੰਡ ਦੇ ਲੋਕ ਉਹਦਾ ਖਰਚਾ ਚੱਲ ਨਹੀਂ ਸਨ ਸਕਦੇ। ਇੱਕ ਦਿਨ ਟੌਮ ਨੂੰ ਉਹਦਾ ਮਿੱਤਰ ਜੋ ਹਾਰਪਰ ਮਿਲਿਆ, ਜਿਸ ਨੂੰ ਚੋਰੀ ਮਲਾਈ ਖਾਣ ਦੇ ਦੋਸ਼ ਵਿੱਚ ਉਹਦੀ ਮਾਤਾ ਨੇ ਘਰੋਂ ਕੱਢ ਦਿੱਤਾ ਸੀ। ਜੋ ਚਾਹੁੰਦਾ ਸੀ ਕਿ ਉਹ ਸਾਧੂ ਬਣ ਕੇ ਦੁਨਿਆਵੀ ਲੋਕਾਂ ਤੋਂ ਦੂਰ ਕਿਸੇ ਗੁਫਾ ਵਿੱਚ ਜਾ ਰਹੇ, ਪਰ ਟੌਮ ਨੂੰ ਮਿਲਣ ਪਿੱਛੋਂ ਉਹਨੇ ਆਪਣੀ ਸਲਾਹ ਬਦਲ ਲਈ ਤੇ ਦੋਵੇਂ ਰਲ ਕੇ ਇਸ ਨਤੀਜੇ 'ਤੇ ਪਹੁੰਚੇ ਕਿ ਸਮੁੰਦਰੀ ਲੁਟੇਰਿਆਂ ਦਾ ਜੀਵਨ ਸਭ ਤੋਂ ਘਟਨਾ ਭਰਪੂਰ ਤੇ ਰੰਗੀਨ ਹੁੰਦਾ ਹੈ। ਇਸ ਲਈ ਉਹਨਾਂ ਨੂੰ ਸਮੁੰਦਰੀ ਲੁਟੇਰੇ ਬਣਨਾ ਚਾਹੀਦਾ ਹੈ। ਪਿੰਡ ਤੋਂ 3 ਮੀਲ ਦੀ ਦੂਰੀ 'ਤੇ, ਜਿੱਥੇ ਮਿਸਿਸਿਪੀ ਨਦੀ 1 ਮੀਲ ਦੀ ਚੌੜਾਈ ਵਿੱਚ ਫੈਲੀ ਹੋਈ ਹੈ, ਇੱਕ ਲੰਬੂਤਰਾ ਸੰਘਣੇ ਜੰਗਲ ਨਾਲ ਲੱਦਿਆ ਬਿਆਬਾਨ ਟਾਪੂ ਸੀ, ਜੋ ਜੈਕਸਨ ਟਾਪੂ ਦੇ ਨਾਂ ਨਾਲ ਮਸ਼ਹੂਰ ਸੀ।
ਦੋਹਾਂ ਨੇ ਆਪਣੀ ਕਾਰਵਾਈ ਦਾ ਕੇਂਦਰ ਇਸ ਥਾਂ ਨੂੰ ਚੁਣਿਆ। ਉਹਨਾਂ ਹੱਕਲਬੈਰੀ ਫਿਨ ਨੂੰ ਵੀ ਆਪਣੇ ਨਾਲ ਰਲਾ ਲਿਆ। ਰਾਤ ਸਮੇਂ ਨਦੀ ਦੇ ਕੰਢੇ 'ਤੇ ਪਈ ਕਿਸ਼ਤੀ ਨੂੰ ਕਾਬੂ ਕਰਕੇ ਉਹਨਾਂ ਉੱਥੇ ਜਾਣ ਦੀ ਵਿਉਂਤ ਬਣਾਈ। ਅੱਧੀ ਰਾਤ ਵੇਲੇ ਟੌਮ ਘਰੋਂ ਖਾਣ ਪੀਣ ਦੀਆਂ ਚੀਜ਼ਾਂ ਇਕੱਠੀਆਂ ਕਰਕੇ ਉਸ ਥਾਂ ਅੱਪੜਿਆ। ਉੱਥੇ ਪਹੁੰਚ ਕੇ ਹੀ ਉਹ ਲਾਗੇ ਹੀ ਝਾੜੀਆਂ ਵਿੱਚ ਲੁਕ ਗਿਆ। ਸਭ ਥਾਂ ਚੁੱਪ ਚਾਂ ਸੀ। ਉਹਨੇ ਹੌਲੀ ਜਿਹੀ ਸੀਟੀ ਮਾਰੀ। ਕੁਝ ਦੂਰੋਂ ਆਵਾਜ਼ ਆਈ, ਕੌਣ ਏ? ਉੱਤਰ ਮਿਲਿਆ, ਟੌਮ ਸਾਇਰ, ਸਮੁੰਦਰੀ ਲੁਟੇਰਾ। ਫਿਰ ਆਵਾਜ਼ ਆਈ, ਤੇਰੇ ਸਾਥੀ ਕਿਹੜੇ ਨੇ? ਉੱਤਰ ਮਿਲਿਆ, ਹੱਕ ਫਿਨ ਤੇ ਜੋ ਹਾਰਪਰ, ਸਮੁੰਦਰੀ ਹਊਆ। ਇਸ ਤੇ ਉਹ ਇੱਕ ਦੂਜੇ ਦੇ ਲਾਗੇ ਆ ਗਏ ਤੇ ਬੇੜੀ ਤੇ ਚੜ੍ਹ ਗਏ। ਟੌਮ ਉਹਨਾਂ ਦਾ ਕਪਤਾਨ ਸੀ। ਜੋ ਅਤੇ ਹੱਕ ਨੇ ਚੱਪੂ ਸਾਂਭਲੇ। ਉਹ ਜਲਦੀ ਹੀ ਬੇੜੀ ਨੂੰ ਨਦੀ ਦੇ ਵਿਚਕਾਰ ਲੈ ਗਏ ਤੇ ਬੇੜੀ ਦਾ ਮੂੰਹ ਉੱਤਰ ਵੱਲ ਕਰਕੇ ਸਫ਼ਰ ਤੇ ਤੁਰ ਪਏ। ਰਾਤ ਦੇ 2 ਵਜੇ ਦੇ ਲਗਭਗ ਉਹ ਟਾਪੂ ਤੇ ਜਾ ਉਤਰੇ। ਉਹਨਾਂ ਨੇ ਸਾਰਾ ਸਮਾਨ ਲਾਇਆ, ਜਿਸ ਵਿੱਚ ਇੱਕ ਪੁਰਾਣਾ ਬਾਦਬਾਨ ਵੀ ਸੀ, ਜੋ ਉਹ ਖਾਣ ਪੀਣ ਦਾ ਸਮਾਨ ਢੱਕਣ ਲਈ ਲਿਆਏ ਸਨ। ਉਹਨਾਂ ਆਪ ਡਾਕੂਆਂ ਵਾਂਗ ਨੀਲੇ ਆਕਾਸ਼ ਥੱਲੇ ਹੀ ਡੇਰੇ ਲਾਉਣ ਦਾ ਫੈਸਲਾ ਕੀਤਾ। ਇੱਕ ਵੱਡੇ ਸਾਰੇ ਰੁੱਖ ਦੇ ਤਣੇ ਲਾਗੇ ਉਹਨਾਂ ਨੇ ਲੱਕੜੀਆਂ ਇਕੱਠੀਆਂ ਕਰਕੇ ਅੱਗ ਬਾਲੀ ਤੇ ਇੱਕ ਪਤੀਲੇ ਵਿੱਚ ਆਪਣੇ ਨਾਲ ਲਿਆਂਦਾ ਹੋਇਆ ਮਾਸ ਭੁੰਨਿਆ। ਇੱਥੇ ਉਹ ਬੜੇ ਖੁਸ਼ ਸਨ, ਕਿਉਂਕਿ ਇੱਥੇ ਉਹਨਾਂ ਨੂੰ ਟੋਕਣ ਵਾਲਾ ਕੋਈ ਨਹੀਂ ਸੀ। ਖਾ ਪੀ ਕੇ ਉਹਨਾਂ ਨੂੰ ਇਤਨਾ ਆਨੰਦ ਪਹਿਲਾਂ ਕਦੀ ਨਹੀਂ ਸੀ ਆਇਆ। ਉਹਨਾਂ ਪੱਕਾ ਨਿਸ਼ਚਾ ਕਰ ਲਿਆ ਸੀ ਕਿ ਉਹ ਸਮਾਜਿਕ ਜੀਵਨ ਦੇ ਨਕਲੀ ਵਾਤਾਵਰਣ ਵਿੱਚ ਮੁੜ ਪੈਰ ਨਹੀਂ ਰੱਖਣਗੇ। ਖਾਣ ਪੀਣ ਪਿੱਛੋਂ ਉਹ ਘਾਹ ਵਿੱਚ ਲੇਟ ਗਏ। ਜੋ ਨੇ ਕਿਹਾ, ਪਹਿਲਾਂ ਕਦੀ ਇਹੋ ਜਿਹੀ ਮੌਜ ਮਾਣੀ ਜੇ? ਟੌਮ ਨੇ ਕਿਹਾ, ਬਈ ਮੈਨੂੰ ਤਾਂ ਇਹ ਕਮਾਲ ਦੀ ਜ਼ਿੰਦਗੀ ਲੱਗਦੀ ਏ। ਇੱਥੇ ਨਾ ਸਵੇਰੇ ਉੱਠਣ ਦਾ ਫਿਕਰ ਏ, ਨਾ ਸਕੂਲ ਜਾਣ ਦੀ ਚਿੰਤਾ। ਵਿੱਚੋਂ ਹੱਕ ਅਚਾਨਕ ਬੋਲ ਉੱਠਿਆ, ਪਰ ਡਾਕੂਆਂ ਨੂੰ ਕਰਨਾ ਕੀ ਪੈਂਦਾ ਏ? ਟੌਮ ਨੇ ਉੱਤਰ ਦਿੱਤਾ, ਜਹਾਜ਼ਾਂ ਨੂੰ ਕਾਬੂ ਕਰਕੇ ਸਾੜ ਫੂਕ ਦੇਣਾ ਤੇ ਲੁੱਟਿਆ ਸਮਾਨ ਕਿਸੇ ਲੁਕਵੀਂ ਥਾਂ ਤੇ ਦਬਾ ਦੇਣਾ, ਜਿੱਥੇ ਭੂਤ ਪ੍ਰੇਤ ਉਹਦੀ ਰਾਖੀ ਕਰਨ। ਜੋ ਬੋਲਿਆ, ਜੇ ਔਰਤਾਂ ਨੂੰ ਪਕੜ ਲਿਆਉਣਾ, ਪਰ ਉਹਨਾਂ ਨੂੰ ਕਹਿਣਾ ਕੁਝ ਨਹੀਂ। ਟੌਮ, ਹਾਂ, ਔਰਤਾਂ ਨੇਕ ਹੁੰਦੀਆਂ ਨੇ। ਲੁਟੇਰੇ ਉਹਨਾਂ ਨੂੰ ਜਾਨੋਂ ਨਹੀਂ ਮਾਰਦੇ ਤੇ ਉਹ ਆਪ ਕੀਮਤੀ ਪੁਸ਼ਾਕਾਂ ਪਹਿਨਦੇ ਨੇ। ਇਹ ਸੁਣ ਕੇ ਹੱਕ ਆਪਣੇ ਫਟੇ ਪੁਰਾਣੇ ਕੱਪੜਿਆਂ ਵੱਲ ਵੇਖਣ ਲੱਗ ਪਿਆ। ਬਾਕੀ ਦੋਹਾਂ ਨੇ ਉਸਨੂੰ ਹੌਸਲਾ ਦਿੱਤਾ ਤੇ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਉਹਨੂੰ ਲੁੱਟ ਮਾਰ ਵਿੱਚ ਵਧੀਆ ਕੱਪੜੇ ਮਿਲ ਜਾਣਗੇ ਤੇ ਹਾਲੀ ਪਹਿਲੇ ਵਾਲੇ ਹੀ ਕੱਪੜੇ ਠੀਕ ਹਨ। ਜਲਦੀ ਹੀ ਉਹਨਾਂ ਦੀਆਂ ਗੱਲਾਂ ਖਤਮ ਹੋ ਗਈਆਂ ਤੇ ਤਿੰਨੇ ਕੁਰਾੜੇ ਮਾਰਨ ਲੱਗ ਪਏ। ਜਦ ਸਵੇਰੇ ਸਵੇਰੇ ਟੌਮ ਨੂੰ ਜਾਗ ਆਈ ਤਾਂ ਉਹਨੇ ਅੱਖਾਂ ਮਲਦਿਆਂ ਆਲੇ ਦੁਆਲੇ ਨਜ਼ਰ ਫੇਰੀ। ਸਵੇਰ ਦਾ ਸੁਹਾਵਣਾ ਵੇਲਾ ਸੀ ਤੇ ਹਰ ਪਾਸੇ ਪੰਛੀ ਚਹਿਚਹਾ ਰਹੇ ਸਨ। ਅੱਗ ਬੁਝ ਚੁੱਕੀ ਸੀ ਤੇ ਧੂਏਂ ਦੀ ਇੱਕ ਬਰੀਕ ਜਿਹੀ ਪਾਲ ਵਾਯੂਮੰਡਲ ਵਿੱਚ ਲਟਕ ਰਹੀ ਸੀ। ਉਹਨੇ ਹੱਕ ਤੇ ਜੋ ਨੂੰ ਉਠਾਇਆ ਤੇ ਉਹ ਸਭ ਜਣੇ ਜਲਦੀ ਹੀ ਨਦੀ ਦੇ ਪਾਣੀ ਵਿੱਚ ਸਿੱਧੀਆਂ ਪੁੱਠੀਆਂ ਤਾਰੀਆਂ ਲਾਉਣ ਲੱਗ ਪਏ। ਫਿਰ ਉਹ ਇੱਕ ਦੂਜੇ ਤੇ ਪਾਣੀ ਦੇ ਛਿੱਟੇ ਮਾਰਨ ਜਾਂ ਪਾਣੀ ਵਿੱਚ ਇੱਕ ਦੂਜੇ ਨੂੰ ਫੜਨ ਖੇਡਣ ਲੱਗ ਪਏ। ਫਿਰ ਉਹਨਾਂ ਨੇ ਕੰਢੇ ਤੇ ਬੈਠ ਕੇ ਮੱਛੀਆਂ ਫੜੀਆਂ ਤੇ ਅੱਗ ਬਾਲ ਕੇ ਉਹਨਾਂ ਨੂੰ ਭੁੰਨਿਆ। ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਪਹਿਲਾਂ ਕਦੀ ਇਹੋ ਜਿਹਾ ਸਵਾਦੀ ਭੋਜਨ ਨਹੀਂ ਸੀ ਖਾਧਾ। ਖਾ ਪੀ ਕੇ ਗੱਪਾਂ ਮਾਰਦਿਆਂ ਹੱਸਦਿਆਂ ਗਾਉਂਦਿਆਂ ਉਹਨਾਂ ਉਸ ਸਾਰੇ ਟਾਪੂ ਨੂੰ ਗਾਹ ਮਾਰਿਆ। ਇਸ ਦੌਰਾਨ ਵਿੱਚ ਉਹਨਾਂ ਕਈ ਰਮਣੀਕ ਥਾਵਾਂ ਵੇਖੀਆਂ, ਜਿੱਥੇ ਮਖਮਲ ਵਾਂਗ ਵਿਛੀ ਹਰੀ ਘਾਹ ਤੇ ਮਹਿਕਦੇ ਫੁੱਲਾਂ ਦੀਆਂ ਗੋਦੀਆਂ ਸਨ। ਉਹਨਾਂ ਨੂੰ ਪਤਾ ਲੱਗਾ ਕਿ ਟਾਪੂ 1 ਮੀਲ ਲੰਮਾ ਤੇ ਪੌਣਾ ਕੁ ਮੀਲ ਚੌੜਾ ਹੈ। ਦੁਪਹਿਰ ਵੇਲੇ ਉਹਨਾਂ ਫੇਰ ਖਾਣਾ ਪਕਾ ਕੇ ਖਾਧਾ ਤੇ ਰੁੱਖਾਂ ਦੀ ਸੰਘਣੀ ਛਾਵੇਂ ਗੱਪਾਂ ਮਾਰਨ ਲੱਗ ਪਏ। ਪਰ ਗੱਪਾਂ ਤੋਂ ਥੱਕ ਕੇ ਉਹ ਕੁਝ ਸੋਚੀ ਪੈ ਗਏ। ਅਸਲ ਵਿੱਚ ਉਹਨਾਂ ਨੂੰ ਹੁਣ ਘਰ ਯਾਦ ਆਉਣ ਲੱਗ ਪਿਆ ਸੀ, ਪਰ ਸਭ ਨੂੰ ਆਪਣੀ ਇਸ ਕਮਜ਼ੋਰੀ ਤੇ ਸ਼ਰਮ ਆਈ ਤੇ ਕਿਸੇ ਵਿੱਚ ਵੀ ਹਿੰਮਤ ਨਾ ਪਈ ਕਿ ਇਸ ਬਾਰੇ ਇੱਕ ਦੂਜੇ ਨੂੰ ਗੱਲ ਕੀਤੀ ਜਾਏ। ਅਚਾਨਕ ਬਹੁਤ ਦੂਰੋਂ ਧਮਾਕੇ ਦੀ ਆਵਾਜ਼ ਆਈ, ਜਿਸ ਨੂੰ ਸੁਣ ਕੇ ਪਹਿਲਾਂ ਤਾਂ ਉਹ ਸਹਿਮ ਗਏ, ਪਰ ਲੁਕਦੇ ਛੁਪਦੇ ਕੰਢੇ ਵੱਲ ਇਹ ਵੇਖਣ ਲਈ ਗਏ ਕਿ ਇਹ ਧਮਾਕਾ ਕਾਹਦਾ ਹੈ। ਉਹਨਾਂ ਨੂੰ ਦੂਰ ਪਿੰਡ ਲਾਗੇ ਮੁਸਾਫਰਾਂ ਨਾਲ ਖਚਾਖਚ ਭਰੀਆਂ ਬੇੜੀਆਂ ਦਿਸੀਆਂ। ਸਭ ਤੋਂ ਵੱਡੀ ਬੇਰੀ ਦੇ ਇੱਕ ਪਾਸਿਓਂ ਇੱਕ ਹੋਰ ਧਮਾਕਾ ਹੋਇਆ ਤੇ ਧੂਏਂ ਦੀ ਇੱਕ ਵੱਡੀ ਸਾਰੀ ਲੱਟ ਉੱਪਰ ਵੱਲ ਨੂੰ ਉੱਠੀ। ਟੌਮ ਨੇ ਕਿਹਾ, ਕੋਈ ਜਣਾ ਨਦੀ ਵਿੱਚ ਡੁੱਬ ਗਿਆ ਲੱਗਦਾ ਏ। ਹੱਕ, ਹਾਂ, ਪਿਛਲੇ ਸਾਲ ਜਦ ਬਿਲ ਟਰਸਰ ਡੁੱਬਾ ਸੀ ਤਾਂ ਵੀ ਪਾਣੀ ਵਿੱਚ ਤੋਪਾਂ ਦੇ ਗੋਲੇ ਮਾਰੇ ਗਏ ਸਨ, ਜਿਸ ਨਾਲ ਉਹਦੀ ਲੋਥ ਤਲ ਕੇ ਆ ਕੇ ਤਰਨ ਲੱਗ ਪਈ ਸੀ। ਕੁਝ ਚਿਰ ਚੁੱਪ ਰਹਿਣ ਪਿੱਛੋਂ ਟੌਮ ਅਚਾਨਕ ਬੋਲ ਉੱਠਿਆ, ਮੈਨੂੰ ਤਾਂ ਪਤਾ ਲੱਗ ਗਿਆ ਏ, ਪਿੰਡ ਦੇ ਲੋਕਾਂ ਦੇ ਭਾਣੇ ਅਸੀਂ ਡੁੱਬ ਗਏ ਹਾਂ। ਇਸ ਖਿਆਲ ਦੇ ਆਉਂਦਿਆਂ ਹੀ ਉਹ ਆਪਣੇ ਆਪ ਨੂੰ ਮਹੱਤਵਪੂਰਨ ਵਿਅਕਤੀ ਅਤੇ ਯੋਧੇ ਸਮਝਣ ਲੱਗ ਪਏ। ਉਹਨਾਂ ਬਾਰੇ ਲੋਕ ਦੁਖੀ ਹੋ ਰਹੇ ਸਨ, ਸੋਗ ਮਨਾ ਰਹੇ ਸਨ। ਇਹ ਸੱਚਮੁੱਚ ਕਮਾਲ ਦੀ ਗੱਲ ਸੀ। ਲੁਟੇਰੇ ਬਣਨ ਨਾਲ ਲੋਕਾਂ ਦੇ ਮਨਾਂ ਵਿੱਚ ਉਹਨਾਂ ਦੀ ਕਦਰ ਵੱਧ ਗਈ ਸੀ। ਸ਼ਾਮ ਪੈਣ 'ਤੇ ਉਹਨਾਂ ਨੂੰ ਤਲਾਸ਼ ਕਰਨ ਵਾਲੀਆਂ ਬੇੜੀਆਂ ਆਪੋ ਆਪਣੇ ਟਿਕਾਣੇ ਚਲੀਆਂ ਗਈਆਂ। ਉਹਨਾਂ ਫੇਰ ਮੱਛੀਆਂ ਫੜੀਆਂ ਤੇ ਉਹਨਾਂ ਨੂੰ ਭੁੰਨ ਕੇ ਪੇਟ ਭਰਿਆ। ਉਹ ਸੋਚਣ ਲੱਗੇ ਕਿ ਪਿੰਡ ਵਾਲੇ ਉਹਨਾਂ ਬਾਰੇ ਕੀ ਖਿਆਲ ਕਰ ਰਹੇ ਹੋਣਗੇ। ਇਸ ਨਾਲ ਹੌਲੀ ਹੌਲੀ ਜੋਸ਼ ਤੇ ਖੁਸ਼ੀ ਦੀ ਲਹਿਰ ਖਤਮ ਹੋ ਗਈ ਤੇ ਉਹਨਾਂ ਦਾ ਮਨ ਉਦਾਸ ਹੋ ਗਿਆ। ਜੋ ਨੇ ਡਰਦਿਆਂ ਡਰਦਿਆਂ ਗੱਲਾਂ ਵਿੱਚ ਇਸ਼ਾਰਾ ਕੀਤਾ ਕਿ ਕਿਉਂ ਨਾ ਘਰ ਮੁੜ ਚਲੀਏ, ਹੁਣ ਨਹੀਂ, ਕੁਝ ਚਿਰ ਠਹਿਰ ਕੇ। ਟੌਮ ਨੇ ਉਹਨੂੰ ਸਖਤ ਝਾੜ ਪਾਈ। ਹੱਕ ਨੇ ਮੈਨੂੰ ਕੁਝ ਬੁਰਾ ਭਲਾ ਕਿਹਾ ਤੇ ਇਸ ਤਰ੍ਹਾਂ ਬਗਾਵਤ ਦਾ ਸਿਰ ਕੁਚਲ ਕੇ ਰੱਖ ਦਿੱਤਾ ਗਿਆ। ਕੁਝ ਚਿਰ ਪਿੱਛੋਂ ਹੱਕ ਅਤੇ ਜੌਂ ਸੌਂ ਗਏ। ਉਹਨਾਂ ਨੇ
ਅੱਖਾਂ ਮੀਟਦਿਆਂ ਹੀ ਉਹ ਦੌੜਦਾ ਹੋਇਆ ਨਦੀ ਦੇ ਕੰਢੇ 'ਤੇ ਪਹੁੰਚਿਆ ਤੇ ਉਹਨੂੰ ਪਾਰ ਕਰਕੇ 10 ਵਜੇ ਦੇ ਲਗਭਗ ਆਪਣੇ ਘਰ ਪਹੁੰਚਿਆ। ਪਿਛਵਾੜੇ ਵਾਲੀ ਵਾੜ ਟੱਪ ਕੇ ਉਹਨੇ ਅੰਦਰ ਬੈਠਕ ਵਿੱਚ ਝਾਤੀ ਮਾਰੀ। ਉੱਥੇ ਬੱਤੀ ਜਗ ਰਹੀ ਸੀ। ਉਹਦੀ ਚਾਚੀ ਸਿਡ, ਮੇਰੀ ਅਤੇ ਜੋ ਦੀ ਮਾਤਾ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਸਨ। ਉਹਨੇ ਹੌਲੀ ਜਿਹੀ ਬੂਹਾ ਖੋਲ੍ਹਿਆ। ਚਾਚੀ ਨੇ ਕਿਹਾ, ਹਵਾ ਦੇ ਬੋਲੇ ਨਾਲ ਬੂਹਾ ਖੁੱਲ੍ਹ ਗਿਆ ਹੈ ਸਿਡ, ਜਲਦੀ ਬੰਦ ਕਰ ਬੂਹਾ, ਨਹੀਂ ਤਾਂ ਮੋਮਬੱਤੀ ਬੁਝ ਜਾਏਗੀ। ਟੌਮ ਇਹ ਗੱਲ ਸੁਣਦਿਆਂ ਹੀ ਰੀਂਗ ਕੇ ਮੰਜੇ ਥੱਲੇ ਵੜ ਗਿਆ। ਚਾਚੀ ਕਹਿ ਰਹੀ ਸੀ, ਵਿਚਾਰਾ ਟੌਮ ਇੰਨਾ ਮਾੜਾ ਨਹੀਂ ਸੀ, ਬਸ ਇੱਕੋ ਗੱਲ ਸੀ ਕਿ ਉਹ ਸ਼ਰਾਰਤੀ ਸੀ ਪਰ ਦਿਲ ਦਾ ਬੜਾ ਸਾਫ਼ ਸੀ। ਇਹ ਸ਼ਬਦ ਕਹਿੰਦਿਆਂ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਈ। ਜੋ ਹਾਰਪਰ ਦੀ ਮਾਂ ਕਹਿਣ ਲੱਗੀ, ਮੇਰਾ ਜੋ ਵੀ ਬਸ ਟੌਮ ਵਰਗਾ ਹੀ ਸੀ, ਸ਼ਰਾਰਤਾਂ ਜ਼ਰੂਰ ਕਰਦਾ ਸੀ ਪਰ ਹੈ ਸੀ ਪਿਆਰ ਕਰਨ ਵਾਲਾ। ਮੈਂ ਉਸ ਘੜੀ ਉਤੋਂ ਪਛਤਾਉਂਦੀ ਹਾਂ ਜਦ ਮੈਨੂੰ ਮਲਾਈ ਚੋਰੀ ਖਾਣ ਦੇ ਬਦਲੇ ਕੁੱਟਿਆ ਸੀ। ਡੂੰਘਾ ਹੁੱਕਾ ਭਰਦਿਆਂ ਫਿਰ ਕਹਿਣ ਲੱਗੀ, ਹੁਣ ਮੈਂ ਕਿੱਥੋਂ ਲੱਭਾਂ ਉਹਨੂੰ। ਸਿਡ ਕਹਿਣ ਲੱਗਾ, ਟੌਮ ਉੱਥੇ ਹੀ ਚੰਗਾ ਹੈ ਜਿੱਥੇ ਕਿੱਥੇ ਉਹ ਹੋਣਾ ਹੈ। ਅੱਗੋਂ ਚਾਚੀ ਨੇ ਘੂਰੀ ਵੱਟਦਿਆਂ ਕਿਹਾ, ਮੂੰਹੋਂ ਕਦੀ ਤਾਂ ਅਕਲ ਦੀ ਗੱਲ ਕਰਿਆ ਕਰ, ਰੱਬ ਉਹਨੂੰ ਲੰਮੀ ਉਮਰ ਦੇਵੇ। ਮਿਸਿਜ਼ ਹਾਰਪਰ, ਕੀ ਕਰਾਂ, ਟੌਮ ਦੀ ਯਾਦ ਮੇਰੇ ਮਨ ਨੂੰ ਇੱਕ ਪਲ ਵੀ ਟਿਕਣ ਨਹੀਂ ਦਿੰਦੀ। ਮਿਸਿਜ਼ ਹਾਰਪਰ ਨੇ ਕਿਹਾ, ਰੱਬ ਦੇ ਹੁਕਮ ਅੱਗੇ ਕਿਹਦਾ ਜ਼ੋਰ ਏ, ਜਿਸ ਦੀ ਚੀਜ਼ ਸੀ ਉਹ ਲੈ ਗਿਆ ਏ। ਪਿਛਲੇ ਸ਼ਨੀਚਰਵਾਰ ਦੀ ਗੱਲ ਏ, ਉਹਨੇ ਮੇਰੇ ਕੰਨ ਦੇ ਕੋਲ ਕਰਕੇ ਇੰਨੇ ਜ਼ੋਰ ਦੀ ਪਟਾਕਾ ਚਲਾਇਆ ਸੀ ਕਿ ਬਸ ਮੈਂ ਸਮਝਿਆ ਸੀ ਮੇਰੇ ਕੰਨ ਦੇ ਪਰਦੇ ਹੀ ਪਾੜ ਗਏ ਨੇ। ਪਰ ਮੈਨੂੰ ਤੱਤੀ ਨੂੰ ਕੀ ਪਤਾ ਸੀ ਕਿ ਉਹਨੇ ਐਡੀ ਜਲਦੀ ਵਿਛੋੜਾ ਦੇ ਜਾਣਾ ਏ। ਟੌਮ ਦੜਵੱਟੀ ਸਭ ਕੁਝ ਸੁਣ ਰਿਹਾ ਸੀ। ਉਹਨੇ ਗੱਲਾਂ ਗੱਲਾਂ ਤੋਂ ਹੀ ਪਤਾ ਲਾ ਲਿਆ ਕਿ ਲੋਕਾਂ ਨੂੰ ਯਕੀਨ ਹੋ ਗਿਆ ਹੈ ਕਿ ਤਿੰਨੇ ਮੁੰਡੇ ਡੁੱਬ ਗਏ ਹਨ ਤੇ ਉਹਨਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਗਿਰਜੇ ਘਰ ਵਿੱਚ ਆਉਂਦੇ ਐਤਵਾਰ ਪ੍ਰਾਰਥਨਾ ਕੀਤੀ ਜਾਣੀ ਹੈ। ਥੋੜ੍ਹੇ ਚਿਰ ਪਿੱਛੋਂ ਮਿਸਿਜ਼ ਹਾਰਪਰ ਹੌਕੇ ਲੈਂਦੀ ਉੱਥੋਂ ਚਲੀ ਗਈ। ਸਿਡ ਵੀ ਇੱਕ ਦੋ ਨਿੱਛਾਂ ਮਾਰ ਕੇ ਸੌਂ ਗਿਆ। ਦਾਦੀ ਨੇ ਵੀ ਇਤਨੇ ਪਿਆਰ ਭਰੇ ਸ਼ਬਦਾਂ ਵਿੱਚ ਟੌਮ ਦੀ ਆਤਮਾ ਲਈ ਪ੍ਰਾਰਥਨਾ ਕੀਤੀ ਕਿ ਟੌਮ ਦੀਆਂ ਅੱਖਾਂ ਭਰ ਆਈਆਂ। ਫਿਰ ਜਲਦੀ ਹੀ ਚਾਚੀ ਘੁਰਾੜੇ ਮਾਰਨ ਲੱਗ ਪਈ ਤੇ ਟੌਮ ਨੇ ਮੰਜੇ ਥੱਲਿਓਂ ਨਿਕਲ ਕੇ ਬੜੇ ਪਿਆਰ ਨਾਲ ਉਹਦਾ ਮੱਥਾ ਚੁੰਮਿਆ ਤੇ ਫਿਰ ਰਾਤ ਦੇ ਹਨੇਰੇ ਵਿੱਚ ਅਲੋਪ ਹੋ ਗਿਆ। ਜਦੋਂ ਮੁੜ ਟਾਪੂ ਵਾਲੇ ਟਿਕਾਣੇ 'ਤੇ ਪਹੁੰਚਿਆ ਤਾਂ ਲੋਅ ਲੱਗ ਚੁੱਕੀ ਸੀ। ਉਹਨੇ ਆਪਣੇ ਸਾਥੀਆਂ ਨੂੰ, ਜੋ ਹਾਲੀ ਵੀ ਕੂਕ ਸੁੱਤੇ ਪਏ ਸਨ, ਜਗਾਇਆ। ਸਾਰਿਆਂ ਨੇ ਮਿਲ ਕੇ ਨਾਸ਼ਤਾ ਕੀਤਾ। ਫਿਰ ਉਹ ਮਜ਼ੇ ਖਾਣ ਲੱਗ ਪਏ ਤੇ ਨਾਲ ਨਾਲ ਬੜੇ ਹੈਰਾਨ ਹੋ ਕੇ ਟੌਮ ਦਾ ਮਾਰਕਾ ਸੁਣਦੇ ਰਹੇ। ਇਸ ਪਿੱਛੋਂ ਟੌਮ ਤਾਂ ਇੱਕ ਰੁੱਖ ਥੱਲੇ ਗੂੜੀ ਨੀਂਦ ਵਿੱਚ ਸੌਂ ਗਿਆ ਤੇ ਦੂਜੇ ਦੋਵੇਂ ਮੱਛੀਆਂ ਫੜਨ ਕੰਢੇ ਵੱਲ ਤੁਰ ਪਏ। ਗੱਲਾਂ ਕਰਦਿਆਂ ਕਰਦਿਆਂ ਜਦ 1 ਮਿੰਟ ਲਈ ਵੀ ਚੁੱਪ ਹੋ ਜਾਂਦੀ ਤਾਂ ਜੋ ਹਾਰਪਰ ਡੂੰਘੀਆਂ ਸੋਚਾਂ ਵਿੱਚ ਪੈ ਜਾਂਦਾ ਤੇ ਉਹਨੂੰ ਘਰ ਦੀ ਯਾਦ ਸਤਾਉਣ ਲੱਗ ਜਾਂਦੀ ਤੇ ਉਹਦੀਆਂ ਅੱਖਾਂ ਅੱਥਰੂਆਂ ਨਾਲ ਭਰ ਜਾਂਦੀਆਂ। ਹੱਕ ਵੀ ਥੋੜ੍ਹਾ ਬਹੁਤ ਥਿੜਕਿਆ ਹੋਇਆ ਸੀ ਪਰ ਉਹ ਇਸ ਬਾਰੇ ਪਤਾ ਨਹੀਂ ਸੀ ਲੱਗਣ ਦੇਣਾ ਚਾਹੁੰਦਾ। ਅੰਤ ਜੋ ਮਜਬੂਰ ਹੋ ਕੇ ਬੋਲ ਹੀ ਉੱਠਿਆ, ਮੇਰਾ ਤਾਂ ਦਿਲ ਨਹੀਂ ਲੱਗਦਾ, ਮੈਂ ਘਰ ਜਾਣਾ ਚਾਹੁੰਦਾ ਹਾਂ। ਟੌਮ ਨੇ ਕਿਹਾ, ਐਵੇਂ ਦਿਲ ਨਹੀਂ ਛੱਡੀਦਾ, ਵੇਖ ਮੱਛੀਆਂ ਫੜਨ ਵਿੱਚ ਇੱਥੇ ਕਿੰਨਾ ਮਜ਼ਾ ਆਉਂਦਾ ਹੈ। ਜੋ ਨੇ ਅੱਗੋਂ ਖਿੱਚ ਕੇ ਕਿਹਾ, ਮੱਛੀਆਂ ਨੂੰ ਮਾਰ ਗੋਲੀ, ਮੈਂ ਤਾਂ ਘਰ ਜਾਣਾ ਚਾਹੁੰਦਾ ਹਾਂ। ਟੌਮ ਨੇ ਉਹਦਾ ਮਖੌਲ ਉਡਾਉਂਦਿਆਂ ਕਿਹਾ, ਮਾਂ ਤੋਂ ਬਿਨਾਂ ਉੱਧਰ ਗਿਆ ਲੱਗਦਾ ਹੈ। ਜੋ ਨੇ ਉੱਤਰ ਦਿੱਤਾ, ਹਾਂ ਕਿਉਂ ਨਹੀਂ, ਜੇ ਤੇਰੀ ਮਾਂ ਹੁੰਦੀ ਤਾਂ ਤੇਰਾ ਵੀ ਮੇਰੇ ਜਿਹਾ ਹੀ ਹਾਲ ਹੋਣਾ ਸੀ। ਟੌਮ ਨੇ ਹੱਕ ਨੂੰ ਕਿਹਾ, ਚੱਲ ਫਿਰ ਦਫਾ ਕਰੇ ਨੂੰ ਜਾਣਦੇ ਹੱਕ, ਅਸੀਂ ਦੋਵੇਂ ਇੱਥੇ ਰਹਾਂਗੇ, ਠੀਕ ਹੈ ਨਾ। ਹੱਕ ਨੇ ਉਪਰਾ ਜਿਹਾ ਹੁੰਗਾਰਾ ਭਰਿਆ। ਜੋ ਗੁੱਸੇ ਵਿੱਚ ਕਹਿਣ ਲੱਗਾ, ਮੈਂ ਸਾਰੀ ਉਮਰ ਤੁਹਾਡੇ ਨਾਲ ਕਲਾਮ ਤੱਕ ਨਹੀਂ ਕਰਨੀ, ਮੈਂ ਚੱਲਿਆ ਜੇ। ਟੌਮ ਨੇ ਕਿਹਾ, ਅਸੀਂ ਤੇਰੀ ਕੀ ਪਰਵਾਹ ਕਰਦੇ ਹਾਂ, ਵੱਡਾ ਲੁਟੇਰਾ ਬਣਨ ਦਾ ਚਾਅ ਚੜਿਆ ਸੀ। ਹੱਕ ਜਾਣਦੇ ਇਹਨੂੰ, ਅਸੀਂ ਇਹਦੇ ਬਿਨਾਂ ਹੀ ਕੰਮ ਸਾਰ ਲਵਾਂਗੇ। ਜੋ ਚੁੱਪ ਚੁਪੀਤੇ ਪਾਣੀ ਵਿੱਚ ਠੱਲ ਪਿਆ। ਇਹ ਵੇਖ ਕੇ ਟੌਮ ਦਾ ਦਿਲ ਬੈਠਣ ਲੱਗ ਪਿਆ। ਉਹਨੇ ਹੱਕ ਵੱਲ ਤੱਕਿਆ। ਹੱਕ ਨੇ ਅੱਖਾਂ ਨੀਵੀਆਂ ਪਾਈਆਂ ਹੋਈਆਂ ਸਨ। ਉਹ ਕਹਿਣ ਲੱਗਾ, ਟੌਮ, ਇੱਥੇ ਮੇਰਾ ਵੀ ਜੀਅ ਨਹੀਂ ਲੱਗਦਾ, ਚੱਲ ਅਸੀਂ ਵੀ ਚੱਲੀਏ। ਟੌਮ ਨੇ ਲਾਪਰਵਾਹੀ ਵਿਖਾਉਂਦਿਆਂ ਕਿਹਾ, ਜੇ ਜਾਣਾ ਹੀ ਤਾਂ ਤੂੰ ਵੀ ਚਲਾ ਜਾ, ਮੈਂ ਤਾਂ ਇੱਥੇ ਹੀ ਰਹਾਂਗਾ। ਹੱਕ ਵੀ ਆਪਣਾ ਖਿਲਰਿਆ ਹੋਇਆ ਨਿੱਕ ਸੁੱਕ ਇਕੱਠਾ ਕਰਦਿਆਂ ਹੋਇਆਂ ਕਹਿਣ ਲੱਗਾ, ਟੌਮ ਤੂੰ ਵੀ ਚੱਲਦਾ ਤਾਂ ਚੰਗਾ ਸੀ, ਚੰਗੀ ਤਰ੍ਹਾਂ ਸੋਚ ਲਿਆ ਇੱਕ ਵਾਰੀ ਫੇਰ। ਟੌਮ ਨੇ ਗੁੱਸੇ ਵਿੱਚ ਕਿਹਾ, ਤਾਂ ਫਿਰ ਉਡੀਕਦੇ ਰਿਹੋ ਬੈਠੇ। ਹੱਕ ਮੂੰਹ ਨੀਵਾਂ ਪਾਈ ਉੱਥੋਂ ਤੁਰ ਪਿਆ ਤੇ ਟੌਮ ਉਹਦੇ ਪਿੱਛੇ ਪਿੱਛੇ ਵੇਖਦਾ ਰਿਹਾ। ਉਹਦਾ ਖਿਆਲ ਸੀ ਕਿ ਕੁਝ ਦੂਰ ਜਾ ਕੇ ਦੋਵੇਂ ਰੁਕ ਜਾਣਗੇ, ਪਰ ਰਹਿ ਗਿਆ ਵਹਿ ਕੇ ਖੁਸਣ ਲੱਗਾ ਤੇ ਉਹਨੇ ਉੱਚੀ ਆਵਾਜ਼ 'ਤੇ ਦੇ ਕੇ ਕਿਹਾ, ਠਹਿਰੋ ਠਹਿਰੋ, ਜ਼ਰਾ ਇੱਕ ਗੱਲ ਸੁਣ ਜਾਇਓ। ਹੱਕ ਤੇ ਜੋ ਦੋਵੇਂ ਰੁਕ ਗਏ ਤੇ ਟੌਮ ਨੇ ਉਹਨਾਂ ਦੇ ਕੰਨ ਵਿੱਚ ਕੁਝ ਕੁਸਰ ਮੁਸਰ ਕੀਤੀ। ਅਚਾਨਕ ਤਿੰਨਾਂ ਦੇ ਚਿਹਰੇ ਖਿੜ ਗਏ। ਹੱਕ ਤੇ ਜੋ ਇਹ ਕਹਿੰਦਿਆਂ ਵਾਪਸ ਮੁੜ ਆਏ, ਵਾਹ ਵਾਹ, ਤੈਨੂੰ ਕਮਾਲ ਦੀ ਸੁੱਜੀ ਏ। ਅਗਲੇ ਐਤਵਾਰ ਸੋਗ ਮਨਾਉਣ ਵਾਲਿਆਂ ਨਾਲ ਗਿਰਜਾ ਘਰ ਖਚਾ ਖਚ ਭਰਿਆ ਹੋਇਆ ਸੀ। ਪਾਦਰੀ ਨੇ ਬੜੇ ਦਰਦਨਾਕ ਸ਼ਬਦਾਂ ਵਿੱਚ ਗੁੰਮ ਹੋਈਆਂ ਰੂਹਾਂ ਦੇ ਜੀਵਨ ਦੀ ਤਸਵੀਰ ਖਿੱਚੀ ਤੇ ਵਿਸਤਾਰਪੂਰਵਕ ਉਹਨਾਂ ਦੇ ਗੁਣਾਂ ਦਾ ਜ਼ਿਕਰ ਕੀਤਾ। ਅੰਤ ਗਿਰਜਾ ਘਰ ਵਿੱਚ ਇਕੱਠੇ ਹੋਏ ਸਭ ਲੋਕ, ਕੀ ਪਾਦਰੀ, ਕੀ ਬੱਚਿਆਂ ਦੇ ਮਾਤਾ ਪਿਤਾ, ਸਭ ਦੀਆਂ ਅੱਖਾਂ ਵਿੱਚੋਂ ਜ਼ਾਰ ਅੱਥਰੂ ਵਗ ਤੁਰੇ। ਅਚਾਨਕ ਉੱਪਰ ਗੈਲਰੀ ਵਿੱਚੋਂ ਸਰਸਰਾਹਟ ਦੀ ਆਵਾਜ਼ ਆਈ। ਪਾਦਰੀ ਨੇ ਉਸ ਪਾਸੇ ਵੱਲ ਤੱਕਿਆ ਤੇ ਬੁੱਤ ਦਾ ਬੁੱਤ ਬਣ ਕੇ ਖੜੋ ਗਿਆ। ਹੌਲੀ ਹੌਲੀ ਸਭ ਦੀ ਨਜ਼ਰ ਉਸ ਥਾਂ 'ਤੇ ਜਾ ਟਿਕੀ। ਉਹ ਕੀ ਵੇਖਦੇ ਹਨ ਕਿ ਤਿੰਨੇ ਗੁੰਮ ਹੋਏ ਲੜਕੇ ਗੈਲਰੀ ਵਿੱਚ ਖੜੇ ਹਨ। ਸਭ ਤੋਂ ਅੱਗੇ ਟੌਮ, ਫਿਰ ਜੋ ਤੇ ਫਿਰ ਹੱਕਲਬੇਰੀ ਸੀ। ਸੋਗ ਦੀ ਥਾਂ ਹਰ ਇੱਕ ਦੇ ਮਨ ਵਿੱਚ ਹੈਰਾਨੀ ਭਰ ਗਈ ਤੇ ਬੱਚਿਆਂ ਦੇ ਮਾਤਾ ਪਿਤਾ
ਉਹਨਾਂ ਨਾਲ ਇੰਜ ਗਲੇ ਲਗਾ ਕੇ ਮਿਲੇ ਜਿਵੇਂ ਉਹ ਸਦੀਆਂ ਦੇ ਵਿਛੜੇ ਮਿਲੇ ਹਨ। ਇਹ ਹੀ ਭੇਦ ਭਰੀ ਗੱਲ ਸੀ ਜੋ ਟੌਮ ਨੇ ਦੂਜੇ ਸਾਥੀਆਂ ਦੇ ਕੰਨ ਵਿੱਚ ਦੱਸੀ ਸੀ। ਉਹ ਸ਼ਨਿਚਰਵਾਰ ਵਾਲੇ ਦਿਨ ਰਾਤ ਨੂੰ ਲੁਕ ਛਿਪ ਕੇ ਗਿਰਜੇ ਘਰ ਦੀ ਗੈਲਰੀ ਵਿੱਚ ਨੀਂਦ ਕਰਨ ਅਤੇ ਐਨ ਉਸ ਵੇਲੇ ਦਿਖਾਈ ਦੇਣ ਜਦ ਲੋਕ ਉਹਨਾਂ ਦੇ ਸਦੀਵੀ ਵਿਛੋੜੇ ਲਈ ਹੰਝੂ ਕੇਰ ਲਏ ਹੋਣ। ਅਗਲੇ ਦਿਨ ਚਾਚੀ ਨੇ ਟੌਮ ਨੂੰ ਆਪਣੇ ਕੋਲ ਬਿਠਾ ਕੇ ਪਿਆਰ ਨਾਲ ਗੱਲਾਂ ਕਰਦਿਆਂ ਕਿਹਾ, ਬੇਟਾ ਸ਼ਰਾਰਤ ਵੀ ਤਾਂ ਰਾਹ ਦੀ ਹੁੰਦੀ ਏ। ਕਦੀ ਇਸ ਹੱਦ ਤੱਕ ਨਹੀਂ ਜਾਣਾ ਚਾਹੀਦਾ ਕਿ ਹਾਸੇ ਦਾ ਮੁੜਾਸਾ ਬਣ ਜਾਏ। ਰੱਬ ਦਾ ਲੱਖ ਲੱਖ ਸ਼ੁਕਰ ਏ ਕਿ ਤੇਰਾ ਮੂੰਹ ਵੇਖਣਾ ਨਸੀਬ ਹੋਇਆ ਹੈ। ਮੁੜ ਇਹੋ ਜਿਹੀ ਸ਼ਰਾਰਤ ਨਾ ਕਰੀ। ਹੁਣ ਸਕੂਲ ਵਿੱਚ ਟੌਮ ਦੀ ਬੜੀ ਟੌਰ ਸੀ। ਉਹ ਇੱਕ ਮਹਾਨ ਯੋਧੇ ਵਾਂਗ ਜਿਸ ਨੇ ਬੜੇ ਵੱਡੇ ਮਾਰਕੇ ਮਾਰੇ ਹੋਣ ਰੋਬ ਨਾਲ ਤੁਰਦਾ ਸੀ। ਸਕੂਲ ਦੇ ਬਾਕੀ ਲੜਕੇ ਉਹਦੇ ਲਾਗੇ ਖੜੋ ਕੇ ਬੜਾ ਫਖਰ ਮਹਿਸੂਸ ਕਰਦੇ ਸਨ। ਹਰ ਰੋਜ਼ ਜਦ ਸਬਕ ਯਾਦ ਕਰ ਰਹੇ ਹੁੰਦੇ ਸਨ ਤਾਂ ਉਹਨਾਂ ਦਾ ਅਧਿਆਪਕ ਆਪਣੇ ਡੈਸਕ ਵਿੱਚੋਂ ਇੱਕ ਕਿਤਾਬ ਕੱਢ ਕੇ ਵੇਖਦਾ ਹੁੰਦਾ ਸੀ ਤੇ ਫਿਰ ਤਾਲੇ ਅੰਦਰ ਬੰਦ ਕਰ ਦਿੰਦਾ ਸੀ। ਸਕੂਲ ਦਾ ਕੋਈ ਐਸਾ ਵਿਦਿਆਰਥੀ ਨਹੀਂ ਸੀ ਜੋ ਇਸ ਪੁਸਤਕ ਨੂੰ ਵੇਖਣ ਲਈ ਉਤਾਵਲਾ ਨਾ ਹੋਵੇ। ਇੱਕ ਦਿਨ ਅਧਿਆਪਕ ਦੇ ਸਕੂਲ ਆਉਣ ਤੋਂ ਪਹਿਲਾਂ ਹੀ ਜਦ ਬੈਕੀ ਨਾਂ ਦੀ ਇੱਕ ਛੋਟੀ ਜਿਹੀ ਲੜਕੀ ਅਧਿਆਪਕ ਦੇ ਡੈਸਕ ਕੋਲੋਂ ਦੀ ਲੰਘ ਰਹੀ ਸੀ ਤਾਂ ਉਹਨੇ ਵੇਖਿਆ ਕਿ ਡੈਸਕ ਦੀ ਚਾਬੀ ਤਾਲੇ ਨਾਲ ਹੀ ਲੱਗੀ ਰਹਿ ਗਈ ਹੈ। ਇਹ ਜਾਣ ਕੇ ਕਿ ਉਹਨੂੰ ਕੋਈ ਨਹੀਂ ਵੇਖ ਰਿਹਾ, ਉਹਨੇ ਦਬਾ ਦਬ ਡੈਸਕ ਵਿੱਚੋਂ ਕਿਤਾਬ ਕੱਢੀ ਤੇ ਉਹਦੇ ਵਰਕੇ ਫੋਲਣ ਲੱਗ ਪਈ। ਅਚਾਨਕ ਪਿਛਲੇ ਪਾਸਿਓਂ ਕਿਤਾਬ ਤੇ ਕਿਸੇ ਦਾ ਪਰਛਾਵਾਂ ਪਿਆ। ਉਹਨੇ ਮੁੜ ਕੇ ਵੇਖਿਆ ਤਾਂ ਟੌਮ ਉੱਥੇ ਖੜਾ ਸੀ। ਬੈਕੀ ਨੇ ਜਲਦੀ ਨਾਲ ਕਿਤਾਬ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਬੰਦ ਕਰਦੇ ਕਰਦੇ ਉਹਦਾ ਇੱਕ ਵਰਕਾ ਫਟ ਗਿਆ। ਉਹਨੇ ਕਿਤਾਬ ਨੂੰ ਉਂਝ ਹੀ ਡੈਸਕ ਵਿੱਚ ਬੰਦ ਕਰ ਦਿੱਤਾ ਤੇ ਆਪ ਫੁੱਟ ਕੇ ਰੋਣ ਲੱਗ ਪਈ ਤੇ ਰੋਂਦਿਆਂ ਹੋਇਆਂ ਟੌਮ ਨੂੰ ਕਹਿਣ ਲੱਗੀ, ਟੌਮ ਤੂੰ ਬੜਾ ਕਮੀਨਾ ਹੈ। ਤੂੰ ਚੋਰਾਂ ਵਾਂਗ ਲੋਕਾਂ ਦੀਆਂ ਹਰਕਤਾਂ ਤੇ ਨਜ਼ਰ ਰੱਖਦਾ ਹੈ। ਮੈਨੂੰ ਪਤਾ ਹੈ ਤੂੰ ਮਾਸਟਰ ਜੀ ਨੂੰ ਮੇਰੀ ਸ਼ਿਕਾਇਤ ਕਰ ਦੇਣੀ ਹੈ। ਹਾਏ ਹੁਣ ਮੈਂ ਕੀ ਕਰਾਂ, ਮੈਨੂੰ ਜ਼ਰੂਰ ਕੁੱਟ ਪੈਣੀ ਹੈ। ਟੌਮ ਨੇ ਕਿਹਾ, ਤੂੰ ਕਿੱਡੀ ਮੂਰਖ ਹੈ, ਮੈਂ ਭਲਾ ਤੇਰੀ ਸ਼ਿਕਾਇਤ ਕਿਉਂ ਕਰਾਂ। ਮਾਸਟਰ ਜੀ ਨੇ ਪੁੱਛਣਾ ਤਾਂ ਜ਼ਰੂਰ ਹੈ ਕਿ ਇਹ ਸ਼ਰਾਰਤ ਕਿਸ ਦੀ ਹੈ, ਪਰ ਅੱਗੋਂ ਕਿਸੇ ਨੇ ਹੁੰਗਾਰਾ ਭਰਨਾ ਹੀ ਨਹੀਂ। ਫਿਰ ਉਹਨੇ ਵਾਰੀ ਸਭ ਤੋਂ ਪੁੱਛਣਾ ਹੈ ਤੇ ਜਦੋਂ ਸ਼ਰਾਰਤ ਕਰਨ ਵਾਲੇ ਦੀ ਵਾਰੀ ਆਉਣੀ ਹੈ ਉਹਨੂੰ ਕਿਸੇ ਦੇ ਦੱਸਿਆਂ ਬਿਨਾਂ ਹੀ ਪਤਾ ਲੱਗ ਜਾਣਾ ਹੈ। ਖਾਸ ਕਰਕੇ ਕੁੜੀਆਂ ਦੇ ਚਿਹਰੇ ਆਪੇ ਦੱਸ ਦਿੰਦੇ ਨੇ ਤੇ ਸ਼ਰਾਰਤੀ ਨੂੰ ਆਪੇ ਹੀ ਸਜ਼ਾ ਮਿਲ ਜਾਣੀ ਹੈ। ਥੋੜੇ ਚਿਰ ਪਿੱਛੋਂ ਅਧਿਆਪਕ ਵੀ ਆ ਗਿਆ। ਬੱਚਿਆਂ ਨੂੰ ਸਬਕ ਦੇ ਕੇ ਉਹ ਹਰ ਰੋਜ਼ ਵਾਂਗ ਉਂਗਣ ਲੱਗ ਪਿਆ। ਫਿਰ ਉਹ ਅਚਾਨਕ ਸਿੱਧਾ ਹੋ ਕੇ ਬੈਠ ਗਿਆ ਤੇ ਇੱਕ ਲੰਮੀ ਸਾਰੀ ਉਬਾਸੀ ਲਈ ਤੇ ਡੈਸਕ ਦਾ ਤਾਲਾ ਖੋਲ੍ਹਿਆ। ਟੌਮ ਨੂੰ ਵਿਚਾਰੀ ਤੇ ਬੜਾ ਤਰਸ ਆਇਆ। ਪਹਿਲਾਂ ਤਾਂ ਉਹਦਾ ਜੀ ਕੀਤਾ ਉਹ ਦਬਾ ਅਧਿਆਪਕ ਦੇ ਹੱਥੋਂ ਕਿਤਾਬ ਖੋਹ ਕੇ ਨੱਸ ਜਾਵੇ, ਪਰ ਉਹ ਵੇਲਾ ਖੁੰਝ ਗਿਆ ਸੀ। ਅਧਿਆਪਕ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਰਿਹਾ ਸੀ। ਉਹ ਇੱਕਦਮ ਗਰਜਦੀ ਹੋਈ ਆਵਾਜ਼ ਵਿੱਚ ਬੋਲਿਆ, ਦੱਸੋ ਇਹ ਕਿਤਾਬ ਕਿੰਨੇ ਪਾੜੀ ਹੈ। ਸਾਰੀ ਜਮਾਤ ਵਿੱਚ ਸਨਾਟਾ ਛਾ ਗਿਆ। ਅਧਿਆਪਕ ਵਾਰੀ ਸਭ ਦਾ ਚਿਹਰਾ ਟੋਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੈਂਜਮਨ, ਇਹ ਕਿਤਾਬ ਤੂੰ ਪਾੜੀ ਹੈ? ਜੀ ਨਹੀਂ। ਜੋਜ਼ਫ, ਕੀ ਇਹ ਤੇਰੀ ਕਰਤੂਤ ਹੈ? ਜੀ ਨਹੀਂ। ਐਮੀ ਲਾਰੈਂਸ, ਐਮੀ ਨੇ ਵੀ ਅੱਗੋਂ ਸਿਰ ਫੇਰਿਆ। ਗ੍ਰੇਸ ਮਿਲਰ, ਜੀ ਨਹੀਂ। ਹੁਣ ਵਾਰੀ ਬੈਕੀ ਦੀ ਸੀ। ਟੌਮ ਸਿਰ ਤੋਂ ਪੈਰਾਂ ਤੱਕ ਕੰਬ ਰਿਹਾ ਸੀ। ਬੈਕੀ, ਇਹ ਕਿਤਾਬ ਤੂੰ ਤਾਂ ਨਹੀਂ ਪਾੜੀ? ਬੈਕੀ ਦਾ ਚਿਹਰਾ ਪੀਲਾ ਭੂਕ ਸੀ। ਉਹਦੇ ਮੂੰਹੋਂ ਗੱਲ ਨਿਕਲਣ ਤੋਂ ਪਹਿਲਾਂ ਹੀ ਟੌਮ ਨੂੰ ਇੱਕ ਫੁਰਨਾ ਫੁਰਿਆ। ਉਹਨੇ ਬਿਜਲੀ ਦੀ ਤੇਜ਼ੀ ਨਾਲ ਖੜੋ ਕੇ ਕਿਹਾ, ਇਹ ਕਿਤਾਬ ਮੈਥੋਂ ਪਾਟੀ ਏ। ਜਦ ਟੌਮ ਮਾਰ ਖਾਣ ਲਈ ਅਗਾਂਹ ਵਧਿਆ ਤਾਂ ਜਮਾਤ ਦੇ ਸਭ ਵਿਦਿਆਰਥੀ ਟੌਮ ਵੱਲ ਤੱਕ ਰਹੇ ਸਨ, ਪਰ ਬੈਕੀ ਦੇ ਚਿਹਰੇ ਤੇ ਜੋ ਹੈਰਾਨੀ ਤੇ ਧੰਨਵਾਦ ਦੇ ਚਿੰਨ੍ਹ ਸਨ ਉਹਨਾਂ ਸਾਹਮਣੇ ਟੌਮ ਲਈ ਸੋਟੀਆਂ ਦੀ ਕੀ ਮਾਰ ਸੀ। ਟੌਮ ਨੇ ਅੱਗੋਂ ਉਫ ਤੱਕ ਨਾ ਕੀਤੀ। ਉਸ ਰਾਤ ਜਦ ਟੌਮ ਬਿਸਤਰੇ ਤੇ ਸੁੱਤਾ ਤਾਂ ਬੈਕੀ ਦੇ ਇਹ ਸ਼ਬਦ, ਟੌਮ ਤੂੰ ਕਿੰਨਾ ਚੰਗਾ ਹੈ, ਉਹਦੇ ਕੰਨਾਂ ਵਿੱਚ ਗੂੰਜ ਰਹੇ ਸਨ। ਆਖਰ ਕਤਲ ਦਾ ਮੁਕੱਦਮਾ ਕਚਹਿਰੀ ਵਿੱਚ ਪੇਸ਼ ਹੋਇਆ। ਟੌਮ ਨੇ ਹੱਕਲਬੇਰੀ ਨੂੰ ਇੱਕ ਬੰਨੇ ਲਿਜਾ ਕੇ ਪੁੱਛਿਆ ਕਿ ਉਹਨੇ ਕਤਲ ਬਾਰੇ ਕਿਸੇ ਨਾਲ ਗੱਲ ਤਾਂ ਨਹੀਂ ਕੀਤੀ। ਉਹਨੇ ਉੱਤਰ ਦਿੱਤਾ, ਮੈਂ ਇਹੋ ਜਿਹੀ ਬੇਵਕੂਫੀ ਕਰਕੇ ਮਰਨਾ ਹੈ। ਤੈਨੂੰ ਪਤਾ ਹੀ ਹੈ ਕਿ ਮੂੰਹੋਂ ਗੱਲ ਨਿਕਲੀ ਨਹੀਂ ਤੇ ਅਸੀਂ ਰਗੜੇ ਗਏ ਨਹੀਂ। ਇਹ ਸੁਣ ਕੇ ਟੌਮ ਨੂੰ ਕੁਝ ਤਸੱਲੀ ਹੋ ਗਈ। ਹੱਕਲਬੈਰੀ ਨੇ ਕਿਹਾ, ਪਰ ਮੇਰੇ ਦਿਮਾਗ ਵਿੱਚ ਸਦਾ ਮਫ ਪਾਟਰ ਫਿਰਦਾ ਰਹਿੰਦਾ ਹੈ। ਉਹਨੂੰ ਯਾਦ ਕਰਦਿਆਂ ਹੀ ਮੇਰਾ ਪਸੀਨਾ ਛੁੱਟ ਜਾਂਦਾ ਹੈ। ਉਹ ਤਾਂ ਵਿਚਾਰਾ ਨਿਰਦੋਸ਼ ਹੀ ਫਸ ਗਿਆ ਹੈ। ਉਹਨੇ ਕਦੀ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਮੈਨੂੰ ਯਾਦ ਹੈ ਉਹਨੇ ਆਪਣੇ ਹਿੱਸੇ 'ਚੋਂ ਅੱਧੀ ਮੱਛੀ ਇੱਕ ਵਾਰ ਮੈਨੂੰ ਦਿੱਤੀ ਸੀ ਤੇ ਕਈ ਵਾਰ ਮੱਛੀਆਂ ਫੜਨ ਵਿੱਚ ਉਹਨੇ ਮਦਦ ਵੀ ਕੀਤੀ ਹੈ। ਟੌਮ ਨੇ ਕਿਹਾ, ਹਾਂ ਉਹ ਹੈ ਬੜਾ ਨੇਕ। ਉਹ ਕਈ ਵਾਰ ਮੇਰੀ ਫਟੀ ਹੋਈ ਗੁੱਡੀ ਵੀ ਗੰਢ ਦਿੰਦਾ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਵਿਚਾਰਾ ਕਿਸੇ ਨਾ ਕਿਸੇ ਤਰ੍ਹਾਂ ਬਚ ਜਾਏ। ਇਸ ਤਰ੍ਹਾਂ ਉਹਨਾਂ ਨੂੰ ਗੱਲਾਂ ਕਰਦਿਆਂ ਸ਼ਾਮ ਪੈ ਗਈ। ਉਹ ਫਿਰਦੇ ਫਰਾਂਦਿਆਂ ਜੇਲ੍ਹ ਕੋਲ ਪਹੁੰਚ ਗਏ। ਉਹਨਾਂ ਸੀਖ ਵਾਲੀ ਬਾਰੀ ਰਾਹੀਂ ਮਫ ਪਾਟਰ ਨੂੰ ਖਾਣ ਪੀਣ ਵਾਲੀਆਂ ਕੁਝ ਚੀਜ਼ਾਂ ਦਿੱਤੀਆਂ। ਮਫ ਪਾਟਰ ਕਹਿਣ ਲੱਗਾ, ਮੈਂ ਤੁਹਾਡਾ ਕੀਤਾ ਕਦੀ ਨਹੀਂ ਭੁਲਾ ਸਕਦਾ। ਮੈਂ ਕਈ ਵਾਰ ਸੋਚਦਾ ਹਾਂ ਕਿ ਮੈਂ ਮੁੰਡਿਆਂ ਦੀਆਂ ਗੁੱਡੀਆਂ ਗੰਢਦਾ ਰਿਹਾ ਹਾਂ ਤੇ ਕਈ ਵਾਰ ਉਹਨਾਂ ਨੂੰ ਮੱਛੀਆਂ ਫੜਨ ਲਈ ਥਾਵਾਂ ਬਾਰੇ ਵੀ ਦੱਸਦਾ ਰਿਹਾ ਹਾਂ, ਪਰ ਇਸ ਔਖੇ ਸਮੇਂ ਤੁਹਾਥੋਂ ਸਿਵਾ ਮੇਰੇ ਲਾਗੇ ਕੋਈ ਨਹੀਂ ਲੱਗਾ। ਅਗਲੇ ਦਿਨ ਜਿਊਰੀ ਨੇ ਫੈਸਲਾ ਸੁਣਾਉਣਾ ਸੀ। ਕਚਹਿਰੀ ਖਚਾ ਖਚ ਭਰੀ ਹੋਈ ਸੀ। ਸਮੇਂ ਸਿਰ ਜਿਊਰੀ ਦੇ ਮੈਂਬਰ ਆਪੋ ਆਪਣੀ ਥਾਂ ਤੇ ਆ ਕੇ ਸੱਜ ਗਏ। ਪਾਟਰ ਹੱਥਕੜੀਆਂ ਬੇੜੀਆਂ ਨਾਲ ਜਕੜਿਆ ਉੱਥੇ ਲਿਆਂਦਾ ਗਿਆ। ਉਹਦਾ ਚਿਹਰਾ ਪੀਲਾ ਤੇ ਨਿਰਾਸਤਾ ਭਰਪੂਰ ਸੀ। ਸ਼ੈਰਿਫ ਨੇ ਕਾਰਵਾਈ ਸ਼ੁਰੂ ਕਰ ਦਿੱਤੀ।
ਪਹਿਲੇ ਗਵਾਹ ਨੇ ਦੱਸਿਆ ਕਿ ਜਿਸ ਸਵੇਰ ਕਤਲ ਦੀ ਇਤਲਾਹ ਮਿਲੀ ਸੀ ਉਸ ਦਿਨ ਮਫ ਪਾਟਰ ਸਵੇਰੇ ਸਵੇਰੇ ਨਦੀ ਵਿੱਚ ਨਹਾਉਂਦਾ ਵੇਖਿਆ ਗਿਆ ਸੀ ਤੇ ਉਹਨੇ ਗਵਾਹ ਨੂੰ ਵੇਖਦਿਆਂ ਹੀ ਉੱਥੋਂ ਖਿਸਕਣ ਦੀ ਕੋਸ਼ਿਸ਼ ਕੀਤੀ ਸੀ। ਦੂਜੇ ਗਵਾਹ ਨੇ ਦੱਸਿਆ ਕਿ ਲੋਥ ਲਾਗੇ ਚਾਕੂ ਪਿਆ ਸੀ। ਤੀਜੇ ਨੇ ਦੱਸਿਆ ਕਿ ਉਹ ਚਾਕੂ ਜਿਸ ਨਾਲ ਕਤਲ ਦੀ ਵਾਰਦਾਤ ਹੋਈ ਹੈ ਉਹਨੇ ਕਈ ਵਾਰ ਪਾਟਰ ਪਾਸ ਵੇਖਿਆ ਸੀ। ਇਸ ਤੇ ਸਰਕਾਰੀ ਵਕੀਲ ਨੇ ਕਿਹਾ ਇਹਨਾਂ ਗਵਾਹੀਆਂ ਤੋਂ ਪੂਰੀ ਤਰ੍ਹਾਂ ਸਾਬਤ ਹੋ ਗਿਆ ਹੈ ਕਿ ਪਾਟਰ ਕਾਤਲ ਹੈ। ਇਹ ਸੁਣਦਿਆਂ ਹੀ ਪਾਟਰ ਦੇ ਮੂੰਹੋਂ ਇੱਕ ਦਰਦ ਭਰੀ ਚੀਕ ਨਿਕਲੀ ਤੇ ਉਹਨੇ ਆਪਣੇ ਮੂੰਹ ਦੋਹਾਂ ਹੱਥਾਂ ਨਾਲ ਕੱਜ ਲਿਆ। ਪਾਟਰ ਦਾ ਵਕੀਲ ਜੋ ਹੁਣ ਤੱਕ ਚੁੱਪ ਸੀ ਉੱਠਿਆ ਤੇ ਸ਼ੈਰਿਫ ਨੂੰ ਕਹਿਣ ਲੱਗਾ, ਹਜ਼ੂਰ, ਪਹਿਲਾਂ ਅਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਪਾਟਰ ਨੇ ਨਸ਼ੇ ਦੇ ਅਸਰ ਹੇਠ ਇਹ ਕਤਲ ਕੀਤਾ ਹੈ, ਪਰ ਨਵੀਂ ਤਫਤੀਸ਼ ਦੀ ਰੋਸ਼ਨੀ ਵਿੱਚ ਮੈਂ ਆਪਣੀ ਸਲਾਹ ਬਦਲ ਲਈ ਹੈ। ਆਪ ਕਿਰਪਾ ਕਰਕੇ ਕਲਰਕ ਨੂੰ ਹੁਕਮ ਦਿਓ ਕਿ ਉਹ ਟੌਮ ਸਾਇਰ ਨੂੰ ਪੇਸ਼ ਹੋਣ ਲਈ ਕਹੇ। ਜਦ ਕਲਰਕ ਦੇ ਸੱਦੇ ਤੇ ਟੌਮ ਸਾਇਰ ਗਵਾਹੀ ਵਾਲੇ ਜੰਗਲੇ ਵਿੱਚ ਆ ਖੜਾ ਹੋਇਆ ਤਾਂ ਸਭ ਦੀ ਨਜ਼ਰ ਉਸ ਤੇ ਜਾ ਟਿਕੀ। ਉਹ ਸ਼ਕਲ ਤੋਂ ਘਬਰਾਇਆ ਹੋਇਆ ਲੱਗਦਾ ਸੀ। ਵਕੀਲ ਨੇ ਕਿਹਾ, ਟੌਮ, ਤੂੰ ਉਸ ਦਿਨ ਕਿੱਥੇ ਸਾਂ ਜਦ ਕਤਲ ਦੀ ਵਾਰਦਾਤ ਹੋਈ ਏ? ਟੌਮ ਦੀ ਨਜ਼ਰ ਇੰਜਨ ਜੋ ਦੇ ਮੂੰਹ ਤੇ ਪਈ ਤੇ ਉਹਦੀ ਜ਼ੁਬਾਨ ਰੁਕ ਗਈ, ਪਰ ਜਲਦੀ ਹੀ ਹੌਸਲਾ ਕਰਕੇ ਉਹ ਧੀਮੀ ਜੀ ਆਵਾਜ਼ ਵਿੱਚ ਬੋਲਿਆ, ਕਬਰਿਸਤਾਨ ਵਿੱਚ। ਵਕੀਲ, ਬੇਟਾ ਡਰਨ ਵਾਲੀ ਕੋਈ ਗੱਲ ਨਹੀਂ, ਜ਼ਰਾ ਉੱਚੀ ਬੋਲ। ਟੌਮ, ਕਬਰਿਸਤਾਨ ਵਿੱਚ? ਵਕੀਲ, ਤੂੰ ਹਾਰਸ ਵਿਲੀਅਮ ਦੀ ਕਬਰ ਤੋਂ ਕਿੰਨੀ ਦੂਰ ਸਾਂ? ਟੌਮ, ਜਿੰਨੀ ਦੂਰ ਮੈਂ ਹੁਣ ਤੁਹਾਥੋਂ ਹਾਂ। ਵਕੀਲ, ਕੀ ਤੂੰ ਉੱਥੇ ਲੁਕਿਆ ਹੋਇਆ ਸਾਂ? ਹਾਂ, ਕਬਰ ਦੇ ਸਿਰੇ ਤੇ ਉੱਗੇ ਹੋਏ ਬ੍ਰਿਖ ਦੇ ਪਿੱਛੇ। ਇਹ ਸੁਣ ਕੇ ਇੰਜਨ ਜੋ ਚੌਂਕ ਪਿਆ। ਵਕੀਲ, ਕੀ ਉਸ ਵੇਲੇ ਤੇਰੇ ਹੱਥ ਵਿੱਚ ਕੁਝ ਸੀ? ਇਹ ਸਵਾਲ ਸੁਣ ਕੇ ਟੌਮ ਕੁਝ ਘਬਰਾ ਗਿਆ। ਵਕੀਲ, ਹਾਂ ਹਾਂ, ਦੱਸ ਬੇਟਾ, ਤੇਰੇ ਪਾਸ ਕੀ ਸੀ? ਟੌਮ, ਮਰੀ ਹੋਈ ਬਿੱਲੀ। ਇਸ ਉੱਤਰ ਤੇ ਕਚਹਿਰੀ ਵਿੱਚ ਇਕੱਠੇ ਹੋਏ ਲੋਕ ਖਿੜਖਿੜਾ ਕੇ ਹੱਸ ਪਏ। ਵਕੀਲ, ਅੱਛਾ ਬੇਟਾ, ਹੁਣ ਤੂੰ ਬਿਨਾਂ ਡਰ ਜਾਂ ਝਿਜਕ ਦੇ ਸਾਫ਼-ਸਾਫ਼ ਦੱਸ ਕਿ ਤੂੰ ਉੱਥੇ ਕੀ ਕੁਝ ਵੇਖਿਆ। ਟੌਮ ਨੇ ਕਈ ਵਾਰ ਪਿੰਡ ਆਉਂਦਿਆਂ ਵੇਖਿਆ ਹੋਇਆ ਸੀ। ਉਹ ਦੋਵੇਂ ਪੁੰਜੇ ਹੀ ਕੰਧ ਨਾਲ ਢੋ ਲਾ ਕੇ ਬੈਠ ਕੇ ਇੱਕ ਕਹਿ ਰਿਹਾ ਸੀ, ਮੈਂ ਇਸ ਬਾਰੇ ਕਈ ਵਾਰ ਸੋਚਿਆ ਹੈ, ਪਰ ਮੈਨੂੰ ਇਹ ਬਿਲਕੁਲ ਪਸੰਦ ਨਹੀਂ ਕਿਉਂਕਿ ਇਹ ਬੜੀ ਖਤਰਨਾਕ ਗੱਲ ਹੈ। ਤੂੰ ਬੜਾ ਡਰਪੋਕ ਹੈ, ਵਿਦੇਸ਼ੀ ਨੇ ਕਿਹਾ। ਇਹ ਆਵਾਜ਼ ਸੁਣਦਿਆਂ ਹੀ ਟੌਮ ਅਤੇ ਹੱਕ ਦੇ ਹੋਸ਼ ਉੱਡ ਗਏ ਕਿਉਂਕਿ ਇਹ ਆਵਾਜ਼ ਇੰਜਨ ਜੋ ਦੀ ਸੀ। ਇੰਜਨ ਜੋ ਨੇ ਕਿਹਾ ਕਿ ਕਤਲ ਦੀ ਵਾਰਦਾਤ ਘੱਟ ਖਤਰਨਾਕ ਸੀ, ਉਹਦਾ ਕੱਖ ਵੀ ਨਹੀਂ ਬਣਿਆ। ਉਹਦੇ ਸਾਥੀ ਨੇ ਕਿਹਾ, ਉਹ ਗੱਲ ਵੱਖਰੀ ਏ, ਉੱਥੇ ਨਵੇਕਲੀ ਥਾਂ ਸੀ, ਲਾਗੇ ਤਾਗੇ ਕੋਈ ਘਰ ਨਹੀਂ ਸੀ। ਮੈਂ ਇਸ ਥਾਂ ਨੂੰ ਛੱਡਣਾ ਚਾਹੁੰਦਾ ਹਾਂ। ਮੈਂ ਤਾਂ ਕੱਲ੍ਹ ਹੀ ਇੱਥੋਂ ਨਿਕਲ ਜਾਣਾ ਸੀ, ਪਰ ਉਹ ਸ਼ਰਾਰਤੀ ਮੁੰਡੇ ਸਾਹਮਣੇ ਵਾਲੀ ਪਹਾੜੀ 'ਤੇ ਖੇਡ ਰਹੇ ਸਨ। ਇੰਜਨ ਜੋ ਦੇ ਮੂੰਹੋਂ ਆਪਣਾ ਨਾਂ ਸੁਣ ਕੇ ਦੋਹਾਂ ਨੂੰ ਫੇਰ ਕੰਬਣੀ ਛਿੜ ਪਈ। ਇਸ ਗੱਲਬਾਤ ਪਿੱਛੋਂ ਦੋਵੇਂ ਆਦਮੀ ਰੋਟੀ ਕੱਢ ਕੇ ਖਾਣ ਲੱਗ ਪਏ। ਫਿਰ ਕੁਝ ਚਿਰ ਪਿੱਛੋਂ ਇੰਜਨ ਜੋ ਕਹਿਣ ਲੱਗਾ, ਪਹਿਲਾਂ ਮੈਂ ਇਹਨੂੰ ਪੂਰੀ ਸੂਹ ਲਾ ਲੈਂਦੇ, ਉਹ ਖਤਰਨਾਕ ਕੰਮ ਫੇਰ ਕਰਾਂਗੇ ਤੇ ਫਿਰ ਟੈਕਸਾਸ ਰਾਜ ਵਿੱਚ ਚੱਲਾਂਗੇ। ਚੱਲ ਹੁਣ ਇੱਥੋਂ ਚੱਲੀਏ, ਪਰ ਇੱਥੇ ਜਿਹੜਾ ਖਜ਼ਾਨਾ ਪਿਆ ਏ ਉਹਦਾ ਕੀ ਕਰੀਏ? ਮੇਰਾ ਖਿਆਲ ਹੈ ਅਸੀਂ ਉਹਨੂੰ ਇੱਥੋਂ ਕੱਢ ਕੇ ਕਿਸੇ ਹੋਰ ਥਾਂ ਦੱਬ ਦਈਏ। ਦੂਜੇ ਨੇ ਕਿਹਾ, ਹਾਂ ਬਿਲਕੁਲ ਠੀਕ ਹੈ। ਇੰਜਨ ਜੋ ਨੇ ਅੱਗੋਂ ਕੁਝ ਸੋਚ ਕੇ ਕਿਹਾ, ਪਰ ਨਹੀਂ, ਇਹ ਗਿਣਤੀ ਜੋ ਤੂੰ ਖਜ਼ਾਨਾ ਪੁੱਟਣ ਲਈ ਇੱਥੋਂ ਕਿਤੋਂ ਫੜੀ ਏ, ਇਸ 'ਤੇ ਤਾਜ਼ੀ ਮਿੱਟੀ ਲੱਗੀ ਹੋਈ ਸੀ। ਇਹ ਹੁਣੇ ਇੱਥੇ ਕੋਈ ਛੱਡ ਕੇ ਗਿਆ ਲੱਗਦਾ ਏ। ਜੇ ਖਜ਼ਾਨਾ ਇੱਥੇ ਰਹਿਣ ਦਿੱਤਾ ਤਾਂ ਇਸ ਤੋਂ ਹੱਥ ਧੋਣੇ ਪੈਣਗੇ। ਇਹਨੂੰ ਕੁੰਦਰ ਵਿੱਚ ਕਿਉਂ ਨਾ ਲੈ ਚਲੀਏ, 1 ਨੰਬਰ ਵਿੱਚ। ਅੱਗੋਂ ਇੰਜਨ ਨੇ ਕਿਹਾ, ਨਹੀਂ, ਨੰਬਰ 2 ਵਿੱਚ ਇਹ, ਪਰ ਇਹ ਗਿਣਤੀ ਬੇਲਚਾ ਇੱਥੇ ਛੱਡ ਕੌਣ ਗਿਆ ਹੈ? ਹੋ ਸਕਦਾ ਹੈ ਕਿ ਉਹ ਉੱਪਰ ਪੜਛੱਤੀ 'ਤੇ ਕਿਤੇ ਚੜਿਆ ਹੋਏ। ਇਹ ਸੁਣਦਿਆਂ ਹੀ ਮੁੰਡਿਆਂ ਨੂੰ ਠੰਡੀਆਂ ਤਰੇਲੀਆਂ ਆਉਣ ਲੱਗ ਪਈਆਂ। ਇੰਜਨ ਜੋ ਚਾਕੂ ਹੱਥ ਵਿੱਚ ਲੈ ਕੇ ਪੌੜੀਆਂ ਵੱਲ ਤੁਰ ਪਿਆ। ਮੁੰਡਿਆਂ ਨੇ ਜਲਦੀ ਲਾਗੇ ਪਈ ਅਲਮਾਰੀ ਵਿੱਚ ਵੜਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਲੱਤਾਂ ਬਾਹਾਂ ਵਿੱਚ ਮਾਨੂੰ ਸਾਹ ਸੱਤ ਨਹੀਂ ਸੀ ਰਿਹਾ। ਕਿਸੇ ਦੇ ਪੌੜੀਆਂ ਚੜ੍ਹਨ ਦੀ ਆਵਾਜ਼ ਆਈ, ਪਰ ਉਹ ਧੜਮ ਕਰਦੇ ਪੌੜੀ ਸਮੇਤ ਫਰਸ਼ 'ਤੇ ਆ ਪਿਆ ਤੇ ਊਂਟ ਪਟਾਂਗ ਬੋਲਦਾ ਹੋਇਆ ਉੱਠਿਆ ਤੇ ਆਪਣੇ ਸਾਥੀ ਨੂੰ ਕਹਿਣ ਲੱਗਾ, ਹੁਣ ਉੱਪਰ ਚੜ੍ਹਨ ਦਾ ਕੀ ਲਾਭ? ਜੇ ਕੋਈ ਉੱਥੇ ਹੋਇਆ ਤਾਂ ਕੀ ਉਹ ਉੱਪਰ ਹੀ ਟੰਗਿਆ ਰਹੇਗਾ? 15 ਮਿੰਟਾਂ ਤੱਕ ਬਿਲਕੁਲ ਹਨੇਰਾ ਹੋ ਜਾਣਾ ਹੈ ਤੇ ਫਿਰ ਉਹ ਬੇਸ਼ੱਕ ਕਰ ਲਏ ਸਾਡਾ ਪਿੱਛਾ। ਜਲਦੀ ਹੀ ਉਹ ਦੋਵੇਂ ਨਦੀ ਵੱਲ ਤੁਰ ਪਏ। ਟੌਮ ਤੇ ਹੱਕ ਪੂਰਾ ਘੰਟਾ ਲਾ ਕੇ ਬੜੀ ਮੁਸ਼ਕਲ ਨਾਲ ਮਿਆਨੀ ਵਿੱਚੋਂ ਥੱਲੇ ਉਤਰੇ। ਅਗਲੇ ਦਿਨ ਟੌਮ ਹੱਕ ਨੂੰ ਨਦੀ ਦੇ ਕੰਢੇ 'ਤੇ ਮਿਲਿਆ। ਉਹਦਾ ਚਿਹਰਾ ਬੜਾ ਉਦਾਸ ਸੀ। ਉਹ ਕਹਿਣ ਲੱਗਾ, ਜੇ ਅਸੀਂ ਗਿਣਤੀ ਬੇਲਚਾ ਜੰਗਲ ਵਿੱਚ ਹੀ ਛੱਡ ਆਏ ਹੁੰਦੇ ਤਾਂ ਇਹ ਖਜ਼ਾਨਾ ਅੱਜ ਸਾਡੇ ਹੱਥ ਵਿੱਚ ਹੋਣਾ ਸੀ। ਇਹੋ ਜਿਹੇ ਸੁਨਹਿਰੀ ਮੌਕੇ ਹਰ ਰੋਜ਼ ਥੋੜ੍ਹੇ ਮਿਲਦੇ ਨੇ। ਟੌਮ ਨੇ ਕਿਹਾ, ਚਲੋ ਜੋ ਹੋਇਆ ਸੋ ਹੋਇਆ, ਹੁਣ ਸਾਨੂੰ ਨੰਬਰ 2 ਦਾ ਪਤਾ ਕਰਨਾ ਚਾਹੀਦਾ ਹੈ। ਮੇਰਾ ਖਿਆਲ ਹੈ ਇਸ ਕਿਸੇ ਸਰਾਂ ਦਾ ਪਤਾ ਹੈ, ਘਰ ਦਾ ਨਹੀਂ। ਹੱਕ ਕਹਿਣ ਲੱਗਾ, ਤੇਰੀ ਗੱਲ ਠੀਕ ਲੱਗਦੀ ਏ। ਮੈਂ ਇੱਕ ਸਰਾਂ ਦੇ ਪਿਛਲੇ ਪਾਸੇ ਨੰਬਰ 2 ਲਿਖਿਆ ਵੇਖਿਆ ਸੀ। ਮੇਰੀ ਜਾਚੇ ਇਹ ਉਹ ਹੀ ਥਾਂ ਹੈ। ਸੋ ਦੋਵੇਂ ਜਣੇ ਉਸ ਸਰਾਂ ਵੱਲ ਗਏ। ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਉਸ ਸਰਾਂ ਦੇ ਇੱਕ ਕਮਰੇ ਵਿੱਚ ਮਾਲਕ ਦਾ ਲੜਕਾ ਰਹਿੰਦਾ ਹੈ ਤੇ ਦੂਜਾ ਬਹੁਤ ਚਿਰ ਤੋਂ ਬੰਦ ਪਿਆ ਹੈ। ਸੋ ਉਹਨਾਂ ਨੂੰ ਯਕੀਨ ਹੋ ਗਿਆ ਕਿ ਅਜਨਬੀ ਦਾ ਇਸੇ ਕਮਰੇ ਵੱਲ ਇਸ਼ਾਰਾ ਸੀ। ਸੋ ਰਾਤ ਦੇ 11 ਵਜੇ ਦੇ ਲਗਭਗ ਉਹ ਇੱਕ ਖਾਲੀ ਹੱਥ ਵਿੱਚ ਬੱਤੀ ਲਈ, ਜਿਸ ਨੂੰ ਉਹਨਾਂ ਨੇ ਆਪਣੇ ਕੱਪੜੇ ਨਾਲ ਢੱਕਿਆ ਹੋਇਆ ਸੀ, ਉਸ ਸਰਾਂ ਵੱਲ ਗਏ। ਹੱਕ ਨੂੰ ਬਾਹਰ ਖੜਿਆਂ ਹੀ ਛੱਡ ਕੇ ਟੌਮ ਹੌਲੀ ਅੰਦਰ ਗਿਆ, ਪਰ ਅੱਧੇ ਕੁ ਘੰਟੇ ਪਿੱਛੋਂ ਹੀ ਦਬਾ ਦਬ ਮੁੜ ਆਇਆ ਤੇ ਆ ਕੇ ਕਹਿਣ ਲੱਗਾ, ਜਲਦੀ ਕਰ, ਇੱਥੋਂ ਫੁੱਟਣ ਦੀ ਕਰੀਏ। ਇਹ ਸੁਣਦਿਆਂ ਹੀ ਹੱਕ ਗੋਲੀ ਵਾਂਗ ਉੱਥੋਂ ਉੱਠਿਆ ਤੇ ਦੋਹਾਂ ਨੇ ਛੱਪਰ ਥੱਲੇ ਜਾ ਸਾਹ ਲਿਆ। ਟੌਮ ਕਹਿਣ ਲੱਗਾ, ਅੱਜ ਤਾਂ ਵਾਲ ਬਚੇ ਹਾਂ,
ਪਹਿਲਾਂ ਤਾਂ ਮੈਂ ਚਾਬੀ ਲਾ ਕੇ ਬੂਹਾ ਖੋਲ੍ਹਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਚਾਬੀ ਤਾਂ ਲੱਗੀ ਹੀ ਨਾ। ਪਰ ਫਿਰ ਮੁੱਠੀ ਨੂੰ ਹੱਥ ਲੱਗਦਿਆਂ ਹੀ ਬੂਹਾ ਆਪਣੇ ਆਪ ਖੁੱਲ੍ਹ ਗਿਆ। ਮੈਂ ਅੰਦਰ ਪੈਰ ਰੱਖਿਆ ਹੀ ਸੀ ਕਿ ਫਿਰ ਕੀ ਹੋਇਆ ਟੌਮ? ਹੱਕ ਨੇ ਘਬਰਾ ਕੇ ਪੁੱਛਿਆ। ਟੌਮ ਨੇ ਕਿਹਾ, ਇੰਜਨ ਜੋ ਉੱਥੇ ਸੁੱਤਾ ਘਰਾੜੇ ਮਾਰ ਰਿਹਾ ਸੀ ਤੇ ਮੇਰਾ ਪੈਰ ਉਹਦੇ ਹੱਥ ਤੇ ਆਉਣੋਂ ਬੜੀ ਮੁਸ਼ਕਲ ਬਚਿਆ ਸੀ। ਹੱਕ ਨੇ ਕਿਹਾ, ਪਰ ਬਕਸ ਕਿੱਥੇ ਸੀ? ਟੌਮ ਨੇ ਉੱਤਰ ਦਿੱਤਾ, ਮੈਨੂੰ ਤਾਂ ਆਪਣੀ ਜਾਨ ਦੀ ਪਈ ਹੋਈ ਸੀ। ਉਹ ਬਕਸਾ ਸੁੱਜਦਾ ਸੀ, ਪਰ ਸਾਨੂੰ ਇੱਥੇ ਆਉਣਾ ਚਾਹੀਦਾ ਹੈ ਜਦ ਉੱਥੇ ਕੋਈ ਨਾ ਹੋਵੇ। ਸਾਨੂੰ ਉਹਦੇ 'ਤੇ ਨਜ਼ਰ ਰੱਖਣੀ ਪਊ, ਕਿਸੇ ਨਾ ਕਿਸੇ ਦਿਨ ਨਿਕਲੇਗਾ ਹੀ। ਹੱਕ ਨੇ ਕਿਹਾ, ਉਸ 'ਤੇ ਨਜ਼ਰ ਰੱਖਣ ਦਾ ਕੰਮ ਮੈਂ ਕਰਦਾ ਹਾਂ ਤੇ ਬਕਸਾ ਲੱਭਣ ਦਾ ਕੰਮ ਤੂੰ ਕਰੀ। ਮੈਂ ਸਾਰਾ ਦਿਨ ਸੁੱਤਾ ਰਿਹਾ ਕਰਾਂਗਾ ਤੇ ਰਾਤ ਜਾ ਕੇ ਉਹਨਾਂ ਦੀਆਂ ਹਰਕਤਾਂ ਤਾੜਦਾ ਰਿਹਾ ਕਰਾਂਗਾ। ਕਈ ਦਿਨ ਜਗਰਾਤੇ ਕੱਟਣ ਪਿੱਛੋਂ ਇੱਕ ਕਾਲੀ ਬੋਲੀ ਰਾਤ ਨੂੰ ਅਚਾਨਕ ਹੱਕ ਦੇ ਕੰਨਾਂ ਕੋਲੋਂ ਦੀ ਦੋ ਆਦਮੀ ਕਿਸਰ ਕੇ ਲੰਘੇ। ਇੱਕ ਦੇ ਹੱਥ ਵਿੱਚ ਕੋਈ ਭਾਰੀ ਜਿਹੀ ਚੀਜ਼ ਸੀ। ਉਹ ਉਹਨਾਂ ਦੇ ਮਗਰ ਤੁਰਿਆ। ਉਹ ਅਸਲ ਵਿੱਚ ਕਾਰਡਿਫ ਨਾਮੀ ਪਹਾੜੀ ਵੱਲ ਜਾ ਰਹੇ ਸਨ। ਉੱਥੇ ਪਹੁੰਚ ਕੇ ਅਚਾਨਕ ਉਹਨੇ ਉੱਗੀਆਂ ਸੰਘਣੀਆਂ ਝਾੜੀਆਂ ਵਿੱਚ ਅਲੋਪ ਹੋ ਗਏ। ਉਹ ਹਨੇਰਾ ਘੁੱਪ ਘੇਰ ਸੀ, ਇਸ ਲਈ ਹੱਕ ਨੂੰ ਸਮਝ ਨਾ ਆਈ ਕਿ ਉਹ ਉਹਨਾਂ ਦਾ ਪਿੱਛਾ ਕਿਵੇਂ ਕਰੇ। ਉਹ ਅਗਾਂਹ ਪੈਰ ਪੁੱਟਣ ਹੀ ਲੱਗਾ ਸੀ ਕਿ ਲਾਗਿਓ ਹੀ ਕਿਸੇ ਦੇ ਖੰਘਣ ਦੀ ਭਾਰੀ ਜਿਹੀ ਆਵਾਜ਼ ਆਈ। ਹੱਕ ਨੂੰ ਇੰਜ ਪ੍ਰਤੀਤ ਹੋਇਆ ਕਿ ਉਹਦਾ ਦਿਲ ਉਛਲ ਕੇ ਉਹਦੇ ਮੂੰਹ ਵਿੱਚ ਆ ਗਿਆ ਹੈ, ਪਰ ਉਹ ਜਲਦੀ ਹੀ ਸੰਭਲ ਗਿਆ। ਅਚਾਨਕ ਹੀ ਇੰਜਨ ਜੋ ਦੱਬੀ ਹੋਈ ਆਵਾਜ਼ ਵਿੱਚ ਬੋਲਿਆ, ਮੈਂ ਬਦਲਾ ਲੈ ਕੇ ਛੱਡਣਾ ਹੈ। ਵਿਧਵਾ ਡਗਲਸ ਦੇ ਪਤੀ ਨੇ ਮੈਨੂੰ ਚਾਬਕਾਂ ਪਵਾਈਆਂ ਸਨ। ਮੈਂ ਇਹਨੂੰ ਮੰਜੇ ਨਾਲ ਜਕੜ ਕੇ ਇਹਦੀਆਂ ਨਾਸਾਂ ਪਾੜ ਦੇਣੀਆਂ ਹੈ। ਜੇ ਮਰਦੀ ਹੈ ਤਾਂ ਮੇਰਾ ਕੀ ਕਸੂਰ ਹੈ? ਤੂੰ ਇਸ ਵਿੱਚ ਮੇਰਾ ਹੱਥ ਵਟਾ। ਜੇ ਜਰਾ ਵੀ ਡਿਸਮਿਸ ਕੀਤੀ ਤਾਂ ਸਮਝ ਲੈ ਕਿ ਤੂੰ ਵੀ ਹੈ ਨਹੀਂ, ਸਮਝਿਆ ਹੀ? ਹੱਕ ਸਾਹ ਘੁੱਟ ਕੇ ਮੁੜਦੇ ਪੈਰੀ ਦੌੜਿਆ ਤੇ ਰਾਹ ਵਿੱਚ ਵੈਲਸ਼ਮੈਨ ਦੇ ਘਰ ਸਾਹਮਣੇ ਪਹੁੰਚ ਕੇ ਬੂਹਾ ਖੜਕਾਇਆ। ਅੰਦਰੋਂ ਆਵਾਜ਼ ਆਈ, ਕੌਣ ਹੈ? ਉਹ ਅੱਗੋਂ ਉੱਤਰ ਮਿਲਿਆ, ਹੱਕਲਬੈਰੀ ਫਿਨ, ਜਲਦੀ ਕਰੋ, ਬੂਹਾ ਖੋਲ੍ਹੋ। ਕੀ ਗੱਲ ਹੈ ਫਿਨ? ਆ ਅੰਦਰ ਆ ਜਾ, ਅੰਦਰੋਂ ਵੈਲਸ਼ਮੈਨ ਬੋਲਿਆ। ਹੱਕ ਨੇ ਘਬਰਾਹਟ ਕਾਰਨ ਟੁੱਟੇ ਫੁੱਟੇ ਸ਼ਬਦਾਂ ਵਿੱਚ ਸਾਰੀ ਗੱਲ ਦੱਸੀ ਤੇ ਮਿੰਟਾਂ ਵਿੱਚ ਬੁੱਢਾ ਤੇ ਉਹਦੇ 3 ਲੜਕੇ ਪਹਾੜੀ ਦੀ ਚੜ੍ਹਾਈ ਚੜ੍ਹਨ ਲੱਗ ਪਏ। ਅਚਾਨਕ ਇੱਕ ਦੂਜੇ ਦੇ ਪਿੱਛੋਂ 2-3 ਧਮਾਕੇ ਹੋਏ ਤੇ ਫਿਰ ਚੀਕਾਂ ਦੀ ਆਵਾਜ਼ ਆਈ। ਇਹ ਸੁਣਦਿਆਂ ਹੀ ਹੱਕ ਉੱਥੋਂ ਨੱਸ ਉੱਠਿਆ। ਅਗਲੇ ਦਿਨ ਸਵੇਰ ਹੱਕ ਨੇ ਬੁੱਢੇ ਵੈਲਸ਼ਮੈਨ ਦਾ ਬੂਹਾ ਖੜਕਾਇਆ। ਬੁੱਢੇ ਨੇ ਉਹਨੂੰ ਕਿਹਾ, ਹੱਕ ਤੂੰ ਕਿੱਥੇ ਚਲਾ ਗਿਆ ਸਾਂ? ਅਸੀਂ ਕਾਫੀ ਰਾਤ ਗਈ ਤੱਕ ਤੈਨੂੰ ਉਡੀਕਦੇ ਰਹੇ ਸਾਂ। ਹੱਕ ਨੇ ਕਿਹਾ, ਪਿਸਤੌਲ ਚੱਲਣ ਦੀ ਆਵਾਜ਼ ਨੇ ਤਾਂ ਮੇਰਾ ਤਰਾ ਹੀ ਕੱਢ ਦਿੱਤਾ ਸੀ। ਬਸ ਮੈਂ ਘਰ ਜਾ ਕੇ ਹੀ ਸਾਹ ਲਿਆ। ਹੁਣ ਪਤਾ ਕਰਨ ਆਇਆ ਕਿ ਅਸਲ ਵਿੱਚ ਗੱਲ ਕੀ ਹੋਈ ਸੀ। ਬੁੱਢੇ ਨੇ ਉੱਤਰ ਦਿੱਤਾ, ਅਸੀਂ ਪੱਬਾਂ ਭਾਰਵਾਦ ਦੇ ਉਹਨਾਂ ਦੇ ਬਹੁਤ ਨੇੜੇ ਪਹੁੰਚ ਗਏ ਸਾਂ। ਐਨ ਉਸੇ ਵੇਲੇ ਮੈਨੂੰ ਨਿੱਛ ਆ ਗਈ। ਉਹ ਨਿੱਛ ਸੁਣਦਿਆਂ ਹੀ ਉੱਥੋਂ ਨੱਸ ਉੱਠੇ। ਮੁੰਡਿਆਂ ਨੇ ਉਹਨਾਂ ਤੇ ਗੋਲੀ ਚਲਾ ਦਿੱਤੀ, ਪਰ ਉਹ ਇਤਨੇ ਤੱਕ ਖਿਸਕ ਗਏ ਸਨ, ਸੋ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ। ਸ਼ੈਰਿਫ ਤੇ ਸਿਪਾਹੀ ਉਹਨਾਂ ਦੀ ਭਾਲ ਵਿੱਚ ਨੇ। ਹੱਕ ਨੇ ਉਸ ਰਾਤ ਦੀ ਘਟਨਾ ਦਾ ਇੰਨਾ ਅਸਰ ਪਿਆ ਕਿ ਉਹ ਕਈ ਦਿਨ ਤੱਕ ਬਿਮਾਰ ਰਿਹਾ। ਟਾਮ ਉਹਨੂੰ ਮਿਲਣ ਲਈ ਗਿਆ ਤੇ ਸਾਰੀ ਗੱਲਬਾਤ ਦਾ ਪਤਾ ਕੀਤਾ। ਉਹਨੇ ਦੱਸਿਆ ਕਿ ਇੰਜਨ ਦੇ ਸਾਥੀ ਦੀ ਲਾਸ਼ ਨਦੀ ਵਿੱਚ ਮਿਲੀ ਹੈ। ਸ਼ਾਇਦ ਉਹ ਰਾਤ ਸਮੇਂ ਨਦੀ ਪਾਰ ਕਰਦਾ ਡੁੱਬ ਗਿਆ ਸੀ ਤੇ ਇੰਜਨ ਜੋ ਪਹਾੜੀ ਵਿੱਚ ਪੁਲ ਭਲਾਈਆਂ ਵਾਲੀ ਕੁੰਦਰ ਵਿੱਚ ਲੁਕਿਆ ਹੋਇਆ ਹੈ। ਜਦ ਸ਼ੈਰਿਫ ਅਤੇ ਸਿਪਾਹੀ ਉਸ ਕੁੰਦਰ ਵਿੱਚ ਪਹੁੰਚੇ ਤਾਂ ਉੱਥੇ ਇੰਜਨ ਜੋ ਵੀ ਕਈ ਦਿਨਾਂ ਤੋਂ ਭੁੱਖਾ ਹੋਣ ਕਰਕੇ ਮਰਿਆ ਪਿਆ ਸੀ। ਅਗਲੇ ਦਿਨ ਟੌਮ ਹੱਕ ਨੂੰ ਇੱਕ ਲੁਕਵੀਂ ਥਾਂ ਕੇ ਲੈ ਜਾ ਕੇ ਕਹਿਣ ਲੱਗਾ, ਖਜ਼ਾਨਾ ਨੰਬਰ 2 ਵਿੱਚ ਤਾਂ ਨਹੀਂ ਸੀ। ਹੱਕ ਹੈਰਾਨ ਹੋ ਕੇ ਕਹਿਣ ਲੱਗਾ, ਤਾਂ ਫਿਰ ਗਿਆ ਕਿੱਥੇ? ਟੌਮ ਨੇ ਉੱਤਰ ਦਿੱਤਾ, ਸ਼ਾਇਦ ਉਸੇ ਕੁੰਦਰ ਵਿੱਚ ਜਿੱਥੇ ਇੰਜਨ ਜੋ ਮਰਿਆ ਪਿਆ ਲੱਭਿਆ ਹੈ। ਕੀ ਤੂੰ ਮੇਰੇ ਨਾਲ ਉੱਥੇ ਚੱਲੇਗਾ? ਹੱਕ ਨੇ ਕਿਹਾ, ਕਿਉਂ ਨਹੀਂ, ਪਰ ਜੇ ਅਸੀਂ ਪੁਲ ਭਲਾਈਆਂ ਵਿੱਚੋਂ ਵਾਪਸੀ ਦਾ ਰਾਹ ਲੱਭ ਲਿਆ ਤਾਂ? ਉਸੇ ਦਿਨ ਦੁਪਹਿਰ ਵੇਲੇ ਦੋਹਾਂ ਨੇ ਕਿਸੇ ਪਿੰਡ ਵਾਲੇ ਕੋਲੋਂ ਇੱਕ ਸ਼ਾਮ ਲਈ ਬੇੜੀ ਮੰਗਵੀ ਲਈ ਤੇ ਉਸ ਕੁੰਦਰ ਕੋਲ ਪਹੁੰਚ ਕੇ ਬੇੜੀ ਕੰਢੇ ਨਾਲ ਬੰਨ੍ਹ ਦਿੱਤੀ। ਕੁੰਦਰ ਦੇ ਅੰਦਰ ਵੜ ਕੇ ਟੌਮ ਨੇ ਹੱਕ ਨੂੰ ਕਿਹਾ, ਉਹ ਦੂਰ ਵੇਖ, ਚਟਾਨ ਵੇਖੀਓ ਜੋ ਮੋਤੀ ਦੇ ਧੂਏ ਨਾਲ ਕਾਲੀ ਸਿਆਹ ਹੋ ਗਈ ਹੈ। ਇੰਜਨ ਜੋ ਨੇ ਇੱਥੇ ਕਿਤੇ ਖਜ਼ਾਨੇ ਵਾਲਾ ਬਕਸ ਲੁਕਾਇਆ ਲੱਗਦਾ ਹੈ। ਅੱਗੇ ਟੌਮ ਤੁਰ ਪਿਆ ਤੇ ਪਿੱਛੇ ਹੱਕ। ਉੱਥੇ ਕੁਝ ਕੰਬਲ, ਭੁੰਨੇ ਹੋਏ ਸ਼ਿਕਾਰ ਦੀਆਂ ਹੱਡੀਆਂ ਆਦਿ ਸਨ। ਟੌਮ ਨੇ ਕੁਝ ਸੋਚ ਕੇ ਕਿਹਾ, ਇਸ ਚਟਾਨ ਦੇ ਖੱਬੇ ਪਾਸੇ ਮੋਮਬੱਤੀ ਦੇ ਦਾਗ ਤੇ ਪੈਰਾਂ ਦੇ ਨਿਸ਼ਾਨ ਨੇ। ਸ਼ਰਤ ਲਾ ਲੈ ਜੇ ਖਜ਼ਾਨਾ ਇਸ ਚਟਾਨ ਦੇ ਥੱਲੇ ਨਾ ਹੋਵੇ। ਜਲਦੀ ਹੀ ਉਹਨਾਂ ਨੇ ਆਪਣਾ ਚਾਕੂ ਕੱਢ ਕੇ ਉੱਥੋਂ ਪੁਟਾਈ ਕਰਨੀ ਸ਼ੁਰੂ ਕਰ ਦਿੱਤੀ। ਅਚਾਨਕ ਚਾਕੂ ਦਾ ਸਿਰਾ ਬਕਸ ਦੇ ਢੱਕਣ ਤੇ ਵੱਜਣ ਦੀ ਆਵਾਜ਼ ਆਈ। ਉਸ ਥੱਲੇ ਇੱਕ ਵੱਡਾ ਸਾਰਾ ਸੁਰਾਖ ਸੀ ਜੋ ਹੋਰ ਥੱਲੇ ਜਾ ਕੇ ਖੱਬੇ ਪਾਸੇ ਵੱਲ ਮੁੜਦਾ ਸੀ। ਟੌਮ ਛਾਲ ਮਾਰ ਕੇ ਉਸ ਅੰਦਰ ਜਾ ਵੜਿਆ ਤੇ ਉਹਦੀ ਖੁਸ਼ੀ ਦੀ ਹੱਦ ਨਾ ਰਹੀ ਜਦ ਉਹਨੇ ਖਜ਼ਾਨੇ ਵਾਲਾ ਬਕਸ ਇੱਕ ਪਾਸੇ ਅਟੰਕ ਪਿਆ ਹੋਇਆ ਵੇਖਿਆ। ਟੌਮ ਨੇ ਖੁਸ਼ੀ ਵਿੱਚ ਛਾਲ ਮਾਰਦਿਆਂ ਕਿਹਾ, ਆਖਰ ਲੱਭ ਹੀ ਪਿਆ ਹੈ ਨਾ? ਹੱਕ ਨੇ ਕਿਹਾ, ਮੈਨੂੰ ਪੂਰਾ ਯਕੀਨ ਸੀ ਕਿ ਇਹ ਇੱਕ ਨਾ ਇੱਕ ਦਿਨ ਲੱਭ ਹੀ ਪੈਣਾ ਹੈ। ਦੋਹਾਂ ਨੇ ਉਸ ਸਾਰਾ ਖਜ਼ਾਨਾ ਉਹਨਾਂ ਥੈਲੀਆਂ ਵਿੱਚ ਪਾ ਲਿਆ ਜੋ ਨਾਲ ਲਿਆਏ ਸਨ। ਝਾੜੀਆਂ ਵਿੱਚੋਂ ਨਿਕਲ ਕੇ ਆਲੇ ਦੁਆਲੇ ਨਜ਼ਰ ਫੇਰੀ ਕਿ ਕੋਈ ਵੇਖ ਤਾਂ ਨਹੀਂ ਰਿਹਾ। ਫਿਰ ਉਹਨਾਂ ਨੇ ਦਵਾ ਦਵ ਥੈਲੀਆਂ ਬੇੜੀ ਵਿੱਚ ਰੱਖੀਆਂ ਤੇ ਉਹ ਜਲਦੀ ਹੀ ਪਿੰਡ ਲਾਗੇ ਪਹੁੰਚ ਗਏ। ਟੌਮ ਨੇ ਬੈਨ ਟੇਲਰ ਦੇ ਛੱਪਰ ਵਿੱਚੋਂ ਰੇੜੀ ਖਿੱਚ ਲਿਆਂਦੀ ਤੇ ਥੈਲੀਆਂ ਉਸ ਵਿੱਚ ਲੱਦ ਕੇ
ਪਿੰਡ ਵੱਲ ਤੁਰ ਪਏ। ਰਾਹ ਵਿੱਚ ਵੈਲਸ਼ਮੈਨ ਦੀ ਝੌਂਪੜੀ ਸੀ। ਉਹ ਬਾਹਰ ਨਿਕਲ ਕੇ ਪੁੱਛਣ ਲੱਗਾ, ਕੌਣ ਹੈ? ਦੋਹਾਂ ਨੇ ਉੱਤਰ ਦਿੱਤਾ, ਹੱਕ ਤੇ ਟੌਮ ਸਾਇਰ। ਵੈਲਸ਼ਮੈਨ ਕਹਿਣ ਲੱਗਾ, ਇਸ ਵਿੱਚ ਕੀ ਘਸੀਟੀ ਲਿਆ ਰਹੇ ਹੋ? ਕੋਈ ਬੜੀ ਭਾਰੀ ਚੀਜ਼ ਲੱਗਦੀ ਏ ਕਿ ਇਸ ਵਿੱਚ ਇੱਟਾਂ ਲੱਦੀਆਂ ਹੋਈਆਂ ਨੇ? ਟੌਮ ਨੇ ਉੱਤਰ ਦਿੱਤਾ, ਇਸ ਵਿੱਚ ਪੁਰਾਣਾ ਲੋਹਾ ਏ। ਵੈਲਸ਼ਮੈਨ ਨੇ ਕਿਹਾ, ਮੇਰਾ ਠੀਕ ਹੀ ਨਿਕਲਿਆ ਨਾ ਖਿਆਲ? ਅੱਜ ਕੱਲ੍ਹ ਦੇ ਮੁੰਡੇ ਕੰਮ ਕਰਕੇ ਕਮਾਉਣ ਨਾਲੋਂ ਇਸ ਤਰ੍ਹਾਂ ਟੱਕਰਾਂ ਮਾਰ ਕੇ ਪੈਸੇ ਕਮਾਉਣੇ ਜ਼ਿਆਦਾ ਚੰਗੇ ਸਮਝਦੇ ਹਨ। ਵੈਲਸ਼ਮੈਨ ਦੋਹਾਂ ਨੂੰ ਖਿੱਚ ਕੇ ਅੰਦਰ ਲੈ ਗਿਆ। ਉੱਥੇ ਸਭ ਲੋਕ ਜਮ੍ਹਾਂ ਸਨ, ਸ਼ੈਰੀਫ, ਚਾਚੀ, ਸਿਡ, ਮੇਰੀ, ਪੈਦਰੀ ਆਦਿ। ਵਿਧਵਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਪੈਨਨ ਨੂੰ ਨਵੇਂ ਕੱਪੜੇ ਦਿੱਤੇ। ਸਭ ਮਹਿਮਾਨ ਖਾਣੇ ਵਾਲੀ ਮੇਜ਼ ਲਾਗੇ ਝੁਰਮਟ ਪਾਈ ਬੈਠੇ ਸਨ ਤੇ ਦੋਹਾਂ ਲੜਕਿਆਂ ਦੀ ਤਾਰੀਫ ਦੇ ਪੁੱਲ ਬਣ ਰਹੇ ਸਨ। ਵਿਧਵਾ ਨੇ ਕਿਹਾ ਕਿ ਉਹ ਹੱਕ ਦੀ ਵਿੱਦਿਆ ਅਤੇ ਰਿਹਾਇਸ਼ ਦਾ ਪ੍ਰਬੰਧ ਆਪਣੇ ਸਿਰ ਲੈਂਦੀ ਹੈ। ਜਦ ਉਹ ਪੜ੍ਹ ਲਿਖ ਜਾਵੇਗਾ ਤਾਂ ਉਹਨੂੰ ਕਿਸੇ ਕੰਮ ਵਿੱਚ ਪਾ ਦੇਵੇਗੀ। ਟੌਮ ਨੇ ਕਿਹਾ, ਹੱਕ ਬੜਾ ਅਮੀਰ ਏ, ਇਹਨੂੰ ਕਿਸੇ ਕਿਸਮ ਦੀ ਸਹਾਇਤਾ ਦੀ ਲੋੜ ਨਹੀਂ। ਤੁਸੀਂ ਹੁਣੇ ਵੇਖ ਲਓਗੇ ਕਿ ਮੈਂ ਬਿਲਕੁਲ ਠੀਕ ਕਹਿ ਰਿਹਾ ਹਾਂ। ਟੌਮ ਦੌੜਦਾ ਹੋਇਆ ਬਾਹਰ ਆਇਆ ਤੇ ਮੋਹਰਾਂ ਦੀ ਥੈਲੀ ਚੁੱਕ ਅੰਦਰ ਲਿਆਇਆ। ਇੱਕ ਥੈਲੀ ਉਹਨੇ ਮੇਜ਼ ਤੇ ਪੁੱਠੀ ਕਰ ਦਿੱਤੀ। ਇਤਨੀ ਰਕਮ ਵੇਖ ਕੇ ਸਭ ਹੈਰਾਨ ਹੋ ਗਏ। ਟੌਮ ਨੇ ਦੱਸਿਆ ਕਿ ਉਹਨਾਂ ਇਹ ਖਜ਼ਾਨਾ ਕਿਵੇਂ ਪ੍ਰਾਪਤ ਕੀਤਾ ਹੈ। ਇਹ ਸਾਰੀ ਰਕਮ $12,000 ਸੀ। ਇਤਨੀ ਰਕਮ ਉੱਥੇ ਇਕੱਠੇ ਹੋਏ ਲੋਕਾਂ ਨੇ ਪਹਿਲਾਂ ਕਦੇ ਨਹੀਂ ਸੀ ਵੇਖੀ। ਟੌਮ ਅਤੇ ਹੱਕ ਨੂੰ ਲੱਭੇ ਖਜ਼ਾਨੇ ਬਾਰੇ ਸਾਰੇ ਪਿੰਡ ਵਿੱਚ ਚਰਚਾ ਹੋਣ ਲੱਗ ਪਈ ਤੇ ਲੋਕਾਂ ਦੇ ਮਨ ਵਿੱਚ ਦੋਹਾਂ ਦੀ ਕਦਰ ਵੱਧ ਗਈ। ਲੋਕਾਂ ਨੇ ਸਭ ਉਜੜੇ ਹੋਏ ਤੇ ਟੁੱਟੇ ਭੱਜੇ ਮਕਾਨਾਂ ਦੇ ਫਰਸ਼ ਪੁੱਟਣੇ ਸ਼ੁਰੂ ਕਰ ਦਿੱਤੇ। ਪਰ ਹੱਕਲਬੈਰੀ ਫਿਨ ਦੀਆਂ ਮੁਸੀਬਤਾਂ ਵੱਧ ਗਈਆਂ। ਪਹਿਲਾਂ ਲਵਾਨੀਆਂ ਵਾਂਗ ਜੋ ਜੀ ਚਾਹੇ ਕਰਦਾ ਹੁੰਦਾ ਸੀ ਤੇ ਜਿੱਥੇ ਜੀ ਚਾਹੇ ਫਿਰਦਾ ਸੀ, ਫਟੇ ਪੁਰਾਣੇ ਕੱਪੜੇ ਪਾਉਂਦਾ ਸੀ ਤੇ ਉਹਨੂੰ ਟੋਕਣ ਵਾਲਾ ਕੋਈ ਨਹੀਂ ਸੀ। ਪਰ ਹੁਣ ਵਿਧਵਾ ਦੇ ਨੌਕਰ ਉਹਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਸਨ। ਉਹਨੂੰ ਹਰ ਰੋਜ਼ ਵੇਲੇ ਸਿਰ ਸਕੂਲ ਅਤੇ ਐਤਵਾਰ ਵੇਲੇ ਸਿਰ ਗਿਰਜੇ ਘਰ ਜਾਣਾ ਪੈਂਦਾ ਸੀ। ਉਹ ਇੱਕ ਦਿਨ ਅਚਾਨਕ ਘਰੋਂ ਗਾਇਬ ਹੋ ਗਿਆ। ਲੋਕਾਂ ਨੇ ਪਿੰਡ ਦਾ ਕੋਨਾ ਕੋਨਾ ਫੋਲ ਮਾਰਿਆ ਪਰ ਉਹ ਕਿਤੇ ਨਾ ਲੱਭਾ। ਤੀਜੇ ਦਿਨ ਟੌਮ ਉਹਨਾਂ ਨੂੰ ਬੁੱਚੜਖਾਨੇ ਦੇ ਪਿੱਛੇ ਬੰਨੇ ਹੋਏ ਵੱਡੇ ਵੱਡੇ ਖੋਖਿਆਂ ਵਿੱਚ ਲੱਭਣ ਲਈ ਗਿਆ। ਸੱਚਮੁੱਚ ਉੱਥੇ ਇੱਕ ਖੋਖੇ ਵਿੱਚ ਸੁੱਤਾ ਪਿਆ ਸੀ। ਉਹਦੇ ਵਾਲ ਖਿਲਰੇ ਹੋਏ ਸਨ ਤੇ ਉਹਨੇ ਪਹਿਲੇ ਵਾਂਗ ਹੀ ਚਿੱਥੜੇ ਪਹਿਨੇ ਹੋਏ ਸਨ। ਟੌਮ ਨੇ ਉਹਨੂੰ ਜਗਾਇਆ ਤੇ ਦੱਸਿਆ ਕਿ ਉਹਦੇ ਗਾਇਬ ਹੋਣ ਨਾਲ ਪਿੰਡ ਵਿੱਚ ਕਿੰਨੀ ਤਰਥੱਲੀ ਮੱਚੀ ਹੋਈ ਹੈ। ਹੱਕ ਉਦਾਸ ਜਿਹੇ ਲਹਿਜੇ ਵਿੱਚ ਕਹਿਣ ਲੱਗਾ, ਮੈਂ ਆਪਣੇ ਆਪ ਨੂੰ ਬਥੇਰਾ ਨਵੇਂ ਵਾਤਾਵਰਨ ਅਨੁਸਾਰ ਢਾਲਣ ਦੀ ਕੋਸ਼ਿਸ਼ ਕੀਤੀ ਏ ਪਰ ਬੇਫਾਇਦਾ। ਵਿਧਵਾ ਮੇਰੇ ਨਾਲ ਮਾਵਾਂ ਤੋਂ ਵੀ ਵੱਧ ਪਿਆਰ ਕਰਦੀ ਏ ਪਰ ਮੈਂ ਇਹੋ ਜਿਹਾ ਰਸਮੀ ਵਾਤਾਵਰਨ ਪਸੰਦ ਨਹੀਂ ਕਰਦਾ। ਉਹ ਮੈਨੂੰ ਸਵੇਰੇ ਸਵੇਰੇ ਉਠਾ ਦਿੰਦੀ ਏ, ਫਿਰ ਨਹਾਉਂਦੀ ਤੇ ਵਾਲ ਵਾ ਦਿੰਦੀ ਏ ਤੇ ਇਹੋ ਜਿਹੇ ਕੱਪੜੇ ਪਾਉਣ ਨੂੰ ਦਿੰਦੀ ਏ ਜਿਨ੍ਹਾਂ ਵਿੱਚ ਮੇਰਾ ਜੀ ਕਾਲਾ ਪੈਂਦਾ ਹੈ। ਰੋਜ਼ ਸਕੂਲ ਜਾਣਾ ਪੈਂਦਾ ਹੈ ਤੇ ਐਤਵਾਰ ਗਿਰਜੇ ਘਰ ਜਾਣਾ। ਘੰਟੀ ਅਨੁਸਾਰ ਖਾਣਾ, ਸੋਣਾ ਤੇ ਜਾਗਣਾ ਪੈਂਦਾ ਹੈ। ਮੈਂ ਆਜ਼ਾਦ ਤਬੀਅਤ ਹਾਂ। ਮੱਛੀਆਂ ਫੜਨ ਜਾਣਾ, ਨਦੀ ਵਿੱਚ ਤਾਰੀ ਲਾਉਣੀ, ਗੱਲ ਕਿ ਮੈਨੂੰ ਹਰ ਇੱਕ ਚੀਜ਼ ਪੁੱਛ ਕੇ ਕਰਨੀ ਪੈਂਦੀ ਹੈ। ਇਸ ਲਈ ਆਜ਼ਾਦੀ ਲਈ ਮੈਨੂੰ ਘਰੋਂ ਨੱਸਣਾ ਹੀ ਪਿਆ। ਇਹ ਖਜ਼ਾਨਾ ਜਿਹੜਾ ਸਾਨੂੰ ਲੱਭਿਆ ਹੈ ਸਾਰਾ ਜੱਬ ਇਸੇ ਨੇ ਹੀ ਪਾਇਆ ਹੈ। ਮਿਹਰਬਾਨੀ ਕਰਕੇ ਮੇਰਾ ਹਿੱਸਾ ਵੀ ਤੂੰ ਹੀ ਲੈ ਲਈ ਤੇ ਕਦੇ ਕਦਾਈ $1 ਖਰਚਣ ਲਈ ਦੇ ਦਿਆ ਕਰੀ। ਟੌਮ ਨੇ ਉੱਤਰ ਦਿੱਤਾ, ਇਹ ਕਿਵੇਂ ਹੋ ਸਕਦਾ ਹੈ? ਤੇਰਾ ਹਿੱਸਾ ਮੈਂ ਕਿੱਥੇ ਸਾਂਭਦਾ ਫਿਰਾਂਗਾ? ਹੱਕ ਨੇ ਫਿਰ ਕਿਹਾ, ਨਹੀਂ ਟੌਮ, ਮੈਂ ਅਮੀਰ ਨਹੀਂ ਬਣਨਾ ਚਾਹੁੰਦਾ। ਮੈਂ ਮਹਿਲ ਮਾੜੀਆਂ ਨਾਲੋਂ ਖੋਖਿਆਂ ਵਿੱਚ ਰਹਿਣਾ ਤੇ ਜੂਹਾਂ ਬੇਲਿਆਂ ਵਿੱਚ ਫਿਰਨਾ ਜ਼ਿਆਦਾ ਚੰਗਾ ਸਮਝਦਾ ਹਾਂ। ਅਸੀਂ ਹੁਣੇ ਜਿਹੀ ਇੱਕ ਕੁੰਦਰ ਲੱਭੀ ਸੀ ਤੇ ਲੁਟੇਰੇ ਬਣਨ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਖਜ਼ਾਨੇ ਨੇ ਸਾਰੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਟੌਮ ਇਸੇ ਮੌਕੇ ਦੀ ਤਾੜ ਵਿੱਚ ਸੀ। ਉਹ ਕਹਿਣ ਲੱਗਾ, ਇਹ ਥੋੜ੍ਹਾ ਹੈ ਕਿ ਅਮੀਰ ਬਣਨ ਨਾਲ ਲੁਟੇਰੇ ਬਣਨਾ ਹੀ ਛੱਡ ਦੇਵਾਂਗੇ। ਹੱਕ ਨੇ ਖੁਸ਼ ਹੋ ਕੇ ਕਿਹਾ, ਟੌਮ, ਕੀ ਤੂੰ ਇਹ ਗੱਲ ਸੱਚੇ ਦਿਲੋਂ ਕਹਿ ਰਿਹਾ ਹੈ? ਟੌਮ ਨੇ ਉੱਤਰ ਦਿੱਤਾ, ਪਰ ਜਿੰਨਾ ਚਿਰ ਤੱਕ ਤੂੰ ਠਾਠ-ਬਾਠ ਨਾਲ ਨਹੀਂ ਰਹਿੰਦਾ ਅਸੀਂ ਤੈਨੂੰ ਆਪਣੇ ਟਾਣੇ ਵਿੱਚ ਨਹੀਂ ਵਾੜਨਾ। ਹੱਕ ਨੇ ਉਦਾਸ ਹੋ ਕੇ ਕਿਹਾ, ਪਰ ਪਹਿਲਾਂ ਤੁਸੀਂ ਮੈਨੂੰ ਆਪਣੇ ਵਿੱਚ ਕਿਉਂ ਰਲਾਇਆ ਸੀ? ਟੌਮ, ਤੂੰ ਮੇਰੇ ਨਾਲ ਹਮੇਸ਼ਾ ਯਾਰੀ ਪਾਲਦਾ ਰਿਹਾ ਹੈ, ਹੁਣ ਮੇਰਾ ਸਾਥ ਨਾ ਛੱਡੀ। ਟੌਮ ਨੇ ਉੱਤਰ ਦਿੱਤਾ, ਮੈਂ ਤਾਂ ਨਹੀਂ ਚਾਹੁੰਦਾ, ਪਰ ਲੋਕ ਕੀ ਕਹਿਣਗੇ ਕਿ ਟੌਮ ਦੇ ਟੋਲੇ ਵਿੱਚ ਕਿੰਨੇ ਘਟੀਆ ਮੁੰਡੇ ਨੇ, ਕੀ ਤੂੰ ਇਹਨਾਂ ਨੂੰ ਮਿਹਨਿਆਂ ਨੂੰ ਸਹਿ ਲਵੇਂਗਾ? ਫਿਰ ਕੁਝ ਚਿਰ ਚੁੱਪ ਰਹਿਣ ਪਿੱਛੋਂ ਹੱਕ ਕਹਿਣ ਲੱਗਾ, ਚੰਗਾ, ਫਿਰ ਮੈਂ ਵਿਧਵਾ ਪਾਸ ਜਾ ਕੇ ਰਹਿੰਦਾ ਹਾਂ, ਪਰ ਤੂੰ ਮੈਨੂੰ ਆਪਣੇ ਟੋਲੇ ਵਿੱਚੋਂ ਨਾ ਕੱਢੀ। ਟੌਮ ਨੇ ਕਿਹਾ, ਚੰਗਾ, ਤੂੰ ਮੇਰੇ ਨਾਲ ਹੀ ਚੱਲ, ਮੈਂ ਵਿਧਵਾ ਨੂੰ ਕਹਿ ਦਿਆਂਗਾ ਕਿ ਤੇਥੋਂ ਬਹੁਤੀ ਪੁੱਛ ਗਿੱਛ ਨਾ ਕਰੇ। ਅੱਗੋਂ ਹੱਕ ਨੇ ਪੁੱਛਿਆ, ਪਰ ਲੁਟੇਰਿਆਂ ਵਾਲਾ ਕੰਮ ਮੁੜ ਕਦੋਂ ਸ਼ੁਰੂ ਕਰਾਂਗੇ? ਟੌਮ ਨੇ ਫਿਰ ਕਿਹਾ, ਬਸ ਅੱਜ ਤੋਂ ਹੀ ਸਮਝ। ਮੁੰਡਿਆਂ ਨੂੰ ਇਕੱਠੇ ਕਰਕੇ ਪਹਿਲਾਂ ਸਭ ਨੇ ਵਾਰੀ-ਵਾਰੀ ਕਸਮਾਂ ਖਾਣੀਆਂ ਨੇ ਕਿ ਸਭ ਇੱਕ ਦੂਜੇ ਦਾ ਸਾਥ ਨਿਭਾਉਣਗੇ ਤੇ ਟਾਣੇ ਦੇ ਭੇਦ ਕਿਸੇ ਨੂੰ ਨਹੀਂ ਦੱਸਣਗੇ, ਭਾਵੇਂ ਜਾਣ ਕਿਉਂ ਨਾ ਚਲੀ ਜਾਏ। ਹੱਕ ਨੇ ਖੁਸ਼ ਹੋ ਕੇ ਕਿਹਾ, ਇਹ ਤਾਂ ਕਮਾਲ ਦੀ ਗੱਲ ਏ। ਟੌਮ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ਤੇ ਸਭ ਦੇ ਸੋਹਾਂ ਰਾਤ ਦੇ 12 ਵਜੇ ਖਾਣੀਆਂ ਨੇ, ਉਹ ਥਾਂ ਉਜਾੜ ਬੀਆਬਾਨ ਹੋਵੇਗੀ। ਹੱਕ ਨੇ ਖੁਸ਼ ਹੋ ਕੇ ਕਿਹਾ, ਅੱਧੀ ਰਾਤ ਵੇਲੇ ਤੇ ਬੀਆਬਾਨ ਜੰਗਲ ਵਿੱਚ? ਟੌਮ ਨੇ ਦੱਸਿਆ, ਤੇ ਦਸਖਤ ਲਹੂ ਨਾਲ ਕਰਨੇ ਨੇ। ਹੱਕ ਨੇ ਕਿਹਾ, ਇਹ ਤਾਂ ਬਹੁਤ ਵਧੀਆ ਗੱਲ ਏ, ਤਾਂ ਤੇ ਮੈਂ ਤੇ ਵਿਧਵਾ ਨਾਲ ਹੀ ਰਹਾਂਗਾ, ਤੇ ਜੇ ਮੈਂ ਲੁਟੇਰਾ ਬਣ ਕੇ ਮਸ਼ਹੂਰੀ ਖੱਟ ਲਈ ਤਾਂ ਉਹ ਮੇਰੇ ਤੇ ਮਾਣ ਕਰਨ ਲੱਗ ਪਵੇਗੀ। ਮਾਰਕ ਟਵੇਨ ਦੇ ਜ਼ਿੰਦਗੀ ਦੇ ਤਜਰਬੇ ਲਿਖਤਾਂ ਦੇ ਰੂਪ ਵਿੱਚ ਕੁਝ ਟੂਕਾਂ ਵਜੋਂ ਇਸ ਤਰ੍ਹਾਂ ਪ੍ਰਚਲਿਤ ਹਨ।
ਹਮੇਸ਼ਾ ਆਪਣੇ ਮਾਤਾ ਪਿਤਾ ਦੀ ਕਦਰ ਕਰੋ ਜਦੋਂ ਤੱਕ ਉਹ ਜ਼ਿੰਦਾ ਹਨ। ਸ਼ਾਲਾ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਤੁਹਾਡਾ ਚਰਿੱਤਰ ਤੁਹਾਡੀਆਂ ਪ੍ਰਾਪਤੀਆਂ ਦਾ ਘਾੜਾ ਹੈ। ਮੈਂ ਨਿਮਰ ਪੈਦਾ ਹੋਇਆ, ਪਰ ਅਫਸੋਸ ਇਸ ਨੂੰ ਸਾਰੀ ਹਯਾਤੀ ਕਾਇਮ ਨਾ ਰੱਖ ਸਕਿਆ। ਜਦੋਂ ਦੁਬਿਧਾ ਵਿੱਚ ਹੋ ਤਾਂ ਸੱਚ ਦਾ ਸਾਥ ਦਿਓ। ਜੇ ਤੁਸੀਂ ਸੱਚ ਦੱਸਦੇ ਹੋ ਤਾਂ ਤੁਹਾਨੂੰ ਕੁਝ ਯਾਦ ਰੱਖਣ ਦੀ ਲੋੜ ਨਹੀਂ। ਸ਼ੁਭ ਇਛਾਵਾਂ। ਧੰਨਵਾਦ। ਹਰਜੀਤ ਬਾਬਾ।